इन्ने ज़्यादा प्रदर्शन हो रहे ने, किसान अपने तौर के उत्ते रौला पा रहे ने भी ये की चल रहा है और लोग जिहड़े ने आम जनता जिहड़ी है वो भी इसके हक दे विच नहीं है। ते आड़तीए अपने लैवल के उत्ते परेशान ने, FCI वाले जिहड़े ने वो अपने लैवल के उत्ते परेशान ने। सिर्फ प्रदर्शन जिन्ने हुण कीते जा रहे ने, तुहानूं लगदा भी 10 अप्रैल नूं जिहड़ी अदायगी होण जा रही है सिद्धे तौर के उत्ते वो रुक पाएगी? ਉਹਦੇ ਵਾਸਤੇ ਪ੍ਰਬੰਧ ਕਾਫੀ ਵੱਡਾ ਚਾਹੀਦਾ ਹੁੰਦਾ ਹੈ ਤੇ ਉਹਦੇ ਚ ਟੈਕਨੀਕਲੀ ਬੜਾ ਸਾਊਂਡ ਚਾਹੀਦਾ ਹੈ। ਉਹ ਸਾਰਾ ਕੁਝ ਵੈਸੇ ਤਾਂ ਪਹਿਲੀ ਗੱਲ ਤਾਂ ਇਹ ਪ੍ਰਬੰਧ ਦੀ ਹੋਈ ਗਲਤੀ ਹੈ। ਇਹ ਇਸ ਸਾਲ ਤਾਂ ਵੈਸੇ ਹੀ ਨਹੀਂ ਹੋ ਸਕਦਾ। ਸਰਕਾਰ ਨੇ ਕਹਿਤਾ ਕਿ ਤੁਸੀਂ ਆਪਣੀ ਜ਼ਮੀਨ ਦੇ ਨੰਬਰ ਦਿਓ, ਜਮਾਬੰਦੀ ਦਿਓ, ਉਹਦੇ ਹਿਸਾਬ ਨਾਲ ਅਸੀਂ ਤੁਹਾਡੇ ਬੈਂਕ 'ਚ ਪੈਸੇ ਭੇਜਾਂਗੇ। ਜਮਾਬੰਦੀ ਕਿਉਂ ਮੰਗਦੀ ਹੈ ਸਰਕਾਰ, ਇਹਦਾ ਕੋਈ ਕਾਰਨ ਨਹੀਂ ਦੱਸ ਰਹੀ। ਜਿੰਨੇ ਦੇਖੋ ਸਿਆਸੀ ਬੰਦਿਆਂ ਨੇ ਕੁਝ ਨਹੀਂ ਕਰਨਾ, ਸਿਆਸੀ ਬੰਦਿਆਂ ਨੇ 17 ਸਾਲਾਂ 'ਚ ਪੰਜਾਬ ਨੂੰ ਬਰਬਾਦ ਕੀਤਾ। NRIs ਤਾਂ ਜ਼ਮੀਨਾਂ ਦਾ ਰੌਲਾ ਹਮੇਸ਼ਾ ਰਹਿੰਦਾ ਹੀ ਹੈ। ਹੁਣ ਜੋ ਇੱਥੇ ਬੈਠੇ ਨੇ ਤੇ ਜਿਹੜੀ ਉੱਥੇ ਵਾਈ ਜਿਹੜੀ ਹੈ ਉਹ ਨਹੀਂ ਹੋ ਰਹੀ। ਹੁਣ ਜਿਹੜਾ ਇਹ ਫੈਸਲਾ ਕੀਤਾ ਜਾ ਰਿਹਾ ਸਿੱਧੀ ਅਦਾਇਗੀ ਦਾ, ਤੇ NRIs ਦੇ ਉੱਤੇ ਇਹ ਕਿਵੇਂ ਇਫੈਕਟ ਪਾਏਗਾ? ਕਿ ਅੱਜ ਜਿਹੜੇ NRI ਨੇ ਉਹਨਾਂ ਨੂੰ ਕਿਸਾਨਾਂ ਦੇ ਨਾਲ ਤੇ ਆੜਤੀਆਂ ਦੇ ਨਾਲ ਰਲਣ ਦੀ ਲੋੜ ਹੈ, ਤਾਂ ਹੀ ਇਹ ਜ਼ਮੀਨ ਬਚੂਗੀ। ਜਿਹੜਾ ਤੌਰ ਤਰੀਕਾ ਸਰਕਾਰ ਦਾ, ਇਹਦੇ ਵਿੱਚ ਕੋਈ ਵੀ ਕਿਤੋਂ ਵੀ ਐ ਨਹੀਂ ਲੱਗਦਾ ਵੀ ਇਹ ਕੋਈ ਜੈਨੂਨ ਹੈ। ਬਿਹਾਰ ਦੇ ਵਿੱਚੋਂ 1200 ਰੁਪਏ ਕਣਕ ਖਰੀਦ ਕੇ ਜਾਂ 1100 ਰੁਪਏ ਝੋਨਾ ਖਰੀਦ ਕੇ ਜੇ ਪੰਜਾਬ ਚ ਆ ਰਿਹਾ, ਉੱਥੋਂ ਦਾ ਕਿਸਾਨ ਨਹੀਂ ਚੁੱਕੇ ਲਿਆ ਰਿਹਾ, ਉਹ ਕੋਈ ਵੱਡਾ ਵਪਾਰੀ ਲਿਆ ਰਿਹਾ ਜਿਹਦੇ ਕੋਲ ਵੱਡਾ ਸੰਬੰਧ ਹੈ। ਪੰਜਾਬ ਦੇ ਕਿਸਾਨ ਨੂੰ ਤੰਗ ਕਰਨ ਵਾਸਤੇ, ਉਹਨੂੰ ਹਰ ਹੀਲੇ ਉਹਦੀਆਂ ਹੀਲਾਂ ਕਰਾਉਣ ਵਾਸਤੇ, ਯਾਨੀ ਕਿ ਉਹਨੂੰ ਐਨ ਪੂਰਾ ਥਕਾਉਣ ਵਾਸਤੇ, ਉਹਨੂੰ ਦੁਖੀ ਕਰਨ ਵਾਸਤੇ ਸਰਕਾਰ ਕਦੇ ਕੋਈ ਫੈਸਲਾ ਲੈ ਕੇ ਆਉਂਦੀ ਹੈ, ਕਦੇ ਕੋਈ ਫੈਸਲਾ ਲੈ ਕੇ ਆਉਂਦੀ ਹੈ, ਕਦੇ ਕੋਈ ਦੂਸ਼ਣ ਲਾ ਦਿੰਦੀ ਹੈ। ਹੁਣ ਜਿਹੜੇ ਆਪਾਂ ਇਹ ਸੋਚਦੇ ਨਾ ਵੀ ਜੇ ਬੰਦੇ ਅਸੈਂਬਲੀ ਚੰਗੇ ਆ ਜਾਣਗੇ ਉਹਦੇ ਨਾਲ ਸ਼ਾਇਦ ਅਸੀਂ ਕੁਰਸ ਕਰੀਏ। ਜਿਹੜਾ ਕੇਂਦਰ ਨੇ ਆਪਦਾ ਆਗਨ ਰਸਤ ਚਲਾਇਆ ਹੋਇਆ ਹੈ ਨਾ, ਜਿਹੜੀ ਮੌਜੂਦਾ ਸਰਕਾਰ ਨੇ, ਵੀ ਸਾਰਿਆਂ ਨੂੰ ਅਸੀਂ ਤੋੜ ਕੇ ਅਸੀਂ ਆਪਦਾ ਤਾਣਾ ਬਾਣਾ ਬਣਾ ਕੇ ਰੱਖਣਾ ਹੈ, ਉਹਦੇ ਅਗੇਂਸਟ ਇੱਕ ਮੂਵਮੈਂਟ ਦੀ ਲੋੜ ਹੈ। सत श्री अकाल जी एंड गुड मॉर्निंग टू ऑल। की हाल चाल है जी? चैनल पंजाबी देख रहे सारे दर्शकों का मैं शरी स्वागत करती हाँ जी और उम्मीद करते हैं कि लॉन्ग वीकेंड सी और लॉन्ग वीकेंड दे विच तुसीं सारिਆਂ ने अपना बहुत ख्याल रखा होएगा, दूजिਆਂ ਦਾ भी बहुत ज़्यादा ख्याल रखा होएगा ਤੇ ਜਿਹੜੇ ਸਿਹਤ ਅਧਿਕਾਰੀਆਂ ਦੇ ਨਿਯਮ ਬਣਾਏ ਗਏ ਨੇ ਕੋਰੋਨਾ ਵਾਇਰਸ ਕਾਰਨ, ਉਹਦਾ ਵੀ ਤੁਸੀਂ ਬਹੁਤ ਤਰੀਕੇ ਦੇ ਨਾਲ ਜਿਹੜਾ ਖਿਆਲ ਰੱਖਿਆ ਹੋਏਗਾ। ਹਾਲਾਂਕਿ ਅੱਜ ਵੀ ਕਿਹਾ ਜਾ ਰਿਹਾ ਹੈ ਕਿ ਸਿਹਤ ਅਧਿਕਾਰੀ ਜਦੋਂ ਮਾਮਲੇ ਸਾਹਮਣੇ ਰੱਖਣਗੇ ਜਾਂ ਅਪਡੇਟ ਕਰਨਗੇ ਤਾਂ ਕਿੰਨੇ ਮਾਮਲੇ ਹੋਣਗੇ, ਪਰ ਇਹ ਜ਼ਰੂਰ ਕਿਹਾ ਜਾ ਰਿਹਾ ਵੀ 2 ਦਿਨਾਂ ਦੇ ਵਿੱਚ ਘੱਟੋ ਘੱਟ 1900 ਦੇ ਕਰੀਬ ਜਿਹੜੇ ਨੇ ਉਹ ਕੇਸ ਸਾਹਮਣੇ ਆਏ ਨੇ। ਇੱਥੋਂ ਤੱਕ ਮਾਮਲੇ ਜਿਹੜੇ ਵੱਧ ਚੁੱਕੇ ਨੇ। ਹੁਣ ਇੰਨੇ ਮਾਮਲੇ 2 ਦਿਨਾਂ ਦੇ ਵਿੱਚ, 3 ਦਿਨਾਂ ਦੇ ਵਿੱਚ ਵਧਣਾ ਵੀ ਆਪਣੇ ਆਪ ਦੇ ਵਿੱਚ ਚਿੰਤਾ ਹੈ। ਜੇ ਲੌਂਗ ਵੀਕਐਂਡ ਸੀਗਾ ਤੇ ਉਸ ਮੌਕੇ ਵੀ ਹਾਲਾਂਕਿ ਹਦਾਇਤਾਂ ਦੀ ਪਾਲਣਾ ਕਰਨ ਦੀ ਜਿਹੜੀ ਤਾਕੀਦ ਕੀਤੀ ਗਈ ਸੀ, ਪਰ ਕਿੰਨੀ ਕੁ ਕੀਤੀ ਗਈ ਇਹ ਤਾਂ ਖੈਰ ਹੁਣ ਜਦੋਂ ਸਿਹਤ ਅਧਿਕਾਰੀ ਅਪਡੇਟ ਕਰਨਗੇ ਫਿਰ ਹੀ ਪਤਾ ਚੱਲੇਗਾ। ਇੱਕ ਪਾਸੇ ਕਰੋਨਾ ਦਾ ਕਹਿਰ ਜਿਹੜਾ ਉਹ ਬਾਕੀ ਦੇਸ਼ਾਂ ਦੇ ਉੱਤੇ ਮੰਡਰਾ ਰਿਹਾ ਹੈ। ਕੈਨੇਡਾ ਦੇ ਵਿੱਚ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਤੇ ਜਿਹੜੀ ਵੈਕਸੀਨੇਸ਼ਨ ਹੈ ਉਹ ਹਰ ਕਿਸੇ ਨੂੰ ਜਿਹੜੀ ਹੈ ਮਿਲ ਸਕੇ, ਸਾਰਿਆਂ ਨੂੰ ਵੈਕਸੀਨ ਜਿਹੜੀ ਹੈ ਲੱਗ ਜਾਏ ਤਾਂ ਕਿ ਸੁਰੱਖਿਆ ਜਿਹੜਾ ਇੱਕ ਘੇਰਾ ਜਿਹੜਾ बनना है साडे आले दुआले ਉਹ ਕਿਤੇ ਨਾ ਕਿਤੇ ਜ਼ਰੂਰ ਬਣ ਜਾਏ। ਦੂਜੇ ਪਾਸੇ ਭਾਰਤ ਦੇ ਵਿੱਚ ਕਰੋਨਾ ਦੇ ਮਾਮਲੇ ਬਹੁਤ ਜ਼ਿਆਦਾ ਵਧਣ ਲੱਗ ਗਏ ਨੇ। ਇਹਨਾਂ ਦਿਨਾਂ ਦੇ ਵਿੱਚ ਕਰੋਨਾ ਕਾਰਨ ਹਾਏ ਤੋਬਾ ਮਚੀ ਹੋਈ ਹੈ। ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਬਾਕੀ ਦੇਸ਼ਾਂ ਦੇ ਵਿੱਚ ਕਰੋਨਾ ਵਾਇਰਸ ਦਾ ਬਹੁਤ ਜ਼ਿਆਦਾ ਕਹਿ ਸਕਦੇ ਆ ਵੀ ਸ਼ੋਰ ਸ਼ਰਾਬਾ ਪੈ ਗਿਆ ਸੀਗਾ, ਲੋਕੀ ਹੱਲ ਲੱਭ ਰਹੇ ਸੀ ਇਸ ਦਾ, ਉਸ ਟਾਈਮ ਦੇ ਉੱਤੇ ਭਾਰਤ ਦੇ ਵਿੱਚ ਕੋਵਿਡ ਦੇ ਕੇਸ ਇੰਨੇ ਨਹੀਂ ਆ ਰਹੇ ਸੀਗੇ। ਪਰ ਇਸ ਟਾਈਮ ਭਾਰਤ ਦੇ ਵਿੱਚ ਵੀ ਉਹੀ ਹਾਲਾਤ ਬਣ ਗਏ ਨੇ। ਦਿੱਲੀ ਦੇ ਵਿੱਚ ਰਾਤ ਦਾ ਕਰਫਿਊ ਲੱਗ ਚੁੱਕਾ ਹੋਇਆ ਹੈ। ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਹੈ ਕਰਫਿਊ ਰਾਤ ਦਾ ਜਾਰੀ ਕਰ ਦਿੱਤਾ ਗਿਆ, ਵੀ ਉੱਥੇ ਵੀ ਕਰਫਿਊ ਲੱਗਣਾ ਹੁਣ ਜ਼ਰੂਰੀ ਹੋ ਗਿਆ ਹੈ। ਤੇ ਬਾਕੀ ਪੰਜਾਬ ਦੇ ਵਿੱਚ ਵੀ ਨਿਯਮ ਕਈ ਤਰ੍ਹਾਂ ਦੇ ਸੈੱਟ ਕਰ ਦਿੱਤੇ ਗਏ ਨੇ। ਸਕੂਲ ਨਹੀਂ ਖੁੱਲ ਰਹੇ, ਸਕੂਲ ਬੰਦ ਪਏ ਨੇ। ਪ੍ਰਾਈਵੇਟ ਸਕੂਲਾਂ ਨੇ ਹਾਲਾਂਕਿ ਅੱਕ ਕੇ ਇਹ ਗੱਲ ਕਹਿ ਦਿੱਤੀ ਹੈ ਵੀ ਅਸੀਂ ਤਾਂ ਸਕੂਲ ਖੋਲਾਂਗੇ, ਕਿਉਂਕਿ ਸਟੂਡੈਂਟਸ ਜਿਹੜੇ ਨੇ, ਵਿਦਿਆਰਥੀ ਨੇ, ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਪਿਆ। ਬੱਚਿਆਂ ਦਾ ਨੁਕਸਾਨ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਕਾਫੀ ਲੰਬੇ ਸਮੇਂ ਤੋਂ ਇਹੀ ਕੁਝ ਚੱਲਦਾ ਆ ਰਿਹਾ ਹੈ ਤੇ ਵੈਕਸੀਨ ਵੀ ਉੱਥੇ ਦਿੱਤੀ ਜਾ ਰਹੀ ਹੈ, ਪਰ ਉਹ ਵੈਕਸੀਨ ਕਿੰਨੀ ਕੁ ਸਹੀ ਸਾਬਿਤ ਹੋ ਰਹੀ ਹੈ ਜਾਂ ਜਿਨ੍ਹਾਂ ਨੇ ਲਗਵਾਈ ਹੈ ਕਿ ਉਹਨਾਂ ਨੂੰ ਇਸ ਦਾ ਅਸਰ ਹੋ ਰਿਹਾ ਹੈ। ਔਰ ਇਸ ਤੋਂ ਇਲਾਵਾ ਇਕੱਠ ਵਾਲੀਆਂ ਥਾਵਾਂ ਨੇ ਉਹ ਕਿੱਥੇ ਕਿੱਥੇ ਮਨਾਹੀ ਕੀਤੀ ਜਾ ਰਹੀ ਹੈ। ਹਾਲਾਂਕਿ ਅਸੀਂ ਦੇਖ ਰਹੇ ਹਾਂ ਵੀ ਇਲੈਕਸ਼ਨ ਦੇ ਕਰਕੇ ਸਿਆਸੀ ਪਾਰਟੀਆਂ ਸਰਗਰਮ ਨੇ, ਉਹ ਇਕੱਠ ਕਰ ਰਹੀਆਂ ਨੇ। ਚੋਣਾਂ ਜਿਹੜੇ ਸੂਬਿਆਂ ਦੇ ਵਿੱਚ ਹੋ ਰਹੀਆਂ ਨੇ ਉਹ ਵੀ ਕੈਂਸਲ ਨਹੀਂ ਕੀਤੀਆਂ ਗਈਆਂ, ਉਹ ਵੀ ਲਗਾਤਾਰ ਹੋ ਰਹੀਆਂ ਨੇ। ਚੋਣ ਕਹਿ ਸਕਦੇ ਆ ਵੀ ਪ੍ਰਚਾਰ ਨੂੰ ਲੈ ਕੇ ਜਿਹੜੇ ਮੰਤਰੀਆਂ ਨੇ, ਚਾਹੇ ਉਹ BJP ਦੇ ਹੋਣ, ਚਾਹੇ ਅਕਾਲੀ ਹੋਣ, ਚਾਹੇ ਕਾਂਗਰਸੀ ਹੋਣ, ਆਪ ਦੇ ਹੋਣ, ਉਹ ਜਿੱਥੇ ਵੀ ਜਾਣਾ ਚਾਹੁੰਦੇ ਨੇ ਉਹ ਜਾ ਕੇ ਆਪਣਾ ਇਕੱਠ ਕਰ ਰਹੇ ਨੇ, ਉਹਦੇ ਤੇ ਕੋਈ ਮਨਾਹੀ ਨਹੀਂ ਹੈ। ਔਰ ਇਸ ਤੋਂ ਇਲਾਵਾ ਕਿਸਾਨ ਵੀ ਹੈ, ਉਹ ਵੀ ਧਰਨੇ ਦੇ ਉੱਤੇ ਬੈਠੇ ਹੋਏ ਨੇ। ਉਹ ਕਹਿੰਦੇ ਵੀ ਕਰੋਨਾ ਜਿਹੜਾ ਹੈ ਉਹ ਸਿਰਫ ਇੱਕ ਦਿਖਾਵਾ ਹੈ ਔਰ ਜਿਹੜਾ ਸਰਕਾਰ ਦੇ ਵੱਲੋਂ ਬਾਰ-ਬਾਰ ਕੀਤਾ ਜਾ ਰਿਹਾ। ਔਰ ਕਿਤੇ ਨਾ ਕਿਤੇ ਕਰੋਨਾ ਨੂੰ ਲੈ ਕੇ ਵੀ ਸਵਾਲ ਖੜਾ ਹੋ ਰਿਹਾ ਸੀਗਾ ਵੀ ਕੀ ਹੁਣ ਜਿਹੜਾ ਅੰਦੋਲਨ ਹੈ ਕਿਸਾਨਾਂ ਦਾ, ਕਿ ਕਿਤੇ ਨਾ ਕਿਤੇ ਉਹ ਵੀ ਮੁੱਕ ਜਾਏਗਾ, ਉਹਨੂੰ ਵੀ ਖਤਮ ਕਰਨਾ ਪਵੇਗਾ, ਵੀ ਜੇ ਇਕੱਠ ਖਤਮ ਕਰਨਾ ਪੈਣਾ ਤਾਂ ਰਾਕੇਸ਼ ਟਕੈਤ ਉਹਨਾਂ ਨੇ ਹਾਲਾਂਕਿ ਇਹ ਗੱਲ ਕਹਿ ਦਿੱਤੀ ਵੀ ਅੰਦੋਲਨ ਖਤਮ ਨਹੀਂ ਹੋਏਗਾ, ਅੰਦੋਲਨ ਜਿਵੇਂ ਚੱਲ ਰਿਹਾ ਉਵੇਂ ਹੀ ਚੱਲੇਗਾ ਔਰ ਅਸੀਂ ਜਿਵੇਂ ਬਾਰਡਰਾਂ ਦੇ ਉੱਤੇ ਬੈਠੇ ਹੋਏ ਐਵੇਂ ਹੀ ਬੈਠੇ ਰਵਾਂਗੇ। ਤੇ
ਉਹਨਾਂ ਦਾ ਇਹ ਵੀ ਸਾਰਿਆਂ ਦਾ ਕਹਿਣਾ, ਹੁਣ ਲੋਕ ਇਹ ਕਹਿ ਰਹੇ ਨੇ ਵੀ ਜੇ ਕਰੋਨਾ ਦੇ ਕਰਕੇ ਕਰਫਿਊ ਲਗਾਏ ਜਾ ਰਹੇ ਨੇ, ਰਾਤ ਨੂੰ ਹੀ ਕਰੋਨਾ ਸਿਰਫ ਡਰਦਾ, ਰਾਤ ਨੂੰ ਡਰ ਕੇ ਭੱਜ ਜਾਂਦਾ ਤੇ ਦਿਨੇ ਕਰੋਨਾ ਜਿਹੜਾ ਉਹ ਰਹਿੰਦਾ ਸਾਰਿਆਂ ਦੇ ਵਿੱਚ, ਮਤਲਬ ਰਾਤ ਦਾ ਕਰਫਿਊ ਲਗਾਏ ਜਾਣ ਦਾ ਕੀ ਮਤਲਬ ਹੈ? ਲੋਕਡਾਊਨ ਵਾਲੀ ਸਥਿਤੀ ਬਣ ਸਕਦੀ ਹੈ ਜਾਂ ਨਹੀਂ, ਇਹਦੇ ਤੇ ਵੀ ਹਜੇ ਜਿਹੜੀ ਹੈ ਚਰਚਾ ਜਿਹੜੀ ਚੱਲ ਰਹੀ ਹੈ। ਤੇ ਇਸ ਤੋਂ ਇਲਾਵਾ ਲੋਕਾਂ ਨੇ ਇਹ ਗੱਲ ਕਹੀ ਹੋਈ ਹੈ ਵੀ ਜਦੋਂ ਪੋਲੀਟੀਸ਼ੀਅਨ ਸਾਰਾ ਕੁਝ ਕਰ ਰਹੇ ਨੇ, ਸਿਆਸੀ ਜਗ੍ਹਾ ਦੇ ਵਿੱਚ ਸਾਰਾ ਕੁਝ ਚੱਲੀ ਜਾ ਰਿਹਾ ਹੈ, ਇਕੱਠ ਕੀਤੇ ਜਾ ਰਹੇ ਨੇ, ਤਾਂ ਉਸ ਵੇਲੇ ਕਰੋਨਾ ਕਿੱਥੇ ਚਲਾ ਜਾਂਦਾ ਹੈ? ਉਹ ਉਹਨਾਂ ਚੀਜ਼ਾਂ ਦੇ ਉੱਤੇ ਨਕੇਲ ਕਿਉਂ ਨਹੀਂ ਕੱਸੀ ਜਾ ਰਹੀ, ਜਦਕਿ ਸਕੂਲ ਬੰਦ ਕੀਤੇ ਜਾ ਰਹੇ ਨੇ, ਕਰਫਿਊ ਰਾਤ ਦੇ ਲਗਾਏ ਜਾ ਰਹੇ ਨੇ, ਹੋਰ ਜਿਹੜੀਆਂ ਵੀ ਹਦਾਇਤਾਂ ਨੇ ਉਹ ਜਾਰੀ ਕੀਤੀਆਂ ਜਾ ਰਹੀਆਂ ਨੇ। ਸੋ ਇਹ ਸਵਾਲ ਖੜਾ ਕੀਤਾ ਹੋਇਆ। ਸੋ ਇਸ ਵੇਲੇ ਕਰੋਨਾ ਭਾਰਤ ਦੇ ਵਿੱਚ ਹੈ ਜਾਂ ਨਹੀਂ ਹੈ, ਇਹ ਦੋਵੇਂ ਚੀਜ਼ਾਂ ਦੇ ਉੱਤੇ ਡਿਸਕਸ ਕਰਾਂਗੇ। ਡਾਕਟਰ ਪਿਆਰੇ ਲਾਲ ਗਰਗ ਜੀ ਸਾਡੇ ਨਾਲ ਜੁੜਨਗੇ, ਕਿਉਂਕਿ ਥੋੜੇ ਦਿਨ ਪਹਿਲਾਂ ਡਾਕਟਰ ਪਿਆਰੇ ਲਾਲ ਗਰਗ ਜਿਹੜੇ ਨੇ ਉਹ ਖੁਦ ਵੀ ਕਰੋਨਾ ਦੇ ਨਾਲ ਸੰਕਰਮਿਤ ਹੋ ਚੁੱਕੇ ਨੇ, ਪੀੜਤ ਸੀਗੇ ਕਰੋਨਾ ਦੇ ਨਾਲ। ਜਦੋਂ ਉਹਨਾਂ ਨੂੰ ਕਰੋਨਾ ਹੋਇਆ ਤਾਂ ਉਸ ਮਾਮਲੇ ਦੇ ਵਿੱਚ ਕਿਵੇਂ ਉਹਨਾਂ ਦਾ ਇਲਾਜ ਚੱਲਿਆ, ਵੈਕਸੀਨ ਜਿਹੜੀ ਉਹਨਾਂ ਨੂੰ ਮਿਲ ਚੁੱਕੀ ਜਾਂ ਨਹੀਂ ਮਿਲੀ, ਜਾਂ ਉਸ ਦੌਰਾਨ ਉਹਨਾਂ ਨੇ ਕੀ ਫੇਸ ਕੀਤਾ, ਇਹਦੇ ਤੇ ਅਸੀਂ ਗੱਲ ਜ਼ਰੂਰ ਕਰਾਂਗੇ। ਭਾਰਤ ਦੀ ਓਵਰਆਲ ਜਿਹੜੀ ਸਿਚੁਏਸ਼ਨ ਦੇ ਉੱਤੇ ਕਰੋਨਾ ਦੀ ਕਿਵੇਂ ਦੀ ਹੈ, ਇਹ ਪਿਆਰੇ ਲਾਲ ਗਰਗ ਜੀ ਸਾਨੂੰ ਦੱਸਣਗੇ। ਇਸ ਤੋਂ ਇਲਾਵਾ ਵੱਡਾ ਮੁੱਦਾ ਅਸੀਂ ਸਾਰੇ ਜਾਣਦੇ ਹਾਂ ਵੀ ਕਣਕ ਦੀ ਅਦਾਇਗੀ ਨੂੰ ਲੈ ਕੇ ਜਿਹੜਾ ਬਹੁਤ ਰੌਲਾ ਰੱਪਾ ਮਚਿਆ ਹੋਇਆ ਹੈ, ਕਿਉਂਕਿ 10 ਅਪ੍ਰੈਲ ਆਉਣ ਦੇ ਵਿੱਚ ਮਹਿਜ਼ ਹੁਣ 3-4 ਦਿਨ ਬਾਕੀ ਬਚੇ ਨੇ, ਜਿਸ ਨੂੰ ਲੈ ਕੇ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੇ ਨਾਲ ਜਿਹੜੇ ਨੇ ਲੋਕ ਅੜੀ ਪਾਈ ਬੈਠੇ ਨੇ, ਖਾਸ ਕਰਕੇ ਕਿਸਾਨ ਆੜਤੀਏ ਬਹੁਤ ਜ਼ਿਆਦਾ ਪਰੇਸ਼ਾਨ ਨੇ। FCI ਦੇ ਜਿਹੜੇ ਦਫ਼ਤਰ ਨੇ ਉਹਨਾਂ ਦੇ ਬਾਹਰ ਜਿਹੜਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਘਿਰਾਓ ਕੀਤਾ ਜਾ ਰਿਹਾ, ਔਰ ਸਰਕਾਰ ਦੇ ਖਿਲਾਫ ਜਿਹੜਾ ਹੈ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਨੇ ਵੀ ਇਹ ਅਦਾਇਗੀ ਅਸੀਂ ਨਹੀਂ ਹੋਣ ਦੇਣੀ। ਕੈਪਟਨ ਸਾਹਿਬ ਨੇ ਚਿੱਠੀ ਲਿਖੀ ਹੈ, ਉਹ ਚਿੱਠੀ ਦਾ ਜਵਾਬ ਆਇਆ ਕਿ ਨਹੀਂ, ਇਹ ਵੀ ਅਸੀਂ ਡਾਕਟਰ ਪਿਆਰੇ ਲਾਲ ਗਰਗ ਜੀ ਤੋਂ ਜਾਣਾਂਗੇ। ਸਾਡੇ ਜਿਹੜੇ ਦਰਸ਼ਕ ਨੇ ਜਿਹੜੇ ਹਰ ਦਿਨ ਸਾਡੇ ਨਾਲ ਮਾਰਨਿੰਗ ਸ਼ੋਅ ਦੇ ਵਿੱਚ ਜੁੜਦੇ ਹੋਏ ਨੇ, ਉਹਨਾਂ ਵਾਸਤੇ ਨੰਬਰ ਜਿਹੜਾ ਫਲੈਸ਼ ਸਕਰੀਨ ਦੇ ਉੱਤੇ ਹੋ ਰਿਹਾ ਹੈ, ਔਰ ਕਾਲ ਜ਼ਰੂਰ ਕਰਿਓ ਤੇ ਤੁਹਾਡੇ ਜਿਹੜੇ ਸਵਾਲ ਨੇ ਉਹ ਵੀ ਆਪਾਂ ਜ਼ਰੂਰ ਲਵਾਂਗੇ, ਉਹਨਾਂ ਤੇ ਵੀ ਗੱਲ ਕਰਾਂਗੇ। ਨੰਬਰ ਇੱਕ ਵਾਰੀ ਮੈਂ ਵੀ ਤੁਹਾਨੂੰ ਦੱਸ ਦਿੰਦੀ ਹਾਂ, 1888 923 2656। ਸੋ ਇਹ ਨੰਬਰ ਹੈ, ਇਸ ਤੇ ਕਾਲ ਕਰਿਓ, ਯਾਨੀ 1888-923-2656। ਸੋ ਇਸ ਨੰਬਰ ਤੇ ਉਮੀਦ ਕਰਦੀ ਹਾਂ ਕਿ ਤੁਹਾਡੀ ਕਾਲ ਜ਼ਰੂਰ ਆਏਗੀ ਤੇ ਬਹੁਤ ਸਾਰੀਆਂ ਗੱਲਾਂ ਆਪਾਂ ਡਿਸਕਸ ਕਰਾਂਗੇ। ਡਾਕਟਰ ਪਿਆਰੇ ਲਾਲ ਗਰਗ ਜੀ ਵੀ ਸਾਡੇ ਨਾਲ ਜੁੜ ਰਹੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਦ ਮਾਰਨਿੰਗ ਸ਼ੋਅ ਦੇ ਵਿੱਚ। ਸ਼ੁਕਰੀਆ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਣੀ ਸਿਹਤ ਦੱਸੋ ਵੀ ਤੁਹਾਡੀ ਸਿਹਤ ਹੁਣ ਬਿਲਕੁਲ ਠੀਕ ਹੈ, ਫਿਰ ਹੀ ਆਪਾਂ ਅੱਗੇ ਜਿਹੜੀਆਂ ਜਾਣਕਾਰੀਆਂ ਤੁਹਾਡੇ ਤੋਂ ਹੋਰ ਲਵਾਂਗੇ। ਨਹੀਂ, ਹੁਣ ਤਾਂ ਮੈਂ ਠੀਕ ਹਾਂ। ਪੋਸਟ ਕੋਵਿਡ ਥੋੜੇ ਪੇਨ ਵਗੈਰਾ ਹੁੰਦੇ ਨੇ, ਉਹ ਚੱਲਦੇ ਰਹਿੰਦੇ, ਉਹ ਤਕਰੀਬਨ 30 ਦਿਨ ਚੱਲਦੇ ਨੇ, ਉਹਦੇ 'ਚ ਹੁੰਦਾ ਵੀ ਜ਼ਿਆਦਾ ਐਗਜ਼ਰਸ਼ਨ ਨਹੀਂ ਕਰਨੀ ਹੁੰਦੀ ਜੀ। ਬਾਕੀ ਹੁਣ ਮੈਂ ਠੀਕ ਹਾਂ, ਕੋਈ ਜੀ ਬਿਲਕੁਲ ਬਿਲਕੁਲ, ਤੁਸੀਂ ਬਿਲਕੁਲ ਠੀਕ ਹੀ ਅੱਗੇ ਵੀ ਰਹੋ। ਤੇ ਜ਼ਾਹਿਰ ਜੀ ਗੱਲ ਹੈ, ਤੁਸੀਂ ਸ਼ੋਅ ਦੇ ਵਿੱਚ ਸਾਡੇ ਨਾਲ ਆਏ ਹੋ ਬਹੁਤ ਸਾਰੀਆਂ ਗੱਲਾਂ ਕਰਨ ਦੇ ਲਈ, ਆਪਣਾ ਤਜਰਬਾ ਜਿਹੜਾ ਖਾਸ ਕਰਕੇ ਕੋਵਿਡ ਦਾ ਉਹ ਵੀ ਸਾਂਝਾ ਜਿਹੜਾ ਜ਼ਰੂਰ ਤੁਹਾਡੇ ਨਾਲ ਅਸੀਂ ਕਰਾਂਗੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਆਪਾਂ ਅਨਾਜ ਦੀ ਜਿਹੜੀ ਕਣਕ ਦੀ ਅਦਾਇਗੀ ਹੈ ਉਹਨੂੰ ਲੈ ਕੇ ਜਿਹੜਾ ਰੌਲਾ ਰੱਪਾ ਹੈ, ਅਸੀਂ ਉਹਦੇ ਤੇ ਗੱਲ ਕਰਦੇ ਹਾਂ ਵੀ ਉਹ ਰੌਲਾ ਰੱਪਾ ਇੰਨਾ ਜ਼ਿਆਦਾ ਪਿਆ, ਇੰਨੇ ਜ਼ਿਆਦਾ ਪ੍ਰਦਰਸ਼ਨ ਹੋ ਰਹੇ ਨੇ, ਕਿਸਾਨ ਆਪਣੇ ਤੌਰ ਦੇ ਉੱਤੇ ਰੌਲਾ ਪਾ ਰਹੇ ਨੇ ਵੀ ਇਹ ਕੀ ਚੱਲ ਰਿਹਾ ਹੈ, ਔਰ ਲੋਕ ਜਿਹੜੇ ਨੇ, ਆਮ ਜਨਤਾ ਜਿਹੜੀ ਹੈ ਉਹ ਵੀ ਇਸ ਦੇ ਹੱਕ ਦੇ ਵਿੱਚ ਨਹੀਂ ਹੈ, ਤੇ ਆੜਤੀਏ ਆਪਣੇ ਲੈਵਲ ਦੇ ਉੱਤੇ ਪਰੇਸ਼ਾਨ ਨੇ, FCI ਵਾਲੇ ਜਿਹੜੇ ਨੇ ਉਹ ਆਪਣੇ ਲੈਵਲ ਦੇ ਉੱਤੇ ਪਰੇਸ਼ਾਨ ਨੇ। ਸੋ ਇਹ ਪ੍ਰਦਰਸ਼ਨ ਜਿੰਨੇ ਹੁਣ ਕੀਤੇ ਜਾ ਰਹੇ ਨੇ, ਤੁਹਾਨੂੰ ਲੱਗਦਾ ਵੀ 10 ਅਪ੍ਰੈਲ ਨੂੰ ਜਿਹੜੀ ਅਦਾਇਗੀ ਹੋਣ ਜਾ ਰਹੀ ਹੈ ਸਿੱਧੇ ਤੌਰ ਦੇ ਉੱਤੇ ਉਹ ਰੁਕ ਪਾਏਗੀ? ਦੇਖੋ, ਜਦ ਅਸੀਂ ਦੇਖਦੇ ਹਾਂ ਜਿਹੜਾ ਸਰਕਾਰ ਨੇ ਹੁਕਮ ਕਰਿਆ ਹੈ, ਉਹ ਹੁਕਮ ਪਹਿਲਾਂ ਵੈਸੇ ਤਾਂ ਵਾਜਬ ਨਹੀਂ ਹੈ, ਕਿਉਂਕਿ ਜਦ ਤੁਸੀਂ ਪ੍ਰੋਕਿਉਰਮੈਂਟ ਦਾ ਸਮਾਂ ਆ ਗਿਆ, ਫਸਲ ਕੱਟੀ ਜਾ ਰਹੀ ਹੈ, ਉਦੋਂ ਤੁਸੀਂ ਹੁਕਮ ਕਰਦੇ ਹੋ ਅਸੀਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕਰਾਂਗੇ DBT। ਉਦੋਂ ਕਰਨ ਦੀ ਬਜਾਏ ਇਹ ਜੇ ਕੰਮ ਨੂੰ ਇਹਨਾਂ ਨੇ ਤਾਂ ਜਿੰਨੀਆਂ ਨੋਟੀਫਿਕੇਸ਼ਨ ਉਹਨਾਂ ਨੂੰ 50-50 ਵਾਰੀ ਬਦਲਣਾ ਪੈਂਦਾ। ਸੋ ਜਿਹੜਾ ਇਹਦਾ ਪ੍ਰਬੰਧ ਕਰਨਾ ਹੁੰਦਾ ਹੈ, ਇੰਨੀਆਂ ਮੰਡੀਆਂ ਦੇ ਵਿੱਚ, ਇੰਨੇ ਯਾਰਡਸ ਦੇ ਵਿੱਚ, ਇੰਨੇ ਕਿਸਾਨਾਂ ਨੂੰ ਪੇਮੈਂਟ ਵਾਸਤੇ, ਉਹਦੇ ਵਾਸਤੇ ਪ੍ਰਬੰਧ ਕਾਫੀ ਵੱਡਾ ਚਾਹੀਦਾ ਹੁੰਦਾ ਹੈ ਤੇ ਉਹਦੇ ਚ ਟੈਕਨੀਕਲੀ ਬੜਾ ਸਾਊਂਡ ਚਾਹੀਦਾ ਹੈ। ਉਹ ਸਾਰਾ ਕੁਝ ਵੈਸੇ ਤਾਂ ਪਹਿਲੀ ਗੱਲ ਤਾਂ ਇਹ ਪ੍ਰਬੰਧ ਦੀ ਹੋਈ ਗਲਤੀ ਹੈ, ਇਹ ਇਸ ਸਾਲ ਤਾਂ ਵੈਸੇ ਹੀ ਨਹੀਂ ਹੋ ਸਕਦਾ। ਦੂਜਾ ਪਾਰਟ ਮੈਂ ਇਹ ਵੀ ਕਹਿਣਾ ਵੀ ਇਹਦੇ ਬੜੇ ਵੱਡੇ ਫਲਾਅ ਨੇ ਜਿਹੜੇ 108 ਜਗ੍ਹਾ ਤੇ ਧਰਨੇ ਵੱਜੇ ਨੇ। ਹੁਣ ਜਿਹੜੇ 108 ਜਗ੍ਹਾ ਤੇ ਧਰਨੇ ਵੱਜੇ ਨੇ FCI ਦੇ ਖਿਲਾਫ, ਉਹ ਐਵੇਂ ਤਾਂ ਵੱਜ ਨਹੀਂ ਗਏ। 34 ਉਗਰਾਹਾਂ ਗਰੁੱਪ ਦੇ ਨੇ, 12 ਦੂਜਿਆਂ ਦੇ ਨੇ, 62 ਉਸ ਤੋਂ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਦੇ ਨੇ। ਸੋ ਇਹ ਜਿਹੜੇ ਥਾਂ ਥਾਂ ਦੇ ਉੱਤੇ ਧਰਨੇ, ਉਧਰੋਂ ਆੜਤੀਆਂ ਨੇ ਵਾਘਾ ਪੁਰਾਣਾ ਦੀ ਐਡੀ ਵੱਡੀ ਰੈਲੀ ਕਰੀ ਹੈ, ਪਹਿਲਾਂ ਵੋਟ ਦੇ ਵਿੱਚ ਕਰੀ ਹੈ। ਸੋ ਉਹਦੇ ਵਿੱਚ ਆੜਤੀਏ ਸਾਰੇ ਇਕੱਠੇ ਹੋ ਗਏ ਨੇ। ਇਹਦੀਆਂ 2-3 ਜਿਹੜੀਆਂ ਮੁਸ਼ਕਲਾਂ ਨੇ ਤਕਨੀਕੀ, ਉਹ ਸਾਨੂੰ ਜ਼ਰੂਰ ਸਮਝਣੀਆਂ ਚਾਹੀਦੀਆਂ ਨੇ। ਪਹਿਲੀ ਗੱਲ ਇਹ ਹੈ ਕਿ ਸਰਕਾਰ ਨੇ ਕਹਿਤਾ ਕਿ ਤੁਸੀਂ ਆਪਣੀ ਜ਼ਮੀਨ ਦੇ ਨੰਬਰ ਦਿਓ, ਜਮਾਬੰਦੀ ਦਿਓ, ਉਹਦੇ ਹਿਸਾਬ ਨਾਲ ਅਸੀਂ ਤੁਹਾਡੇ ਬੈਂਕ 'ਚ ਪੈਸੇ ਭੇਜਾਂਗੇ। ਜਮਾਬੰਦੀ ਕਿਉਂ ਮੰਗਦੀ ਹੈ ਸਰਕਾਰ, ਇਹਦਾ ਕੋਈ ਕਾਰਨ ਨਹੀਂ ਦੱਸ ਰਹੀ। ਹੁਣ ਜ਼ਮੀਨ ਕਿਸੇ ਦੇ ਨਾਂ ਤੇ ਆ, ਅਸਲ 'ਚ ਜਿਹੜੀ ਫਸਲ ਪੈਦਾ ਕਰਦਾ ਉਹ ਤਾਂ ਵਾਹੀਕਾਰ ਪੈਦਾ ਕਰਦਾ ਹੈ। ਉਹ ਵਾਹੀਕਾਰ ਜ਼ਰੂਰੀ ਨਹੀਂ ਵੀ ਜ਼ਮੀਨ ਦਾ ਮਾਲਕ ਵੀ ਹੋਵੇ। ਉਹਨੇ ਹਿੱਸੇ ਚ ਲਈ ਹੋ ਸਕਦੀ ਹੈ, ਉਹਨੇ ਠੇਕੇ ਚ ਲਈ ਹੋ ਸਕਦੀ ਹੈ, ਉਹ ਉਸ ਦਾ ਵਿਲੇਜ ਕਾਮਨ ਲੈਂਡ ਹੋਵੇ, ਪਿੰਡ ਦੀ ਸਾਂਝੀ ਜ਼ਮੀਨ ਹੋਵੇ ਜਿਹੜੀ ਉਹਨੇ ਠੇਕੇ ਤੇ ਲਈ ਹੋਵੇ।
ਸੋ ਇਹ ਜਿਹੜੀਆਂ ਕੋਈ ਐਬਸੈਂਟੀ ਲੈਂਡਲॉर्ड ਹੈ ਕਿਸੇ ਨੇ ਕਿਸੇ ਨੂੰ ਉੱਦਾਂ ਸੰਭਾਲ ਰੱਖੀ ਆ ਵੀ ਚੱਲ ਮੈਨੂੰ ਥੋੜੇ ਜਿਹੇ ਪੈਸੇ ਦੇ ਦਿਆ ਕਰ। ਸੋ 100 ਤਰ੍ਹਾਂ ਦੇ ਉਹਦੇ ਤਰੀਕੇ ਨੇ। ਜਿਹੜੀ ਜ਼ਮੀਨ ਜੋ ਉਹਨੂੰ ਜਿਹੜਾ ਪੈਸਾ ਤਾਂ ਉਹਨੂੰ ਮਿਲਣਾ ਚਾਹੀਦਾ ਜਿਹੜਾ ਬਾਹਰ, ਕਿਉਂਕਿ ਪ੍ਰੋਡਕਸ਼ਨ ਤਾਂ ਉਹਨੇ ਕਰੀ ਹੈ ਨਾ, ਉਤਪਾਦਨ ਉਹਨੇ ਕਰਿਆ ਹੈ, ਜਿੰਸ ਉਹਨੇ ਤਿਆਰ ਕਰੀ ਹੈ। ਤੇ ਜਦ ਸਰਕਾਰ ਕਹਿੰਦੀ ਅਸੀਂ ਜ਼ਮੀਨ ਵਾਲੇ ਨੂੰ ਦੇਵਾਂਗੇ ਤੇ ਇਹਦਾ ਮਤਲਬ ਇਹ ਹੁੰਦਾ ਸਿੱਧਾ ਇਹ ਵੀ ਤੁਸੀਂ ਝਗੜਾ ਪਵਾ ਦਿਓ, ਕਿਉਂਕਿ ਜ਼ਮੀਨ ਵਾਲੇ ਨੇ ਤਾਂ ਠੇਕਾ ਲੈ ਲਿਆ ਪਹਿਲਾਂ ਆਪਦਾ, ਨਾਲੇ ਤਾਂ ਉਹਨੇ ਠੇਕਾ ਲੈ ਲਿਆ। 100 ਦੇ ਵਿੱਚੋਂ ਇੱਕ ਬੰਦਾ ਤਾਂ ਬੇਈਮਾਨ ਨਿਕਲ ਸਕਦਾ ਨਾ, 2 ਉਹਨਾਂ ਦਾ ਝਗੜਾ ਪਿਆ ਰਹੂ, ਅਦਾਲਤਾਂ ਜਾਣਗੇ। ਦੂਜੀ ਗੱਲ, ਪੈਸੇ ਨਾ ਵੀ ਝਗੜਾ ਪੈਣਾ ਹੋਵੇ, ਪੈਸੇ ਮੇਰੇ ਖਾਤੇ ਆ ਗਏ, ਜ਼ਮੀਨ ਤੁਸੀਂ ਵਾਹੀ ਹੋਈ ਹੈ, ਖੇਤੀ ਤੁਸੀਂ ਕਰੀ ਹੈ, ਮੈਂ ਆਪਦੇ ਖਾਤੇ 'ਚ ਤੁਹਾਨੂੰ 2-4 ਦਿਨ ਲੇਟ ਕਰੀ ਜਾਂਦਾ ਤਾਂ ਤੁਹਾਡਾ ਤਾਂ ਕੰਮ ਰੁਕ ਗਿਆ। ਤੁਸੀਂ ਮੈਨੂੰ ਠੇਕਾ ਪਹਿਲਾਂ ਦਿੱਤਾ ਹੋਇਆ, ਹੁਣ ਤੁਸੀਂ ਮੇਰੇ ਕੋਈ ਡਾਂਗ ਤਾਂ ਮਾਰਨੀ ਨਹੀਂ ਵੀ ਮੈਂ ਇਦਾਂ ਹੀ ਫਟਾਫਟ ਹੀ ਦੇ ਦੇਣੇ। ਜੇ ਮੈਂ 4 ਦਿਨ ਕਹਿੰਦਾ ਕੋਈ ਨਾ ਭਾਈ ਮੈਂ ਕਿਹੜਾ ਭੱਜ ਚੱਲਿਆ ਹੈ, ਕਿਹੜੀ ਗੱਲ ਹੈ, ਕੋਈ ਨਹੀਂ ਅੱਜ ਬੈਂਕ 'ਚ ਜਾਣ ਦਾ ਟਾਈਮ ਨਹੀਂ ਮਿਲਿਆ, 100 ਬਹਾਨੇ ਹੁੰਦੇ ਨੇ। ਸੋ ਉਹਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਤੌਰ ਤਰੀਕਾ ਸਰਕਾਰ ਦਾ, ਇਹਦੇ ਵਿੱਚ ਕੋਈ ਵੀ ਕਿਤੋਂ ਵੀ ਐ ਨਹੀਂ ਲੱਗਦਾ ਵੀ ਇਹ ਕੋਈ ਜੈਨੂਨ ਹੈ। ਜਾਂ ਤਾਂ ਹੋਵੇ ਨਾ ਵੀ ਅਸੀਂ ਕੋਈ ਚੀਜ਼ ਰੋਕਣੀ ਹੈ। ਹੁਣ ਇੱਕੋ ਵੱਡੀ ਗੱਲ ਜਿਹੜੀ ਸਰਕਾਰ ਕਹਿੰਦੀ ਹੈ, ਹਾਲਾਂਕਿ ਇਹ ਰਲੀ ਹੋਈ ਆਪ ਹੀ ਸਰਕਾਰ ਇਹ ਕਹਿੰਦੀ ਹੈ ਕਿ ਬਹੁਤ ਸਾਰੀ ਇਹੀ ਜੀ ਫਸਲ MSP 'ਚ ਆ ਕੇ ਵੇਚੀ ਜਾਂਦੀ ਹੈ ਜਿਹੜੀ ਉਸ ਸਟੇਟ ਦੀ ਨਹੀਂ ਹੁੰਦੀ। ਇੱਕ ਪਾਸੇ ਤਾਂ ਕਹਿੰਦੇ ਅਸੀਂ ਕਾਨੂੰਨ ਬਣਾ ਦੇ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਜਾ ਕੇ ਵੇਚ ਦੇ, ਦੂਜੇ ਪਾਸੇ ਕਹਿੰਦੇ ਨੇ ਵੀ ਉਸ ਸਟੇਟ 'ਚ ਨਹੀਂ ਵਿਕਣੀ ਚਾਹੀਦੀ। ਹੁਣ ਉਹ ਵੇਚਦਾ ਕੌਣ ਹੈ? ਬਿਹਾਰ ਦੇ ਵਿੱਚੋਂ 1200 ਰੁਪਏ ਕਣਕ ਖਰੀਦ ਕੇ ਜਾਂ 1100 ਰੁਪਏ ਝੋਨਾ ਖਰੀਦ ਕੇ ਜੇ ਪੰਜਾਬ 'ਚ ਆ ਰਿਹਾ, ਉੱਥੋਂ ਦਾ ਕਿਸਾਨ ਨਹੀਂ ਚੁੱਕ ਕੇ ਲਿਆ ਰਿਹਾ, ਉਹ ਕੋਈ ਵੱਡਾ ਵਪਾਰੀ ਲਿਆ ਰਿਹਾ ਜਿਹਦੇ ਕੋਲ ਵੱਡਾ ਸੰਬੰਧ ਹੈ, ਤੇ ਉਹ ਆ ਕੇ ਕਹਿੰਦਾ ਜੀ ਮੇਰੀ ਕਿਸਾਨ, ਮੇਰੇ ਤਾਂ ਜ਼ਮੀਨ ਠੇਕੇ ਚਲੀ ਹੈ, ਮੈਂ ਤਾਂ ਫਲਾਣਾ। ਤਾਂ ਇਹੋ ਜਿਹੀਆਂ ਗੱਲਾਂ ਨੇ, ਉਹਨਾਂ ਨੂੰ ਰੋਕਣ ਦੇ ਹੋਰ ਤਰੀਕੇ ਨੇ। ਹੁਣ ਇਹਨਾਂ ਨੇ ਇੱਕ ਇਹੀ ਜਿਹੀ ਗੱਲ ਕਰੀ ਹੈ ਵੀ ਕਿਸੇ ਬੰਦੇ ਦੇ ਉੱਤੇ ਬਾਰ-ਬਾਰ ਮੱਖੀ ਬਹਿੰਦੀ ਜਾਂਦੀ, ਉਹਨੇ ਚੱਕ ਕੇ ਤਲਵਾਰ ਉਹਦਾ ਗਰਦਨ ਵੜਤੀ, ਮੱਖੀ ਮਾਰਦੀ। ਇਹ ਮੱਖੀ ਮਾਰਨ ਵਾਸਤੇ ਤਲਵਾਰ ਗਰਦਨ ਤੇ ਮਾਰ ਰਹੇ ਨੇ। ਇਹ ਕੋਈ ਬਹੁਤਾ ਸਿਆਣਾ ਫੈਸਲਾ ਨਹੀਂ, ਨਾ ਇਹ ਤਕਨੀਕੀ ਤੌਰ ਤੇ ਸਿਆਣਾ ਹੈ, ਨਾ ਇਹ ਸਮਾਜਿਕ ਤੌਰ ਤੇ ਸਿਆਣਾ ਹੈ, ਨਾ ਇਹ ਆਰਥਿਕ ਤੌਰ ਤੇ ਸਿਆਣਾ ਹੈ, ਨਾ ਪ੍ਰਸ਼ਾਸਨਿਕ ਤੌਰ ਤੇ ਸਿਆਣਾ ਹੈ। ਸੋ ਇਹ ਫੈਸਲਾ ਜਿਹੜਾ ਕਿਉਂ ਲਿਆ ਗਿਆ? ਫਿਰ ਜੇ ਇੰਨਾ ਫੈਸਲਾ ਗਲਤ ਹੈ ਤਾਂ ਲਿਆ ਕਿਉਂ ਗਿਆ? ਲਿਆ ਇਸ ਕਰਕੇ ਗਿਆ ਹੈ ਵੀ ਪੰਜਾਬ ਦੇ ਕਿਸਾਨ ਨੂੰ ਅੱਜ ਸਰਕਾਰ ਇਹੀ ਸਮਝਦੀ ਹੈ ਵੀ ਜਿਹੜਾ ਕਿਸਾਨੀ ਅੰਦੋਲਨ ਹੈ ਨਾ, ਇਹ ਪੰਜਾਬ ਦੇ ਕਿਸਾਨ ਨੇ ਜ਼ਿਆਦਾ ਕਰਾਇਆ ਹੋਇਆ ਹੈ, ਇਹੀ ਇਹਦੀ ਜੜ ਹੈ। ਤੇ ਪੰਜਾਬ ਦੇ ਕਿਸਾਨ ਨੂੰ ਤੰਗ ਕਰਨ ਵਾਸਤੇ, ਉਹਨੂੰ ਹਰ ਹੀਲੇ, ਉਹਦੀਆਂ ਹੀਲਾਂ ਕਰਾਉਣ ਵਾਸਤੇ, ਯਾਨੀ ਕਿ ਉਹਨੂੰ ਐਨ ਪੂਰਾ ਥਕਾਉਣ ਵਾਸਤੇ, ਉਹਨੂੰ ਦੁਖੀ ਕਰਨ ਵਾਸਤੇ ਸਰਕਾਰ ਕਦੇ ਕੋਈ ਫੈਸਲਾ ਲੈ ਕੇ ਆਉਂਦੀ ਹੈ, ਕਦੇ ਕੋਈ ਫੈਸਲਾ ਲੈ ਕੇ ਆਉਂਦੀ ਹੈ, ਕਦੇ ਕੋਈ ਦੂਸ਼ਣ ਲਾ ਦਿੰਦੀ ਹੈ। ਆਹ ਫੈਸਲਾ ਵੀ ਉਹਦੇ ਨਾਲ ਜੁੜਿਆ ਹੋਇਆ। ਦੂਜਾ ਦੇ 'ਚ ਇੱਕ ਹੋਰ ਨੁਕਸਾਨ ਹੋਏਗਾ। ਉਹ ਨੁਕਸਾਨ ਇਹ ਹੈ ਵੀ ਜਿਹੜਾ ਆੜ੍ਹਤੀਏ ਤੋਂ ਕਿਸਾਨ ਨੇ ਕਰਜ਼ਾ ਲਿਆ ਹੁੰਦਾ ਹੈ, ਇਹ ਜਿਹੜੀ ਇੱਕ ਸੰਸਥਾ ਹੈ ਆਪਸ ਵਿੱਚ, ਉਹ ਮੈਂ ਨਹੀਂ ਕਹਿੰਦਾ ਵੀ ਉਹ ਕਰਜ਼ਾ ਬੜਾ ਸਸਤਾ ਦਿੰਦੇ ਨੇ ਜਾਂ ਉਹਦੇ 'ਚ ਕੋਈ ਠੱਗੀ ਨਹੀਂ ਹੁੰਦੀ ਜਾਂ ਉਹਦੇ 'ਚ ਕੋਈ ਝਗੜੇ ਨਹੀਂ ਹੁੰਦੇ, ਉਹ ਬੜਾ ਕੁਝ ਹੁੰਦਾ ਹੈ। ਪਰ ਉਹ ਜਿਹੜਾ ਕਰਜ਼ਾ ਲਿਆ ਹੁੰਦਾ ਉਹ ਇੱਕ ਇਸ ਵਿਸ਼ਵਾਸ ਤੇ ਹੁੰਦਾ ਹੈ ਕਿ ਇਹਦੀ ਫਸਲ ਮੇਰੇ ਕੋਲ ਆਉਣੀ ਹੈ, ਉਦੋਂ ਇਹਨੇ ਪੈਸੇ ਕਟਾ ਦੇਣੇ ਨੇ। ਹੁਣ ਜੇ ਪੈਸੇ ਮੇਰੇ ਕੋਲ ਆ ਗਏ ਤੇ ਕਰਜ਼ਾ ਮੈਂ ਤੁਹਾਤੋਂ ਲਿਆ ਹੋਇਆ ਹੈ ਤੇ ਮੈਂ ਆਪਦੇ ਪੈਸੇ ਲੈ ਗਿਆ, ਤੁਸੀਂ ਕਹਿੰਦੇ ਭਾਈ ਕਰਜ਼ਾ ਵਾਪਸ ਕਰ, ਮੈਂ ਕਹੂੰ ਜੀ ਅਗਲੀ ਫਸਲ ਤੇ ਦੇਊਂਗਾ, ਮੇਰੇ ਕੋਲ ਤਾਂ ਚੱਲ ਗਏ, ਮੈਨੂੰ ਤਾਂ ਲੋੜ ਸੀ। ਤਾਂ ਇਹ ਜਿਹੜਾ ਉਹਨਾਂ ਦਾ, ਅੱਛਾ ਫਿਰ ਐਤਕੀ ਤਾਂ ਮੈਂ ਨਹੀਂ ਮੋੜਾਂਗਾ, ਸਾਡੇ ਕੋਲ ਵੀ ਕੋਈ ਇਹ ਤਾਂ ਹੈ ਨਹੀਂ ਵੀ ਟਕਸਾਲ ਲੱਗੀ ਹੈ। ਫਿਰ ਜਿਹੜਾ ਵਪਾਰੀ ਹੈ ਉਹ ਕਹੇਗਾ ਚੰਗਾ ਭਾਈ ਮੈਂ ਤੈਨੂੰ ਕਰਜ਼ਾ ਦਿੰਦਾ ਹੀ ਨਹੀਂ, ਹੋਰ ਜਿਹੜੇ ਫਸ ਗਏ। ਉਹਨੂੰ ਰੋਜ਼ ਕਰਜ਼ਾ ਚਾਹੀਦਾ ਕਿਉਂਕਿ ਉਹਨੇ ਕਦੇ ਬੱਚੇ ਦੀ ਫੀਸ ਦੇਣੀ ਹੈ, ਕਦੇ ਹਸਪਤਾਲ 'ਚ ਇਲਾਜ ਕਰਾਉਣਾ ਹੈ, ਕਦੇ ਕੋਈ ਸਮਾਨ ਖਰੀਦਣਾ ਹੈ, ਉਹਨੂੰ ਰੋਜ਼ ਨਕਦੀ ਚਾਹੀਦੀ ਹੈ। ਔਰ ਕਿਸਾਨ ਕੋਲ ਰੋਜ਼ ਨਕਦੀ ਆਉਂਦੀ ਨਹੀਂ, ਕਿਸਾਨ ਕੋਲ ਰੋਜ਼ ਨਕਦੀ ਸਿਰਫ ਆੜ੍ਹਤੀ ਤੋਂ ਹੀ ਆਉਂਦੀ ਹੈ, ਹੋਰ ਕਿਤੋਂ ਆਈ ਨਹੀਂ ਸਕਦੀ। ਜੀ ਡਾਕਟਰ ਸਾਹਿਬ, ਆਪਣੇ ਕਾਲਰ ਵੀ ਆਪਣੇ ਨਾਲ ਜੁੜ ਰਹੇ ਨੇ, ਆਪਾਂ ਇਹਨਾਂ ਦੇ ਵੀ ਨਾਲ ਸਵਾਲ ਲੈਣੇ ਆ। ਆਪਣੇ ਕਾਲਰ ਦੀ ਕਾਲ ਆ ਰਹੀ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਬੇਟਾ ਜੀ ਸਰ। ਮੈਂ ਤਾਂ ਨਾ ਇਹ ਗਰਗ ਸਾਹਿਬ ਨੂੰ ਵੀ ਬੇਨਤੀ ਉਹੀ ਕਰਨੀ ਸੀ। ਹਾਂਜੀ ਵੀ ਇਹ ਤਾਂ ਜਿੰਨੇ ਦੇਖੋ ਸਿਆਸੀ ਬੰਦਿਆਂ ਨੇ ਕੁਝ ਨਹੀਂ ਕਰਨਾ, ਸਿਆਸੀ ਬੰਦਿਆਂ ਨੇ 17 ਸਾਲਾਂ 'ਚ ਪੰਜਾਬ ਨੂੰ ਬਰਬਾਦ ਕੀਤਾ। ਇਹ ਤਾਂ ਹੁਣ ਜਿਵੇਂ ਗਰਗ ਸਾਹਿਬ ਵਰਗੇ ਬੰਦੇ ਨਾ, ਸਿਆਣੇ ਵਪਾਰ ਮੰਡਲ ਵਾਲੇ ਤੇ ਹੋਰ ਜਿੰਨੇ ਰਿਟਾਇਰ ਬੰਦੇ ਨੇ, ਸਾਰੇ ਬੰਦਿਆਂ ਨੂੰ ਇਕੱਠੇ ਹੋ ਕੇ ਇਹ ਤਾਂ ਮੂਹਰੇ ਲੱਗਣਾ ਪੈਣਾ, ਤਾਂ ਜਾ ਕੇ ਗੱਲ ਬਣਨੀ। ਹੁਣ ਜਿੱਦਾਂ ਹੁਣ ਇਹ ਆੜ੍ਹਤੀਏ ਤੇ ਕਿਸਾਨ ਦੇ ਵਿੱਚ ਪੇਮੈਂਟ ਦਾ ਚੱਕਰ ਚੱਲਦਾ, ਇਹਦੇ ਨਾਲ ਜਿਹੜਾ ਉਹਨਾਂ ਨੇ ਇਹ ਕਰ ਰਿਹਾ ਵੀ ਡਾਇਰੈਕਟ ਡਿਪਾਜ਼ਿਟ ਹੋਊਗੀ ਜਿਹਦੇ ਨਾਂ ਤੇ ਜ਼ਮੀਨ ਆ। ਮੈਂ ਕਿਉਂਕਿ ਮੈਂ ਵੀ NIR ਆ, ਮੇਰੀ ਵੀ ਜ਼ਮੀਨ ਆ ਇੰਡੀਆ ਦੇ ਵਿੱਚ। ਮੇਰਾ ਕੁਐਸਚਨ ਇਹ ਹੈ ਕਿ ਕਿਤੇ ਇਹ ਤਾਂ ਨਹੀਂ ਹੋ ਜਾਊਗਾ ਵੀ 2-3 ਸਾਲ ਇਹ ਚੀਜ਼ ਕਰਕੇ ਪੇਮੈਂਟ ਦਾ ਵੀ ਡਾਇਰੈਕਟ ਸਾਡੇ ਅਕਾਊਂਟਾਂ ਦੇ ਵਿੱਚ ਡਿਪਾਜ਼ਿਟ ਹੋਊਗੀ ਤੇ ਬਾਅਦ 'ਚ 2 ਸਾਲ ਬਾਅਦ ਇੱਕ ਇਹ ਕਾਨੂੰਨ ਲਾਇਆ ਹੁਣ ਵੀ ਜਿਹੜਾ ਬੈਕ ਆ ਬੰਦਾ ਜਿਹੜਾ ਖੇਤੀ ਕਰਦਾ ਤੇ ਉਹਦੇ 'ਚ ਫਿਰ ਸਾਡਾ ਵੀ ਕੰਮ ਹੋ ਜਾਵੇ ਬਾਹਰ ਲੈਣਾ, ਕਿਉਂਕਿ ਅਸੀਂ ਤਾਂ ਜ਼ਮੀਨ ਉੱਥੇ ਜਾ ਕੇ ਵਾਹੁੰਦੇ ਨਹੀਂ। ਇਹ ਵੀ ਕਾਨੂੰਨ ਪਹਿਲਾਂ ਜਦੋਂ ਮਜਾਰਾ ਐਕਟ ਬਣਿਆ ਸੀ, ਡਾਕਟਰ ਸਾਹਿਬ ਨੂੰ ਜ਼ਿਆਦਾ ਪਤਾ, ਪੋਲੀਟੀਕਲੀ ਵੀ ਇਨਵੋਲਵ ਰਹੇ ਆ, ਉਹ ਮਜਾਰਾ ਐਕਟ ਵੀ ਇਹੀ ਸੀਗਾ। ਜਦੋਂ ਉਦੋਂ
ਉਦੋਂ ਦੇ ਕਾਮਰੇਡਾਂ ਨੇ ਰੌਲਾ ਪਾਇਆ ਸੀ ਵੀ ਭਾਈ ਉਹਨਾਂ ਨੇ ਤਾਂ ਅਗੇਂਸਟ ਹੀ ਪਾਇਆ ਸੀ ਵੀ ਜਿਹੜੇ ਬੰਦੇ ਪਾਉਂਦੇ ਆ ਉਹਨਾਂ ਨੂੰ ਜ਼ਮੀਨ ਦਿੱਤੀ ਜਾਵੇ, ਤੇ ਹੁਣ NIR ਬੰਦਿਆਂ ਦੀ ਉੱਥੇ ਜ਼ਿਆਦਾ ਜ਼ਮੀਨ ਇਹਨਾਂ ਲੋਕਾਂ ਦੀ ਹੈ, ਕਿਉਂਕਿ ਬਾਕੀ ਤਾਂ ਤੁਸੀਂ ਇੱਥੇ ਸਰਵੇ ਕਰ ਲਓ, ਕੋਈ 2 ਏਕੜ ਵਾਲਾ ਸੁਸਾਈਡ ਕਰੀ ਜਾਂਦਾ, ਕੋਈ 2.5 ਏਕੜ ਵਾਲਾ, ਤੇ NIR ਤਾਂ ਉਂਗਲਾਂ ਤੇ ਗਿਣਨ ਵਾਲੇ ਜਿਨ੍ਹਾਂ ਦੀ 50 ਏਕੜ 10 ਏਕੜ 20 ਏਕੜ ਜ਼ਮੀਨ 25-30 ਸਾਲ ਦੀ ਪਈ ਹੈ। ਤੇ ਮੇਰਾ ਸਵਾਲ ਇਹ ਹੈ ਵੀ ਕਿਤੇ ਇਹ ਕਾਨੂੰਨ ਤਾਂ ਨਹੀਂ 2 ਸਾਲ ਦੇ ਵਿੱਚ ਦੂਰੀ ਸੱਟ ਮਾਰਨਗੇ ਸਾਡੇ ਤੇ, ਜਿਹੜੀ ਉਹ ਕਹਿੰਦੇ ਹੁੰਦੇ ਆ ਵੀ ਅਸਲੀ ਸਿਆਸੀ ਚਾਲ ਆ ਜਿਹੜੀ। ਸੋ ਇਹਦੇ ਬਾਰੇ ਥੋੜਾ ਜਿਹਾ ਵਿਸਤਾਰ ਨਾਲ ਦੱਸਣ ਜੀ। ਥੈਂਕ ਯੂ ਜੀ ਬਿਲਕੁਲ ਜੀ, ਥੈਂਕ ਯੂ ਜੀ। ਗਰਗ ਸਾਹਿਬ, ਇਹ ਵਾਕਈ ਇੱਕ ਵੈਲਿਡ ਸਵਾਲ ਹੈ ਵੀ NRIs ਦਾ ਜ਼ਮੀਨਾਂ ਦਾ ਰੌਲਾ ਹਮੇਸ਼ਾ ਰਹਿੰਦਾ ਹੀ ਹੈ। ਹੁਣ ਜੋ ਇੱਥੇ ਬੈਠੇ ਨੇ ਤੇ ਜਿਹੜੀ ਉੱਥੇ ਵਾਹੀ ਜਿਹੜੀ ਹੈ ਉਹ ਨਹੀਂ ਹੋ ਰਹੀ, ਹੁਣ ਜਿਹੜਾ ਇਹ ਫੈਸਲਾ ਕੀਤਾ ਜਾ ਰਿਹਾ ਸਿੱਧੀ ਅਦਾਇਗੀ ਦਾ, ਤੇ NRIs ਦੇ ਉੱਤੇ ਇਹ ਕਿਵੇਂ ਇਫੈਕਟ ਪਾਏਗਾ? ਦੇਖੋ ਗੱਲ ਇਹ ਹੈ ਸ਼ਰੀ ਜੀ ਵੀ ਜਿਹੜਾ ਨਾ ਪਹਿਲਾਂ ਜਿਵੇਂ ਉਹਨਾਂ ਨੇ ਕਿਹਾ ਮੁਜ਼ਾਹਰਾ ਜਿਹੜਾ ਘੋਲ ਹੋਇਆ ਸੀ, ਉਹ ਜਿਹੜਾ ਮੁਜ਼ਾਹਰਿਆਂ ਦਾ ਕੋਲ ਬਹੁਤ ਲੰਬਾ ਚੱਲਿਆ ਸੀ, ਉਹ ਕੋਲ ਹੋਰ ਚੀਜ਼ ਸੀ। ਉਹ ਸੀਗਾ ਵੀ ਸੈਂਕੜੇ ਏਕੜਾਂ ਜ਼ਮੀਨ ਜਿਹੜੀ ਸੀ ਉਹ ਵੱਡੇ ਸਰਦਾਰਾਂ ਕੋਲ ਸੀ, ਕੁੱਲਕ ਕਹਿੰਦੇ ਸੀ ਉਹਨਾਂ ਨੂੰ। ਹਾਂਜੀ। ਤੇ ਉਹਨਾਂ ਤੋਂ ਜਿਹੜੇ ਮੁਜ਼ਾਹਰੇ ਸੀ ਉਹਨਾਂ ਨੂੰ 5/52 ਯਾਨੀ ਕਿ 40% ਜਿਹੜਾ ਖੇਤੀ ਕਰਨ ਵਾਲਾ ਉਹਨੂੰ ਹਿੱਸਾ ਮਿਲੇਗਾ ਜਿੰਸ ਦਾ, 60% ਜਾਏਗਾ ਜ਼ਮੀਨ ਮਾਲਕ ਕੋਲੇ। ਫਿਰ ਉਹਨਾਂ ਨੇ ਪਹਿਲਾਂ ਕਿਹਾ 5/52 ਦੀ ਬਜਾਏ ਅੱਧੋ ਅੱਧ ਵੱਟ ਤੇ, ਇਹ ਇੱਕ ਨਾਰਾ ਦਿੱਤਾ ਗਿਆ ਸੀ। ਸੋ ਉਹ ਜਿਹੜੀ ਉਹ ਸਟਰਗਲ ਸੀ ਉਹ ਇਸ ਨਾਲ ਨਹੀਂ ਜੁੜਦੀ ਵੀ ਅੱਜ ਜਿਹਦੇ ਕੋਲ 10 ਏਕੜ 20 ਏਕੜ 25 ਏਕੜ ਉਹ ਬਾਹਰ ਐਬਸੈਂਟੀ ਲੈਂਡਲੌਰਡ ਹੈ ਵੀ ਉਹਦੀ ਜ਼ਮੀਨ ਐ ਖੋਹੀ ਜਾਊਗੀ, ਇਹਦੇ ਨਾਲ ਤਾਂ ਨਹੀਂ ਜੁੜਦਾ। ਪਰ ਸਰਕਾਰਾਂ ਦੀ ਬੇਈਮਾਨੀ ਹੋਣ ਕਰਕੇ, ਸਰਕਾਰਾਂ ਦੀਆਂ ਨੀਤੀਆਂ ਮਾੜੀਆਂ ਹੋਣ ਕਰਕੇ, ਇਸ ਕਰਕੇ ਇਹਨਾਂ ਦੇ ਖਦਸ਼ਾ ਤਾਂ ਜਾਇਜ਼ ਆ ਵੀ ਕਦੇ ਕੱਲ ਨੂੰ ਕਿਤੇ ਇਹੀ ਨਾ ਕਹਿ ਦੇਣ ਵੀ ਆਹ ਦੇਖੋ ਆ ਤਾਂ ਐਬਸੈਂਟੀ ਲੈਂਡਲੌਰਡ ਨੇ, ਇਹਨਾਂ ਦੀ ਤਾਂ ਜ਼ਮੀਨ ਦਾ ਕੋਈ ਮਾਲਕੀ ਦਾ ਹੱਕ ਹੀ ਨਹੀਂ ਹੈ, ਕਹਿੰਦੇ ਨੇ ਇਹ ਤਾਂ NRI ਹੋ ਗਏ ਜੀ, ਇਹ ਤਾਂ ਬਾਹਰ ਰਹਿਣ ਲੱਗੇ। ਸੋ ਬਲਕਿ ਅੱਜ ਜਿਹੜੇ NRI ਨੇ ਉਹਨਾਂ ਨੂੰ ਕਿਸਾਨਾਂ ਦੇ ਨਾਲ ਤੇ ਆੜ੍ਹਤੀਆਂ ਦੇ ਨਾਲ ਰਲਣ ਦੀ ਲੋੜ ਹੈ, ਤਾਂ ਹੀ ਇਹ ਜ਼ਮੀਨ ਬਚੂਗੀ। ਔਰ ਜ਼ਮੀਨ ਚਾਹੇ ਕੋਈ NRI ਹੈ ਚਾਹੇ ਉਰੇ ਬੈਠਾ ਹੈ, ਜਿਹੜਾ ਕਿਸਾਨੀ ਕਰਦਾ ਹੈ ਉਹਦੀ ਜ਼ਮੀਨ ਤੋਂ ਹੀ ਰੋਜੀ ਰੋਟੀ ਚੱਲਣੀ ਹੈ ਸਾਰੀਆਂ ਪੁਸ਼ਤਾਂ ਦੀ। ਕਿਸੇ ਕੋਲ 4 ਪੈਸੇ ਕੋਈ ਨੌਕਰੀ ਕਰਨ ਵਾਲੇ ਉਰੇ ਵੀ ਐਸੇ ਹੈਗੇ ਨੇ ਜਿਹੜੇ ਨੌਕਰੀ ਕਰਦੇ ਨੇ ਆਪ, ਤੇ ਖੇਤੀ ਜ਼ਮੀਨ ਥੋੜੀ ਘਣੀ ਹੈਗੀ ਆ, ਉਹਨਾਂ ਨੇ ਠੇਕੇ ਤੇ ਦਿੱਤੀ ਹੋਈ ਹੈ। ਕਈ ਬੰਦੇ ਬਜ਼ੁਰਗ ਨੇ, ਉਹਨਾਂ ਕੋਲ ਆਮਦਨ ਦਾ ਤਾਂ ਕੋਈ ਸੋਰਸ ਹੈ ਨਹੀਂ, ਖੇਤੀ ਉਹ ਆਪ ਨਹੀਂ ਕਰ ਸਕਦੇ, ਉਹਨਾਂ ਨੇ ਵੀ ਠੇਕੇ ਤੇ ਦਿੱਤੀ ਹੋਈ ਹੈ। ਸੋ ਇਸ ਕਰਕੇ ਜਿਹੜੀ ਸਰਕਾਰ ਨੇ, ਸਾਡਾ ਇੱਕ ਭਾਈਚਾਰਕ ਤੰਤਰ ਹੈ, ਉਹ ਭਾਈਚਾਰਕ ਤੰਤਰ ਨੂੰ ਸਰਕਾਰ ਦਖਲਅੰਦਾਜ਼ੀ ਕਰਕੇ ਤੋੜਨਾ ਚਾਹੁੰਦੀ ਹੈ। ਅਸਲ ਚ ਆਪਾਂ ਇਹ ਮੰਨ ਕੇ ਚੱਲਣਾ ਚਾਹੀਦਾ ਹੈ। ਉਹਦੇ ਵਿੱਚ ਉਹ ਆੜ੍ਹਤੀਆਂ ਦਾ ਤੇ ਕਿਸਾਨਾਂ ਦਾ ਝਗੜਾ ਕਰਾਉਣਾ ਚਾਹੁੰਦੀ ਹੈ, ਉਹਦੇ ਵਿੱਚ ਉਹ ਪੇਂਡੂ ਤੇ ਸ਼ਹਿਰੀ ਦਾ ਝਗੜਾ ਕਰਾਉਣਾ ਚਾਹੁੰਦੀ ਹੈ, ਉਹਦੇ ਵਿੱਚ ਉਹ ਖੇਤ ਮਜ਼ਦੂਰ ਤੇ ਕਿਸਾਨ ਦਾ ਝਗੜਾ ਕਰਾਉਣਾ ਚਾਹੁੰਦੀ ਹੈ, ਉਹਦੇ ਜਿਹੜੇ NRI ਨੇ ਐਬਸੈਂਟੀ ਲੈਂਡਲੌਰਡ ਜਿਹਨੂੰ ਅਸੀਂ ਕਹਿੰਦੇ ਆ, ਜਿਹੜਾ ਆਪ ਖੇਤੀ ਨਹੀਂ ਕਰਦਾ, ਉਹਨਾਂ ਦਾ ਤੇ ਕਿਸਾਨਾਂ ਦਾ ਝਗੜਾ ਕਰਾਉਣਾ ਚਾਹੁੰਦੀ ਹੈ। ਸੋ ਸਰਕਾਰ ਦੀ ਮਨਸ਼ਾ ਬਿਲਕੁਲ ਇਹਨਾਂ ਨੇ ਸਹੀ ਕਿਹਾ ਮਾੜੀ ਹੈ, ਪਰ ਉਹ ਮਾੜੀ ਮਨਸ਼ਾ ਨੂੰ ਅਸੀਂ ਜਾਂ ਜਿਵੇਂ FCI ਵਾਲਾ ਅੱਜ ਤੁਸੀਂ ਸੁਣਿਆ ਹੋਊਗਾ 21,658 ਕਰੋੜ ਦੀ CCL ਜਾਰੀ ਕਰਤੀ ਹੈ RBI ਨੇ ਪੰਜਾਬ ਨੂੰ, ਕਿਉਂਕਿ ਉਹ ਪੈਸਾ ਆਏਗਾ ਤਾਂ ਹੀ ਖਰੀਦੀ ਜਾਣੀ ਹੈ ਨਾ। ਤੇ ਸਰਕਾਰ ਅਜੇ ਉਹ ਸਿੱਧਾ ਨਾ ਸਿੱਧੇ ਦੇ ਉੱਤੇ ਅੜੀ ਹੋਈ ਹੈ, ਪਰ ਪੈਸਾ ਤਾਂ ਆ ਹੀ ਗਿਆ ਨਾ ਖਰੀਦਣ ਵਾਸਤੇ ਪੰਜਾਬ ਸਰਕਾਰ ਨੂੰ। ਸੋ ਪੰਜਾਬ ਸਰਕਾਰ ਖਰੀਦ ਸਕਦੀ ਹੈ, ਔਰ ਪੰਜਾਬ ਸਰਕਾਰ ਨੇ ਆਪਦੇ ਮੰਡੀਕਰਨ ਬੋਰਡ ਨੂੰ, ਹੋਰਾਂ ਏਜੰਸੀਆਂ ਨੂੰ ਕਹਿ ਦਿੱਤਾ ਵੀ FCI ਖਰੀਦੇ ਨਾ ਖਰੀਦੇ, ਤੁਸੀਂ ਇਹਨਾਂ ਨੂੰ ਪੇਮੈਂਟ ਇਸ ਤਰ੍ਹਾਂ ਅਸੀਂ ਕਰਨੀ ਹੈ। ਸੋ ਉਹਦੇ ਵਿੱਚ ਕੀ ਹੈ ਵੀ ਇੱਕ ਦਿਨ ਦੇ ਸਟਰਗਲ ਨੇ, 108 ਜਗ੍ਹਾ ਦੇ ਉੱਤੇ ਜੇ ਸਟਰਗਲ ਹੋਇਆ FCI ਦੇ ਘਰਾਓ ਹੋਏ ਨੇ, ਇੱਕ ਦਿਨ ਦੇ ਸਟਰਗਲ ਨੇ ਸਰਕਾਰ ਨੂੰ ਮੋੜਾ ਕੱਟਣ ਵਾਸਤੇ ਮਜਬੂਰ ਕਰਿਆ। ਉਹ ਜਿੰਨਾ ਵੀ ਦੁਨੀਆ ਦੇ ਵਿੱਚ, ਜਿਵੇਂ ਕਹਿੰਦੇ ਮਾਂ ਵੀ ਰੋਜ਼ ਤੋਂ ਬਿਨਾਂ ਦੁੱਧ ਨਹੀਂ ਦਿੰਦੀ, ਜਿੰਨਾ ਵੀ ਦੁਨੀਆ ਦੇ ਵਿੱਚ ਅੱਜ ਬੈਠਾ ਹੈ, ਇਹਨਾਂ ਨੇ ਇਦੋਂ ਪਹਿਲੇ ਕਾਲਰ ਨੇ ਕਿਹਾ ਸੀ ਇੱਕ, ਮੈਨੂੰ ਥੋੜਾ ਜਿਹਾ ਉਹ ਲੱਗਦਾ ਹੈ ਵੀ ਆਪਾਂ ਚੰਗੇ ਬੰਦੇ ਅੱਗੇ ਆ ਜਾਣ। ਅੱਜ ਚੰਗੇ ਬੰਦੇ ਅੱਗੇ ਆਉਣ ਦਾ ਕੋਈ ਸਵਾਲ ਵੱਡਾ ਹੈ ਹੀ ਨਹੀਂ। ਦਿੱਲੀ ਦੇ ਵਿੱਚ 62 ਬੰਦੇ ਨੇ। ਡਾਕਟਰ ਸਾਹਿਬ ਸਾਡੇ ਜਿਹੜੇ ਪਹਿਲੇ ਕਾਲਰ ਸੀ ਉਹਨਾਂ ਨੇ ਇਹੀ ਗੱਲ ਕਹੀ ਸੀ, ਔਰ ਉਹ ਪ੍ਰੋਫੈਸਰ ਮਨਜੀਤ ਜੀ ਵੀ ਸਾਡੇ ਨਾਲ ਜੁੜਦੇ ਹੁੰਦੇ ਸੀ, ਔਰ ਉਹ ਹਮੇਸ਼ਾ ਇਹੀ ਗੱਲ ਕਹਿ ਰਹੇ ਸੀ ਵੀ ਜਿਹੜੇ ਬੁੱਧੀਜੀਵੀ ਨੇ ਉਹ ਇਕੱਠੇ ਹੋਵੋ ਤੇ ਉਹ ਅੱਗੇ ਹੋ ਕੇ ਵੀ ਕੋਈ ਹਮਲਾ ਇਸ ਤਰੀਕੇ ਦਾ ਮਾਰੋ ਵੀ ਕੋਈ ਯੂਨਿਟੀ ਦੇ ਨਾਲ ਕੁਝ ਕੀਤਾ ਜਾ ਸਕੇ। ਹਾਂਜੀ, ਉਹਦੇ ਚ ਮੈਂ ਉਹੀ ਗੱਲ ਕਹਿਣਾ ਵੀ ਦਿੱਲੀ ਦੇ ਵਿੱਚ 62 ਸੀਟਾਂ ਨੇ ਆਪ ਕੋਲੇ, ਤੇ ਕਾਨੂੰਨ ਲਿਆ ਕੇ ਸਾਰੀਆਂ ਤਾਕਤਾਂ ਦਿੱਤੀਆਂ ਲੈਫਟੀਨੈਂਟ ਗਵਰਨਰ ਨੂੰ, ਤੁਹਾਡੇ ਸਾਹਮਣੇ ਹੀ ਹੈ। ਔਰ ਕਾਨੂੰਨ ਵੀ ਨਹੀਂ ਲੈਂਦਾ, ਉਦਾਂ ਹੀ ਗਿੱਦੜ ਪਰਚੀ ਲੈਂਦੀ ਹੈ। ਜੰਮੂ ਕਸ਼ਮੀਰ ਸਾਡੇ ਸਾਹਮਣੇ ਸਟੇਟ ਸੀ ਪੂਰੀ, ਉਹ ਸਟੇਟ ਨੂੰ ਤੋੜਤਾ ਚੱਕ ਕੇ। ਹੁਣ ਜਿਹੜੇ ਆਪਾਂ ਇਹ ਸੋਚਦੇ ਨਾ ਵੀ ਜੇ ਬੰਦੇ ਅਸੈਂਬਲੀ ਚੰਗੇ ਆ ਜਾਣਗੇ ਉਹਦੇ ਨਾਲ ਸ਼ਾਇਦ ਅਸੀਂ ਕਰ ਸਕਦੇ ਹਾਂ। ਜਿਹੜਾ ਕੇਂਦਰ ਨੇ ਆਪਦਾ ਆਗਨ ਰਸਤ ਚਲਾਇਆ ਹੋਇਆ ਹੈ ਨਾ, ਜਿਹੜੀ ਮੌਜੂਦਾ ਸਰਕਾਰ ਨੇ, ਵੀ ਸਾਰਿਆਂ ਨੂੰ ਅਸੀਂ ਤੋੜ ਕੇ ਅਸੀਂ ਆਪਦਾ ਤਾਣਾ ਬਾਣਾ ਬਣਾ ਕੇ ਰੱਖਣਾ ਹੈ, ਉਹਦੇ ਅਗੇਂਸਟ ਇੱਕ ਮੂਵਮੈਂਟ ਦੀ ਲੋੜ ਹੈ, ਜਿਵੇਂ ਆਜ਼ਾਦੀ ਦੀ ਲੜਾਈ ਦੀ ਮੂਵਮੈਂਟ ਸੀ। ਔਰ ਕਿਸਾਨੀ ਜਿਹੜੀ ਲਹਿਰ ਹੈ ਇਹ ਕੱਲੀ 3 ਬਿੱਲਾਂ ਦੀ ਨਹੀਂ ਹੈ, ਹੁਣ ਤਾਂ ਕਿਸਾਨ ਵੀ ਕਹਿਣ ਲੱਗ ਗਏ, ਇਹ ਜਿਹੜੀ ਹੈਗੀ ਆ ਇੱਕ ਬਦਲਾਅ ਦੀ ਲਹਿਰ ਹੈ।
ਉਸ ਬਦਲਾਅ ਚੋਂ ਇੱਕ ਨਵੀਂ ਲੀਡਰਸ਼ਿਪ ਆਏਗੀ। ਅੱਜ ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਜੇ ਆਪਾਂ ਦੇਖੀਏ ਮੁੱਖ ਤੌਰ ਤੇ ਵਿਅਕਤੀਗਤ ਜੇ ਵੀ ਚੰਗੇ ਹੁੰਦੇ ਨੇ, ਸੰਸਥਾਗਤ ਤੌਰ ਤੇ ਪਾਰਟੀਆਂ ਦੀ ਲੀਡਰਸ਼ਿਪ ਹੈ ਜਿਹੜੀ ਉਹ ਵਪਾਰੀ ਬਣ ਗਈ ਹੈ। ਉਹ ਆਪਦੇ ਹਿੱਤਾਂ ਨੂੰ ਦੇਖਦੀ ਹੈ, ਆਪਦੇ ਪਰਿਵਾਰ ਨੂੰ ਦੇਖਦੀ ਹੈ ਤੇ ਆਪਦਾ ਪੈਸਾ ਵਧਾ ਰਹੀ ਹੈ। ਕਿ ਜਿਹੜੀ ਮਰਜ਼ੀ ਪਾਰਟੀ ਲੈ ਲਓ, ਤੁਸੀਂ ਖੇਤਰੀ ਪਾਰਟੀਆਂ ਲੈ ਲਓ, ਤੁਸੀਂ ਨੈਸ਼ਨਲ ਪਾਰਟੀਆਂ ਲੈ ਲਓ, ਫਿਰ ਉਹਨਾਂ ਦਾ ਕੋਈ ਅਸੂਲ ਨਹੀਂ, ਜਿਹ ਚ ਮਰਜ਼ੀ ਚੜੱਪਾ ਮਾਰ ਕੇ ਦੂਜੇ ਪਾਸੇ ਜਾਣ ਨੂੰ ਤਿਆਰ ਨੇ। ਫਿਰ ਜਿਹੜੀਆਂ ਪਾਰਟੀਆਂ ਦੀ ਲੀਡਰਸ਼ਿਪ ਹੈ, ਖਾਸ ਕਰਕੇ ਕਾਂਗਰਸ ਤੇ ਇਹਨਾਂ ਦੀ ਬੀਜੇਪੀ ਵਾਲਿਆਂ ਦੀ, ਇਹ ਐਮਐਲਏ ਖਰੀਦਣ ਨੂੰ ਤਿਆਰ ਰਹਿੰਦੇ ਨੇ। ਸੋ ਜਰਗਮਾਲ ਬਣਾ ਲੈਂਦੇ ਨੇ। ਆਪਾਂ ਨੇ ਰਾਜਸਥਾਨ ਚ ਦੇਖਿਆ, ਆਪਾਂ ਨੇ ਕਰਨਾਟਕ ਚ ਦੇਖਿਆ, ਮੱਧ ਪ੍ਰਦੇਸ਼ ਚ ਦੇਖਿਆ, ਕਿੱਥੇ ਕਿੱਥੇ ਨਹੀਂ ਦੇਖਿਆ ਜਿੱਥੇ ਇਹਨਾਂ ਨੇ ਜਰਗਮਾਲ ਨਹੀਂ ਬਣਾਇਆ। ਸੋ ਜੇ ਚੁਣੇ ਹੋਏ ਨੁਮਾਇੰਦਿਆਂ ਨੂੰ ਜਰਗਮਾਲ ਬਣਾਇਆ ਜਾ ਸਕਦਾ ਹੈ, ਜੇ ਚੁਣੇ ਹੋਏ ਨੁਮਾਇੰਦੇ ਵਿਕਣ ਨੂੰ ਤਿਆਰ ਨੇ, ਫਿਰ ਆਪਾਂ ਕਿਹਦੀ ਖੈਰ ਮਨਾਵਾਂਗੇ। ਸੋ ਹੁਣ ਉਹ ਇੱਕ ਬਦਲਾਅ ਦੀ ਲੋੜ ਹੈ। ਉਹ ਬਦਲਾਅ ਕਿਸਾਨੀ ਜਿਹੜਾ ਮੂਵਮੈਂਟ ਹੈ, ਜਿਵੇਂ ਆ ਦੂਜੇ ਆਪਣੇ ਕਾਡਰ ਨੇ ਕਿਹਾ, ਜਿਹੜੀ ਇਹਨਾਂ ਦੀ ਜ਼ਮੀਨ ਦਾ ਖਦਸ਼ਾ ਹੈ, ਕਿਉਂਕਿ ਖਦਸ਼ੇ ਬਹੁਤ ਨੇ, ਜੌਬ ਦੇ ਖਦਸ਼ੇ ਨੇ, ਜ਼ਮੀਨ ਦੇ ਖਦਸ਼ੇ ਨੇ, ਫਿਰ ਜ਼ਮੀਨ ਚੋਂ ਜਿਹੜਾ ਉਤਪਾਦਨ ਹੋਊ ਉਹਦੇ ਖਦਸ਼ੇ ਨੇ, ਥੱਲੇ ਦੇ ਪਾਣੀ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦੀ ਹੈ ਕੇਂਦਰ ਸਰਕਾਰ ਵੀ, ਤੁਸੀਂ ਆਪਣੀ ਬੰਬੀ ਨਹੀਂ ਲਾ ਸਕੋਗੇ, ਤੁਸੀਂ ਪਾਣੀ ਇੰਨਾ ਨਹੀਂ ਕੱਢ ਸਕੋਗੇ, ਉਹਦੇ ਖਦਸ਼ੇ ਨੇ। ਤੁਹਾਡੇ ਬਾਹਰ ਮੀਟਰ 'ਚ ਪਹਿਲਾਂ ਕੈਸ਼ ਪਾਉਣਾ ਪਊਗਾ, ਜਿਵੇਂ ਆਪਾਂ ਹੁੰਦਾ ਨਹੀਂ ਉਹ ਪੈਕ ਦਾ ਲੈ ਲੈਂਦੇ ਟੈਲੀਫੋਨ, ਬਿਲਕੁਲ ਰਿਚਾਰਜ ਜਿਹਨੂੰ ਕਹਿ ਸਕਦੇ ਹਾਂ। ਹਾਂ ਰੀਚਾਰਜ, ਪਹਿਲਾਂ ਤੁਸੀਂ ਚਾਰਜ ਕਰੋ ਮੀਟਰ ਨੂੰ ਤਾਂ ਤੁਹਾਡੀ ਬਿਜਲੀ ਚੱਲੂਗੀ। ਇਹ ਸਾਰਾ ਕੁਝ ਇਸ ਵਾਸਤੇ ਆ ਰਿਹਾ ਹੈ ਕਿ ਆਮ ਲੋਕਾਂ ਦਾ ਜਿਹੜਾ ਸੱਚ ਸਿਸਟਮਾਂ ਨੂੰ ਤੋੜ ਦੋ, ਸਾਰੇ ਲੋਕਾਂ ਨੂੰ ਹੱਥਲ ਬਣਾ ਦੋ, ਸਾਰੇ ਲੋਕਾਂ ਨੂੰ ਮੰਗਤੇ ਬਣਾ ਦੋ। ਸੋ ਉਹਦਾ ਇੱਕੋ ਤਰੀਕਾ ਹੁੰਦਾ, ਉਹ ਕਦੇ ਕਦੇ ਕਿਸਾਨ ਦਾ ਜਾਂ ਮਜ਼ਦੂਰ ਦਾ ਜਾਂ ਕੱਲੇ ਲੜਾਈ ਕਰਕੇ ਜਾਂ ਕੱਲੇ ਆਪਾਂ ਕੋਈ ਮੁਕੱਦਮਾ ਕਰਕੇ ਜਾਂ ਕੋਰਟ 'ਚ ਜਾ ਕੇ ਨਹੀਂ ਹੱਲ ਕਰ ਸਕਦੇ। ਉਹਦੇ 'ਚ ਇੱਕ ਲਹਿਰ ਦੀ ਲੋੜ ਹੈ। ਦੁਨੀਆ ਦੇ ਵਿੱਚ ਲਹਿਰਾਂ ਉੱਠੀਆਂ ਨੇ, ਸਪਾਰਟਕਨ ਦੀ ਲਹਿਰ ਆਪਾਂ ਨੂੰ ਪਤਾ ਹੀ ਹੈ, ਦੇਸ਼ ਦੀ ਆਜ਼ਾਦੀ ਦੀ ਲਹਿਰ ਆਪਾਂ ਨੂੰ ਭਾਰਤ ਦੀ ਪਤਾ ਹੀ ਹੈ। ਸੋ SGPC ਦੀ ਲਹਿਰ, ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੀ ਲਹਿਰ ਆਪਾਂ ਨੂੰ ਪਤਾ ਹੀ ਹੈ। ਖੁਸ਼ੇ ਚ ਟੈਕਸ ਦੇ ਵਿਰੁੱਧ ਜਿਹੜੀ 1959 ਦੇ ਵਿੱਚ ਕੈਰੋ ਨੇ ਲਾਇਆ ਸੀ, ਉਹਦੇ ਵਿਰੁੱਧ ਵੀ ਲਹਿਰ ਸੀ। ਮੁਜ਼ਾਹਰਾ ਲਹਿਰ ਦੀ ਇਹਨਾਂ ਨੇ ਗੱਲ ਕਰੀ ਹੋਈ ਹੈ। ਸੋ ਹਰ ਜਿਹੜਾ ਬਦਲਾਅ ਆਉਂਦਾ ਉਹ ਲਹਿਰ ਨਾਲ ਆਉਂਦਾ ਹੈ। ਤੇ ਮੈਨੂੰ ਲੱਗਦਾ ਹੈ ਵੀ ਹੁਣ ਪੰਜਾਬ ਨੇ ਲੀਡ ਕਰਿਆ ਪੂਰਾ ਉੱਤਰੀ ਭਾਰਤ। ਆਪਾਂ ਜੇ ਦੇਖੀਏ ਪੰਜਾਬ, ਹਰਿਆਣਾ, ਵੈਸਟਰਨ ਯੂਪੀ, ਆਪਣਾ ਉੱਤਰਾਖੰਡ ਤੇ ਹੁਣ ਤਾਂ ਬਿਹਾਰ ਵੀ ਨਾਲ ਰਲ ਗਿਆ, ਬੰਗਾਲ ਵੀ ਰਲ ਗਿਆ, ਅਸਾਮ ਤੇ ਉੜੀਸਾ ਵੀ ਰਲ ਗਏ, ਇੱਧਰੋਂ ਰਾਜਸਥਾਨ ਵੀ ਰਲ ਗਿਆ। ਇਹ ਬੜਾ ਵੱਡਾ ਖਿੱਤਾ ਹੈ। ਇਹ ਸਾਰਾ ਖਿੱਤਾ ਇੱਕ ਨਵੀਂ ਲਹਿਰ ਦੇ ਆਏਗਾ, ਜਿਹਦੇ ਵਿੱਚ ਵਿਦਿਆਰਥੀ ਵੀ ਆਉਣਗੇ, ਮੁਲਾਜ਼ਮ ਵੀ ਆਉਣਗੇ, ਦੁਕਾਨਦਾਰ ਵੀ ਆਉਣਗੇ, ਵਪਾਰੀ ਵੀ ਆਉਣਗੇ, ਕਿਸਾਨ ਵੀ ਆਉਣਗੇ, ਮਜ਼ਦੂਰ ਵੀ ਆਉਣਗੇ, ਦਲਿਤ ਵੀ ਆਉਣਗੇ, ਨੌਨ ਦਲਿਤ ਵੀ ਆਉਣਗੇ, ਵੂਮਨ ਵੀ ਆਏਗੀ। ਤੁਸੀਂ ਦੇਖੋ ਕਿਸਾਨੀ ਅੰਦੋਲਨ ਦਾ ਬਹੁਤ ਵੱਡਾ, ਕਿਸੇ ਨੇ ਫੋਕਸ ਨਹੀਂ ਕਰੀ ਇਹ ਗੱਲ ਅਜੇ ਤੱਕ। ਕਿਸਾਨੀ ਅੰਦੋਲਨ ਨੇ ਔਰਤ ਨੂੰ ਕਿੰਨੀ ਵੱਡੀ ਆਜ਼ਾਦੀ ਦਿੱਤੀ ਹੈ ਵੀ ਉਹ ਖੜੀ ਹੋ ਕੇ ਝੰਡੇ ਲੈ ਕੇ ਆਪਦੀ ਸਟੇਜ ਆਪ ਮੈਨੇਜ ਕਰ ਰਹੀ ਹੈ। ਉਹ ਦੱਸ ਰਹੀ ਹੈ ਕਿ ਮੈਂ ਵੀ ਲੀਡਰ ਹੈਗੀ ਹਾਂ, ਮੈਂ ਖੇਤੀ ਵੀ ਸਾਂਭ ਸਕਦੀ ਹਾਂ, ਮੈਂ ਅੰਦੋਲਨ ਵੀ ਸਾਂਭ ਬਾਹਰ ਵੀ ਵੱਡੀ ਗਿਣਤੀ ਦੇ ਵਿੱਚ ਡਾਕਟਰ ਸਾਹਿਬ ਔਰਤਾਂ ਬੈਠੀਆਂ ਹੋਈਆਂ ਨੇ। ਔਰ ਮੈਂ ਸੁਣ ਰਹੀ ਸੀ ਕੱਲ ਕਈ ਰਿਐਕਸ਼ਨ ਔਰਤਾਂ ਦੇ, ਉਹ ਸਿੱਧੇ ਤੌਰ ਦੇ ਉੱਤੇ ਇਹੀ ਕਹਿੰਦੀਆਂ ਸੀਗੇ ਵੀ ਜਦੋਂ ਤੱਕ ਇਹ ਸਾਰੇ ਜਣੇ ਧਰਨੇ ਤੇ ਬੈਠੇ ਨੇ ਪੁਰਸ਼ ਹੈ ਤੇ ਅਸੀਂ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀਆਂ ਹੋਈਆਂ। ਹਾਲਾਂਕਿ ਆਮ ਤੌਰ ਦੇ ਉੱਤੇ ਮਤਲਬ ਔਰਤਾਂ ਨੂੰ ਬੇਸ਼ੱਕ ਘਰ ਦੀ ਚਿੰਤਾ ਸਤਾਉਂਦੀ ਰਹਿੰਦੀ ਸੀ ਵੀ ਰੋਟੀ ਟੋਕ ਕਰਨਾ ਹੈ, ਆਹ ਕੰਮ ਕਰਨੇ, ਉਹ ਕਰਨੇ, ਤੇ ਘਰ ਦੇ ਵਿੱਚ ਜੇ ਅਸੀਂ ਨਾ ਰਹੀਆਂ ਤਾਂ ਸਾਰੇ ਕੰਮ ਰੁਕ ਜਾਣੇ। ਪਰ ਅੱਜ ਸ਼ਾਇਦ ਘਰਾਂ ਦੀ ਫਿਕਰ ਸਾਰੇ ਛੱਡ ਕੇ ਇਸ ਚੀਜ਼ ਨਾਲ ਜੁੜੇ, ਕਿਉਂਕਿ ਇਹ ਸਾਰਾ ਉਹਨਾਂ ਦਾ ਘਰ ਦਾ ਹੀ ਬਜਟ ਹੈ ਜਿਹਦੀ ਲੜਾਈ ਜਿਹੜੀ ਹੈ ਉਹ ਲੜ ਰਹੀਆਂ ਨੇ। ਹਾਂਜੀ, ਇੱਕ ਹੋਰ ਮੈਂ ਇਹਦੇ 'ਚ ਗੱਲ ਕਹਾਂਗਾ, ਪੰਜਾਬੀ ਔਰਤਾਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਥੋੜੀਆਂ ਜਿਹੀਆਂ ਜ਼ਿਆਦਾ ਆਜ਼ਾਦ ਸੀਗੀਆਂ ਕੰਪੈਰੀਟਿਵਲੀ। ਪੰਜਾਬ ਦੇ ਵਿੱਚ ਇੰਨੀ ਗੁਲਾਮੀ ਨਹੀਂ ਸੀ ਔਰਤ ਦੀ। ਹਰਿਆਣੇ ਦੀ ਔਰਤ ਜਿਹੜੀ ਝੁੰਝੇ 'ਚ ਕੱਢਦੀ ਸੀ ਨਾ, ਬਿਲਕੁਲ, ਉਹ ਹੁਣ ਉੱਥੇ ਬੈਠੀ ਉਹਨੂੰ ਪੁੱਛਿਆ, ਬਜ਼ੁਰਗ ਔਰਤ ਨੂੰ ਪੁੱਛਦੇ 80 ਸਾਲ ਦੀ ਨੂੰ, ਵੀ ਇਹ ਤਾਂ ਮੋਦੀ ਤਾਂ ਬੜਾ ਜਿੱਦੀ ਹੈ। ਕਹਿੰਦੇ ਹਮ ਕਿਆ ਕਮ ਜਿੱਦੀ ਹੈ? कहने लगे फिर फसल के रात को फसल काटेंगे, दिन को धरना मारेंगे। ਔਰਤਾਂ ਕਹਿ ਰਹੀਆਂ ਨੇ, ਇਹ ਹਰਿਆਣੇ ਦੀਆਂ ਔਰਤਾਂ ਜਿਹੜੀਆਂ ਦੁਆਰੇ ਵੀ ਤਾਂ ਝੁੰਜੇ 'ਚ ਕੱਢ ਕੇ ਰੱਖਦੀਆਂ ਨੇ ਜੀ, ਇਹ ਤਾਂ ਕਿਸੇ ਦੇ ਸਾਹਮਣੇ ਮੂੰਹ ਨਹੀਂ ਖੋਲਦੀਆਂ ਜੀ, ਉਹ ਔਰਤਾਂ ਉੱਥੇ ਬਾਬਰ ਕੇ ਕਹਿ ਰਹੀਆਂ ਨੇ। ਸੋ ਮੈਨੂੰ ਤਾਂ ਇਸ ਅੰਦੋਲਨ 'ਚੋਂ ਇੱਕ ਬਹੁਤ ਵੱਡੀ ਪ੍ਰਾਪਤੀ ਇਹ ਵੀ ਲੱਗਦੀ ਹੈ ਕਿ ਜਿੱਥੇ ਪੰਜਾਬ, ਹਰਿਆਣਾ ਲੋਕਾਂ ਦਾ ਆਪਸ ਵਿੱਚ ਭਾਈਚਾਰਾ ਮੇਨਟੇਨ ਹੋਇਆ ਹੈ, ਚੰਗਾ ਸੱਭਿਆਚਾਰ ਮੇਨਟੇਨ ਹੋਇਆ ਹੈ, ਜਿੱਥੇ ਔਰਤ ਦੀ ਇੱਜ਼ਤ ਦਾ ਸਵਾਲ ਅੱਜ ਮੈਨੂੰ ਸਾਰੇ ਅੰਦੋਲਨ ਦੇ ਦੌਰਾਨ ਬੀਜੇਪੀ ਦੇ ਗੁੰਡਿਆਂ ਨੇ ਆ ਕੇ ਤਾਂ ਬੇਸ਼ੱਕ ਕਿਸੇ ਔਰਤ ਨੂੰ ਕੁਝ ਕਿਹਾ ਹੋਵੇ, ਕਹਿਣ ਦੀ ਕੋਸ਼ਿਸ਼ ਕੀਤੀ ਹੋਵੇ, ਸਾਰੇ ਅੰਦੋਲਨ ਦੌਰਾਨ ਇੱਕ ਵੀ ਸ਼ਿਕਾਇਤ ਨਹੀਂ ਮਿਲੀ ਕਿ ਕਿਸੇ ਲੜਕੀ ਨੂੰ, ਕਿਸੇ ਔਰਤ ਨੂੰ ਕਿਸੇ ਨੇ ਪੁੱਠਾ ਬੋਲਿਆ ਹੋਵੇ ਜਾਂ ਕੋਈ ਉਹਦੀ ਸ਼ਾਨ ਦੇ ਖਿਲਾਫ ਕਿਹਾ ਹੋਵੇ। ਇਹ ਛੋਟੀ ਪ੍ਰਾਪਤੀ ਹੈ ਆਪਣੀ। ਸੋ ਇਸ ਕਰਕੇ ਇਹ ਅੰਦੋਲਨ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ, ਪਰ ਇਸ ਅੰਦੋਲਨ ਨੂੰ ਅੱਗੇ ਚਲਾਉਣਾ ਪਏਗਾ। ਜੇ ਆਪਾਂ ਜਿਹੜੇ ਆਪਣੇ ਸੈਕੰਡ ਕਾਲਰ ਸੀ ਉਹਨਾਂ ਦੀ ਗੱਲ ਨੂੰ ਸਿਰੇ ਲੈ ਕੇ ਜਾਣਾ ਵੀ ਉਹਨਾਂ ਦੀ ਜ਼ਮੀਨ ਵੀ ਬਚੀ ਰਹੇ, ਉਹ NRI ਵੀ ਰਹਿਣ, ਤਾਂ ਇਹ ਲੜਾਈ ਆਪਾਂ ਨੂੰ ਉੱਤੇ ਬੈਠੇ ਵੀ ਉਰੇ ਸਪੋਰਟ ਕਰਨੀ ਪੈਣੀ ਹੈ।
ਕਿਉਂਕਿ ਬੇਸ਼ੱਕ ਐਨਆਰਆਈ ਬਾਹਰ ਬੈਠੇ ਨੇ, ਪਰ ਉਹਨਾਂ ਦੀਆਂ ਜ਼ਮੀਨਾਂ ਉੱਥੇ ਨੇ, ਉਹ ਤਾਂ ਪਹਿਲਾਂ ਹੀ ਉਸ ਜ਼ਮੀਨਾਂ ਨੂੰ ਲੈਣ ਦੇ ਲਈ, ਉਹਨਾਂ ਦੀ ਅਦਾਇਗੀ ਲਈ ਕਈ ਤਰ੍ਹਾਂ ਦੇ ਉਹਨਾਂ ਦੇ ਪਹਿਲਾਂ ਹੀ ਮਸਲੇ, ਜਿਨ੍ਹਾਂ ਨੂੰ ਕਹਿੰਦੇ ਉਲਝਦੇ ਮਸਲੇ, ਉਹ ਚੱਲਦੇ ਰਹਿੰਦੇ ਨੇ। ਐਨਆਰਆਈ ਥਾਣੇ ਬਣਾਏ, ਸਾਰੇ ਚੀਜ਼ਾਂ ਕੀਤੀਆਂ, ਪਰ ਡਾਕਟਰ ਸਾਹਿਬ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨਾਲ ਵੀ ਕੋਈ ਜ਼ਿਆਦਾ ਫਰਕ ਨਹੀਂ ਪਿਆ। ਤੇ ਹੁਣ ਤਾਂ ਐਨਆਰਆਈ ਵੀ ਇਹੀ ਸੋਚ ਰਹੇ ਨੇ ਵੀ ਜਿਹੜੇ ਕਾਨੂੰਨ ਉੱਥੇ ਪਾਸ ਹੋਈ ਜਾਂਦੇ ਨੇ ਜਾਂ ਜਿਹੜੇ ਕਾਨੂੰਨ ਬਣੇ ਜਾਂਦੇ ਨੇ, ਉਹਨਾਂ ਦੇ ਨਾਲ ਇਹਨਾਂ ਦੇ ਉੱਤੇ ਵੀ ਕਿੰਨਾ ਜ਼ਿਆਦਾ ਇਫੈਕਟ ਪੈ ਸਕਦਾ ਹੈ। ਬਿਲਕੁਲ ਠੀਕ ਹੈ, ਸਹੀ ਗੱਲ ਕਹਿੰਦੇ ਨੇ ਉਹ, ਸਹੀ ਸੋਚ ਹੈ ਉਹਨਾਂ ਦੀ। ਅਗਲੀ ਗੱਲ ਇਹ ਵੀ ਹੈ, ਕਹਿੰਦੇ ਕੱਟਾ ਕੀੜੇ ਦੇ ਜੋਰ ਤੇ ਤੰਗ ਘਟਦਾ। ਜੇ ਪੰਜਾਬ ਕਮਜ਼ੋਰ ਹੋ ਗਿਆ ਨਾ, ਜਿਹਦੇ ਉੱਤੇ ਕੇਂਦਰ ਤੁਰਿਆ ਹੋਇਆ ਪੰਜਾਬ ਨੂੰ ਮਾਰਨ ਤੇ, ਹਾਲਾਂਕਿ ਪਹਿਲੀਆਂ ਸਰਕਾਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ, ਪਰ ਇਹਨੇ ਤਾਂ ਬਿਲਕੁਲ ਹੀ ਕੁਹਾੜਾ ਚੁੱਕ ਲਿਆ, ਪਰਸਰਾਮ ਵਾਲਾ ਕੁਹਾੜਾ ਚੁੱਕ ਲਿਆ ਵੀ ਇਹਨਾਂ ਨੂੰ ਮਾਰਨ ਦੇ। ਡਾਕਟਰ ਸਾਹਿਬ, ਮੈਂ ਇੱਥੇ ਆਪਣੇ ਪਹਿਲੇ ਕਾਲਰ ਦੀ ਗੱਲ ਮੈਨੂੰ ਹਜੇ ਵੀ ਯਾਦ ਹੈ, ਉਹ ਕਾਲਰ ਸਾਡੇ ਨਾਲ ਹਮੇਸ਼ਾ ਜੁੜਦੇ ਹੁੰਦੇ ਨੇ, ਉਹਨਾਂ ਦਾ ਇੱਕੋ ਹੀ ਕਹਿਣਾ ਹੁੰਦਾ ਵੀ ਇਕੱਠੇ ਹੋਵੋ। ਚਲੋ ਮੈਂ ਤੁਹਾਡੀ ਗੱਲ ਤੇ ਜੇ ਆ ਜਾਵਾਂ ਤੇ ਵੀ ਹੁਣ ਜਿਸ ਤਰੀਕੇ ਨਾਲ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਲੋਕ ਬੈਠੇ ਹੋਏ ਨੇ ਧਰਨਿਆਂ ਦੇ ਉੱਤੇ, ਕਿਸਾਨ ਸਾਰੇ ਜੁਟੇ ਹੋਏ ਨੇ, ਰਾਜਸਥਾਨ, ਯੂਪੀ, ਬਿਹਾਰ, ਹਰ ਕਿਤੋਂ ਜਿਹੜੇ ਨੇ ਕਿਸਾਨ ਆ ਕੇ ਨਾਲ ਡਟ ਚੁੱਕੇ ਨੇ। ਹੁਣ 10 ਅਪ੍ਰੈਲ ਦੀ ਜਿਹੜੀ ਕਣਕ ਦੀ ਅਦਾਇਗੀ ਨੂੰ ਲੈ ਕੇ ਜਿਹੜਾ ਰੌਲਾ ਰੱਪਾ ਉਹ ਪਿਆ, ਖੇਤੀ ਕਾਨੂੰਨ ਬਿੱਲ ਹੈ ਉਹ ਵਿੱਚ ਵਿਚਾਲੇ ਅਟਕੇ ਹੋਏ ਨੇ, ਕੇਂਦਰ ਟਸ ਤੋਂ ਬਸ ਨਹੀਂ ਹੋ ਰਹੀ। ਈਵਨ ਕਿ ਨਵੇਂ ਟੈਗ, ਤੁਹਾਨੂੰ ਪਤਾ ਵੀ ਬੰਧੂਆ ਮਜ਼ਦੂਰ ਵਾਲੀ ਵੀ ਜਿਹੜੀ ਹੈ ਆਪਾਂ ਗੱਲ ਕਰਨੀ, ਉਹ ਬੰਧੂਆ ਮਜ਼ਦੂਰ ਵਾਲੇ ਟੈਗ, ਇਸ ਤਰੀਕੇ ਦੀਆਂ ਗੱਲਾਂ ਹੁਣ ਸਾਹਮਣੇ ਆ ਰਹੀਆਂ ਨੇ। ਤਾਂ ਫਿਰ ਲੋਕ, ਤੁਸੀਂ ਗੱਲ ਕੀਤੀ ਸੀ ਵੀ ਹੁਣ ਵੀ ਕੋਈ ਲਹਿਰ ਚੱਲਣ ਦੀ ਲੋੜ ਹੈ। ਪੁਰਾਣੀਆਂ ਕਈ ਤਰ੍ਹਾਂ ਦੀਆਂ ਅਜਿਹੀਆਂ ਲਹਿਰਾਂ ਚੱਲੀਆਂ ਜਿਨ੍ਹਾਂ ਨੇ ਕਿਤੇ ਨਾ ਕਿਤੇ ਬੂਰ ਪਾਇਆ ਇਹੋ ਜਿਹੇ ਜਦੋਂ ਮਸਲੇ ਜਿਹੜੇ ਆ ਛਿੜੇ। ਤਾਂ ਹੁਣ ਕਿਹੋ ਜਿਹੀ ਡਾਕਟਰ ਸਾਹਿਬ ਲਹਿਰ ਦੀ ਲੋੜ ਹੈ? ਤਾਂ ਤੁਹਾਨੂੰ ਲੱਗਦਾ ਵੀ ਹਾਲਾਤ ਇੱਕ ਤਾਂ ਕਰੋਨਾ ਕਰਕੇ ਮਾੜੇ ਹੋਏ ਪਏ ਨੇ, ਦੂਜੇ ਪਾਸੇ ਅਜਿਹੇ ਤਰੀਕੇ ਨਾਲ ਕਈ ਮੁੱਦੇ ਮੂੰਹ ਅੱਡੀ ਖੜੇ ਨੇ, ਪ੍ਰੋਟੈਸਟ ਕੀਤੇ ਜਾ ਰਹੇ ਨੇ, ਲੋਕ ਸੜਕਾਂ ਤੇ ਆ ਚੁੱਕੇ ਨੇ, ਪਰ ਬਿਜਲੀ ਦੇ ਬਿੱਲ, ਗੈਸ ਦੀਆਂ ਕੀਮਤਾਂ, ਹੋਰ ਜੌਬਸ ਮਤਲਬ ਜਾ ਰਹੀਆਂ ਨੇ, ਸਕੂਲ ਜਿਹੜੀ ਸਿੱਖਿਆ ਨੂੰ ਲੈ ਕੇ ਵੱਖਰੇ ਕਿਸਮ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ। ਇਹ ਕਿਵੇਂ ਤਾਣਾ ਬਾਣਾ ਜਿਹੜਾ ਸਾਰਾ ਉਲਝਿਆ ਹੋਇਆ ਉਹ ਸੁਲਝੇਗਾ? ਬਿਲਕੁਲ ਠੀਕ ਹੈ ਸਵਾਲ ਆਪ ਜੀ ਦਾ। ਜਦ ਅਸੀਂ ਇਸ ਨੂੰ ਦੇਖਦੇ ਹਾਂ, ਇਹ ਜਿਹੜੇ ਵੀ ਆ ਸਕੂਲਾਂ ਦੀ ਗੱਲ ਕਰਤੀ, ਜਿਹੜੇ ਬੰਧੂਆ ਮਜ਼ਦੂਰ ਦੀ ਗੱਲ ਕਰਤੀ, ਕਿਤੇ ਕਹਤਾ ਵੀ ਉੱਥੋਂ ਹੈਰੋਇਨ ਫੜੀ ਗਈ, ਕਿਤੇ ਕਹਤਾ ਜੀ ਅੱਤਵਾਦੀ ਆ ਗਏ, ਇਸ ਤਰ੍ਹਾਂ ਦੀਆਂ ਜਿਹੜੀਆਂ ਨੇ, ਕਿਤੇ ਇਹਨਾਂ ਨੇ ਆਪਦਾ ਵੀ ਹਿਮਾਚਲੀਆਂ ਦੀ ਅਸੀਂ ਸਭਾ ਬਣਾਤੀ, ਆਰਐਸਐਸ ਵਾਲਿਆਂ ਨੇ ਇਹ ਕਰਿਆ ਹੋਇਆ ਪੰਜਾਬ 'ਚ ਵੀ ਹਿਮਾਚਲੀਆਂ ਦੀ ਸਭਾ ਬਣਾ ਰਹੇ ਨੇ, ਜਾਣੀ ਹਿਮਾਚਲ ਦੀ ਸਭਾ ਬਣਾਉਣੀ, ਪੰਜਾਬ ਦਾ ਇੱਕ ਹੋਰ ਹਿੱਸਾ ਬਣਾਉਣਾ। ਸੋ ਇਹ ਜਿਹੜਾ ਸਾਰਾ ਕੁਛ ਹੈ ਸਕੂਲਾਂ ਦੀ ਇੱਛਾ ਹੈ, ਇਹਦੇ ਵਿੱਚ ਜਦ ਇੱਕ ਲੜਾਈ ਹੁੰਦੀ ਹੈ ਨਾ, ਲੜਾਈ 'ਚ ਦੋ ਧਿਰਾਂ ਨੇ, ਇੱਕ ਧਿਰ ਲੋਕ, ਕਿਸਾਨੀ, ਆੜਤੀਏ, ਹੋਰ ਸਾਰੇ ਲੋਕ ਹੀ ਕਹਾਂਗਾ ਮੈਂ ਉਹਨਾਂ ਨੂੰ, ਦੂਜੀ ਅੰਦੋਲਨਕਾਰੀ ਧਿਰ ਹੈ ਜਿਹੜੀ, ਦੂਜੀ ਧਿਰ ਜਿਹੜੀ ਸਰਕਾਰ ਹੈ, ਉਹ ਸਰਕਾਰ 'ਚ ਵੀ ਬੀਜੇਪੀ ਮੇਨ ਦੀ, ਉਹਦੇ 'ਚ ਵੀ ਗਾਹਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ, ਉਹ ਮੇਨ ਉਹ ਨੇ। ਠੀਕ ਹੈ, ਹੁਣ ਜਦ ਇਹ ਦੋ ਧਿਰਾਂ ਦਾ ਮੁਕਾਬਲਾ, ਇੱਕ ਧਿਰ ਦੇ ਕੋਲੇ ਰਾਜਸੀ ਸ਼ਕਤੀ ਹੈ ਤੇ ਸਰਕਾਰ ਦੀ ਸ਼ਕਤੀ ਹੈ, ਫੌਜ, ਜੇਲ੍ਹਾਂ, ਪੁਲਿਸ, ਸਾਰਾ ਕੁਝ ਉਹਦੇ ਕੋਲ ਹੈ, ਅਦਾਲਤਾਂ। ਸੋ ਦੂਜੇ ਪਾਸੇ ਸਧਾਰਨ ਲੋਕ ਨੇ, ਉਹ ਜਿਹੜੀ ਸ਼ਕਤੀ ਹੈ ਰਾਜਸੀ ਸ਼ਕਤੀ, ਉਹ ਹਰ ਹਰਬਾ ਵਰਤਦੀ ਹੈ। ਉਹ ਹਰਬੇ ਕੀ ਨੇ? ਲੋਕਾਂ 'ਚ ਫੁੱਟ ਪਾਓ, ਕਦੇ ਕਹੋ ਇਹ ਨੌਜਵਾਨਾਂ ਦਾ ਆਏ ਹੈ ਜੀ, ਬਜ਼ੁਰਗਾਂ ਦਾ ਆਏ ਹੈ, ਕਦੇ ਕਿਸਾਨਾਂ ਦੀ ਲੀਡਰਸ਼ਿਪ ਦੇ ਉੱਤੇ ਹਮਲੇ ਕਰੋ, ਕਦੇ ਆਪਸ ਵਿੱਚ ਜਿਹੜੇ ਸ਼ਹਿਰੀ ਤੇ ਪੇਂਡੂ ਨੇ ਉਹ ਤੇ ਹਮਲੇ ਕਰੋ, ਕਦੇ ਦਿਹਾਤੀ ਮਜ਼ਦੂਰ ਹੋਣੋਂ ਪਿੱਛੇ। ਇਹਨਾਂ ਨੇ ਦਲਤਾਂ ਦੀ ਕੋਸ਼ਿਸ਼ ਕਰੀ ਹੈ, ਦਲਤਾਂ ਨੂੰ ਮਤਲਬ ਲੜਾਉਣ ਦੀ, ਦਲਤਾਂ ਤੇ ਨੌਨ ਦਲਤਾਂ ਦੀ ਕਰੋ, ਖੇਤ ਮਜ਼ਦੂਰ ਤੇ ਕਿਸਾਨ ਦੀ ਲੜਾਈ ਕਰਵਾਓ, ਹਾਂਜੀ, ਦੁਕਾਨਦਾਰ ਆੜਤੀਏ ਦੀ ਤੇ ਕਿਸਾਨ ਦੀ ਲੜਾਈ ਕਰਾਓ। ਇਸ ਤਰ੍ਹਾਂ ਦੇ ਇਹ ਝਗੜੇ ਪਵਾਉਣ ਦੇ ਵਾਸਤੇ ਏਦਾਂ ਸਕੂਲਾਂ ਨੇ ਨਵੇਂ ਮਤਲਬ ਮਸਲੇ ਖੜੇ ਕਰ ਦੋ, ਜਿਹਨੂੰ ਕਹਿੰਦੇ ਵਿਆਹ 'ਚ ਬੀਜ ਦਾ ਲੇਖਾ ਪਾਉਣਾ। ਇਹ ਸਰਕਾਰ ਦੀਆਂ ਚਾਲਾਂ ਦਾ ਹਿੱਸਾ ਹੈ, ਸਾਨੂੰ ਇਹ ਮੰਨ ਲੈਣਾ ਚਾਹੀਦਾ ਵੀ ਇਹ ਐਂ ਕਰਨਗੇ। ਹੁਣ ਇਹਨਾਂ ਕਰਨ ਨੂੰ ਜੇ ਅਸੀਂ ਆਜ਼ਾਦੀ ਦੀ ਲਹਿਰ ਤੇ ਥੋੜੀ ਜਿਹੀ ਨਜ਼ਰ ਮਾਰੀਏ, ਇਹਨਾਂ ਨੂੰ ਰੋਕਣ ਦੇ ਤਰੀਕੇ ਕੀ ਰਹੇ ਨੇ? ਬਾਬਾ ਰਾਮ ਸਿੰਘ, ਤੁਸੀਂ ਸੁਣਿਆ ਹੋ, ਨਾਮਧਾਰੀ ਲੀਡਰ, ਭੈਣੀ ਸਾਹਿਬ ਲੁਧਿਆਣੇ ਦੇ ਲਾਗੇ ਉੱਥੋਂ ਸੀਗੇ, ਉਹਨੂੰ ਚੀਨੀ ਪਾਤਸ਼ਾਹ ਕਹਿੰਦੇ ਸੀ, ਚਿੱਟੇ ਕੱਪੜੇ ਪਾਉਂਦੇ ਸੀ, ਉਹ ਗੋਲ ਪੱਗ ਬੰਨ੍ਹਦੇ ਸੀ ਚਿੱਟੀ, ਕੂਕੇ ਕਹਿੰਦੇ ਸੀ ਉਹਨਾਂ ਨੂੰ। ਤੇ ਉਹਨਾਂ ਨੇ ਜਦ ਅੰਗਰੇਜ਼ ਦਾ ਟਾਕਰਾ ਕਰਨਾ ਸੀ, ਉਹਨਾਂ ਨੇ ਕਿਹਾ ਵੀ ਆਪਾਂ 4 ਅਸੂਲ ਬਣਾ ਲਓ, ਆਪਾਂ ਨਾ ਤਾਂ ਅੰਗਰੇਜ਼ ਦੀ ਨੌਕਰੀ ਕਰਨੀ ਆ, ਨਾ ਇਹਦੇ ਸਕੂਲਾਂ 'ਚ ਪੜ੍ਹਨਾ ਹੈ, ਨਾ ਇਹਦਾ ਡਾਕ ਸਿਸਟਮ ਵਰਤਣਾ ਹੈ, ਤੇ ਨਾ ਇਹਦੀਆਂ ਸਰਾਵਾਂ ਸੜਕਾਂ ਵਰਤਣੀਆਂ ਨੇ। ਤੇ ਕਿਸੇ ਨੇ ਪੁੱਛਿਆ ਕਿਉਂ? ਕਹਿੰਦੇ ਸਾਡਾ ਬਾਈਕਾਟ ਹੈ ਇਹਨਾਂ ਦਾ, ਅਸੀਂ ਤਾਂ ਆਪਦਾ ਔਖੇ ਹੋ ਲਾਂਗੇ। ਸੋ ਜਦ ਤੁਸੀਂ ਜਿਹੜਾ ਤੁਹਾਡੇ 'ਚ ਹਮਲਾ ਕਰਨ ਵਾਲਾ ਹੈ ਨਾ, ਉਹਦੇ ਹਮਲੇ ਨੂੰ ਉਲਟਾ ਕਰਦਾ। ਜਿਵੇਂ ਕਿਸਾਨਾਂ ਨੇ ਕਹਿਤਾ ਵੀ ਚੰਗਾ ਦੇਖਾਂਗੇ, ਆੜਤੀਆਂ ਨੇ ਕਹਿਤਾ ਅਸੀਂ ਤਾਂ ਖਰੀਦਦੇ ਨਹੀਂ, ਲਾੜੇ ਜੋਰ ਜਿਹੜਾ ਲਾਣਾ ਹੈ। ਸੋ ਜਿੱਦਾਂ ਸਰਕਾਰ ਨੂੰ ਜਿਹੜੀ ਠੂਠਾ ਫੜ ਕੇ ਫਿਰਦੀ ਸੀ, ਜੀ ਸਾਰਾ, ਜੇ ਤੁਸੀਂ ਤਾਂ ਯੰਗ ਬੰਦੇ ਹੋ, ਮੈਂ ਉਹ ਫੇਜ਼ ਦੇਖਿਆ, ਕਿਉਂਕਿ ਮੈਂ ਉਦੋਂ 25-20 ਸਾਲ ਦੀ ਉਮਰ 'ਚ ਸੀ ਜਦ ਮੈਂ ਦੇਖਿਆ ਕਿ ਕਿਵੇਂ ਹਾੜੇ ਕੱਢਦੇ ਸੀ ਅਨਾਜ ਲੈਣ ਵਾਸਤੇ। ਕਿਵੇਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਕਿਹਾ ਕਿ ਜੇ ਹਫ਼ਤੇ 'ਚ ਇੱਕ ਦਿਨ ਰੋਟੀ ਖਾਣੀ ਬੰਦ ਕਰ ਦਿਓ, ਸ਼ਾਇਦ ਸਾਡਾ ਅਨਾਜ ਦਾ ਘਰ ਪੂਰਾ ਹੋਣਾ ਸ਼ੁਰੂ ਹੋ ਜੇ। ਕਿਵੇਂ ਪੰਜਾਬ ਨੇ ਟਿੱਬੇ ਢਾਹ, ਟੋਏ ਢਾਹ, ਜੰਗਲ ਵੱਢ,
ਕਿ ਇੱਥੇ ਪੰਜਾਬ ਨੇ ਖੇਤੀ ਕਰਕੇ ਦਿਖਾਇਆ ਵੀ ਕਿਵੇਂ ਅਸੀਂ ਅਨਾਜ ਨਾਲ ਢਿੱਡ ਭਰ ਸਕਦੇ ਹਾਂ ਲੋਕਾਂ ਦਾ, ਦੇਸ਼ ਦਾ। ਤੇ ਅੱਜ ਉਹ ਵਾਪਰ ਹੋ ਗਿਆ ਅਨਾਜ, ਇਹ 'ਚ ਕੋਈ ਸ਼ੱਕ ਨਹੀਂ ਵੀ ਅੱਜ ਮੱਧ ਪ੍ਰਦੇਸ਼ 'ਚ ਵੀ ਬਥੇਰੀ ਖੇਤੀ ਹੋ ਰਹੀ ਹੈ ਕਣਕ ਦੀ, ਅੱਜ ਹਰਿਆਣੇ 'ਚ ਵੀ ਬਥੇਰੀ, ਹਰਿਆਣਾ ਚਲੋ ਉਦੋਂ ਪੰਜਾਬ ਦਾ ਹੀ ਹਿੱਸਾ ਸੀ, ਵੈਸਟਰਨ ਯੂਪੀ 'ਚ ਵੀ ਹੋ ਰਹੀ ਹੈ। ਪਰ ਜਿੱਦੇ ਕੁਛ ਨਹੀਂ ਮਿਲਦਾ ਸੀ ਉਹਦੇ ਤਾਂ ਪੰਜਾਬੀਆਂ ਨੇ ਕਰਕੇ ਦਿੱਤਾ ਨਾ। ਇਸੇ ਕਰਕੇ ਇਹਨਾਂ ਦੀ ਪੰਜਾਬੀਆਂ ਤੇ ਨਜ਼ਰ ਆ ਵੀ ਇਹ ਕੌਮ ਹੈ ਜਿਹੜੀ ਇਹ ਜ਼ਿਆਦਾ ਅੜੀਅਲ ਹੈ, ਇਹ ਜ਼ਿਆਦਾ ਅਣਖ ਰੱਖਦੀ ਹੈ ਔਰ ਇਹ ਕੁਰਬਾਨੀ ਵੀ ਜ਼ਿਆਦਾ ਕਰਦੀ ਹੈ। ਤੇ ਇਹਨੂੰ ਪਹਿਲਾਂ ਇਹਦੀ ਨੱਕ ਤੋੜੋ, ਇਹਨੂੰ ਥੱਲੇ ਲਾਓ। ਇਹਦੇ ਵਿੱਚ ਇਹ ਕਾਮਯਾਬ ਵੀ ਹੋਏ ਨੇ। 1970 ਚ ਤੁਸੀਂ ਜ਼ਰੂਰ ਦੇਖਿਆ ਹੋਊਗਾ ਨਕਸਲਾਈਟ ਲਹਿਰ ਸੀਗੀ, ਉਹ ਨਕਸਲਾਈਟ ਲਹਿਰ ਦੇ ਵਿੱਚ ਪੈਂਤਰਾ ਸਾਡਾ ਗਲਤ ਹੋ ਗਿਆ, ਕੋਈ ਮੁੰਡੇ ਮਾੜੇ ਨਹੀਂ ਸੀ, ਉਹ ਉਹਨਾਂ ਦੇ ਇਰਾਦੇ ਮਾੜੇ ਨਹੀਂ ਸੀ, ਉਹ ਪੈਂਤਰਾ ਗਲਤ ਹੋ ਗਿਆ ਤੇ ਪਤਾ ਨਹੀਂ ਕਿੰਨੇ ਨੌਜਵਾਨ ਇਹ ਬਾਦਲ ਸਾਹਿਬ ਹੋਰਾਂ ਨੇ ਮਰਵਾਤੇ ਝੂਠੇ ਮੁਕਾਬਲਿਆਂ 'ਚ। ਫਿਰ 84 ਦੇ ਵਿੱਚ ਫਿਰ ਸਾਡਾ ਪੈਂਤਰਾ ਗਲਤ ਹੋ ਗਿਆ ਕਿਤੇ ਨਾ ਕਿਤੇ। ਕੋਈ ਇਹ ਤਾਂ ਨਹੀਂ ਸੀ ਵੀ ਉਹਨਾਂ ਦੇ ਇਰਾਦੇ ਮਾੜੇ ਸੀ ਜਾਂ ਉਹ ਕੋਈ ਇਹੀ ਜੀ 2-4 ਬੰਦੇ ਤਾਂ ਮਾੜੇ ਕਿਤੇ ਵੀ ਹੁੰਦੇ ਨੇ। ਸਾਰੀਆਂ ਏਜੰਸੀਆਂ ਨੇ ਪੈਨੀਟ੍ਰੇਟ ਕਰ ਕਰਕੇ ਉਦੋਂ ਐਤਕੀ ਇਹਨਾਂ ਨੇ ਪੈਨੀਟ੍ਰੇਟ ਕਰਨ ਦੀ ਕੋਸ਼ਿਸ਼ ਕਰੀ ਆ। 26 ਵਾਲਾ ਤੁਸੀਂ ਦੇਖੀ ਆ ਘਟਨਾਕ੍ਰਮ ਸਾਰਾ, ਪਰ ਇਹ ਪੈਨੀਟ੍ਰੇਸ਼ਨ ਦੇ ਬਾਵਜੂਦ ਐਤਕੀ ਕਾਮਯਾਬ ਨਹੀਂ ਹੋਏ। ਸਭ ਤੋਂ ਵੱਡੀ ਜਿਹੜੀ ਸਾਡੀ ਖੁਸ਼ੀ ਦੀ ਗੱਲ ਹੈ ਉਹ ਇਹ ਹੈ ਵੀ ਇਹਨਾਂ ਨੇ ਪੂਰਾ ਜ਼ੋਰ ਲਾਇਆ ਪੈਨੀਟ੍ਰੇਟ ਕਰਨ ਵਾਸਤੇ। ਇਹਨਾਂ ਨੇ ਪੂਰਾ ਜ਼ੋਰ ਲਾਇਆ ਅਰਬਨ ਨਕਸਲ ਕਹਿ ਕੇ, ਖਾਲਿਸਤਾਨੀ ਕਹਿ ਕੇ, 2020 ਵਾਲੇ ਕਹਿ ਕੇ, ਵੱਖਵਾਦੀ ਜਿੰਨੇ ਟੈਗ ਦਿੱਤੇ ਜਾ ਸਕਦੇ ਸੀ ਉਹ ਸਾਰੇ ਨਾਮ ਦਿੱਤੇ ਇਸ ਟਾਈਮ ਤੇ। ਹਾਂ, ਜਿੰਨੇ ਇਹਨਾਂ ਦੀ ਡਿਕਸ਼ਨਰੀ 'ਚ ਹੈਗੇ ਸੀ ਸ਼ਬਦ ਉਹ ਸਾਰੇ ਸ਼ਬਦ ਹੀ ਖਤਮ ਹੋ ਗਏ, ਪਰ ਸਾਨੂੰ ਕੁਝ ਕਹਿ ਨਹੀਂ ਸਕੇ। ਸਾਨੂੰ ਕੁਝ ਕਹਿ ਨਹੀਂ ਸਕੇ। ਉਹ ਸਾਡਾ ਹਾਲ ਹੋ ਗਿਆ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੜਦਾ ਅਸੀਂ ਦੂਨੇ ਚਾਉਣੇ ਹੋਏ। ਸੋ ਜਿੰਨਾ ਜਿੰਨਾ ਇਹਨਾਂ ਨੇ ਸਾਡੇ ਤੇ ਹਮਲਾ ਕਰਿਆ ਅਸੀਂ ਓਨੀ ਤਕੜੇ ਹੋਏ। ਟਕੈਤ ਸਾਹਿਬ ਨੇ ਤੁਸੀਂ ਦੇਖਿਆ ਮਹਾ ਪੰਚਾਇਤਾਂ ਐਡੀਆਂ ਹੋਣ ਲੱਗੀਆਂ। ਸੋ ਉਹਦੇ ਵਿੱਚ ਅੱਜ ਮੈਨੂੰ ਜਿਹੜੀ ਉਮੀਦ ਹੈ, ਜਿਹੜਾ ਮੈਂ ਦੇਖ ਰਿਹਾ, ਜਿਹੜਾ FCI ਵਾਲਾ ਵੀ ਆਪਾਂ ਗੱਲ ਸ਼ੁਰੂ ਕਰੀ ਸੀ, ਇਹ ਜਿਹੜੇ ਸਾਰੇ ਅੰਦੋਲਨ ਨੇ ਇਸ ਪਾਸੇ ਨੂੰ ਇਕੱਠੇ ਹੋ ਰਹੇ ਨੇ। ਤੁਸੀਂ ਇਹ ਦੇਖਿਓ ਜੇ 2 ਮਹੀਨੇ ਹੋਰ ਚੱਲ ਗਿਆ ਅੰਦੋਲਨ ਨਾ, ਇਹਦੇ 'ਚ ਸਾਰੇ ਵਿਦਿਆਰਥੀ, ਕਿਉਂਕਿ ਇਮਤਿਹਾਨਾਂ ਤੋਂ ਵਿਹਲੇ ਹੋ ਜਾਣੇ ਨੇ, ਇਹਦੇ 'ਚ ਵਿਦਿਆਰਥੀ, ਇਹਦੇ 'ਚ ਬੇਰੁਜ਼ਗਾਰ ਨੌਜਵਾਨ, ਇਹਦੇ 'ਚ ਇੰਪਲਾਈ ਬੈਂਕਾਂ ਵਾਲੇ, ਕਿਉਂਕਿ ਬੈਂਕਾਂ ਨੂੰ ਵੇਚ ਰਹੇ ਨੇ, LIC ਵਾਲੇ LIC ਨੂੰ ਕਿਉਂਕਿ ਵੇਚ ਰਹੇ ਨੇ, ਉਹ ਸਾਰੇ ਮੁਲਾਜ਼ਮ ਵੀ ਇਹਨਾਂ ਦੇ ਨਾਲ ਆ ਜਾਣਗੇ। ਬੜਾ ਵੱਡਾ ਇੱਕ ਅੰਦੋਲਨ, ਪੂਰੇ ਦੇਸ਼ ਦਾ ਅੰਦੋਲਨ ਬਣੇਗਾ। ਇਹ ਇੱਕ ਬਦਲਾਅ ਦਾ ਅੰਦੋਲਨ ਹੋਏਗਾ ਔਰ ਬਦਲਾਅ ਡੈਫੀਨਿਟਲੀ ਇਹਦੇ ਵਿੱਚੋਂ ਚੰਗਾ ਹੀ ਨਿਕਲੇਗਾ। ਮੈਂ ਇਹ ਤਾਂ ਨਹੀਂ ਕਹਿੰਦਾ ਵੀ ਬਦਲਾਅ ਬਹੁਤ ਹੀ ਵਧੀਆ ਹੋ ਜਾਏਗਾ, ਪਰ ਬਦਲਾਅ ਚੰਗਾ ਨਿਕਲੇਗਾ, ਚੰਗੀ ਸਿਆਸਤ ਨਿਕਲੇਗੀ। ਉਹਦੇ 'ਚ ਇੱਕ ਨਿਸ਼ਾਨੀ ਹੈ। ਉਹ ਨਿਸ਼ਾਨੀ ਕੀ ਹੈ? ਅੱਜ ਤੱਕ ਕਿਸਾਨ ਅੰਦੋਲਨ, ਔਰ ਇਹ ਸੱਚੀ ਗੱਲ ਵੀ ਹੈ, ਕਿਸਾਨਾਂ ਨੇ ਇੰਨਾ ਸ਼ਾਂਤਮਈ ਰਹਿ ਕੇ ਅੰਦੋਲਨ ਕਰਿਆ, ਸਰਕਾਰ ਉਹਨਾਂ ਨੂੰ ਤੁੱਖ ਨਹੀਂ ਦਿੰਦੀ ਰਹੀ। ਸਰਕਾਰ ਉਸ ਅੰਦੋਲਨ ਨੂੰ ਵਾਇਲੈਂਟ ਕਰਨਾ ਚਾਹੁੰਦੀ ਸੀ। ਅੱਜ ਰਾਜੇਵਾਲ ਸਾਹਿਬ ਨੇ ਕੱਲ ਉੱਥੇ ਕਹਿਤਾ ਕਿ ਜੇ ਐਂ ਕਰੋਗੇ ਫਿਰ ਤੁਹਾਨੂੰ ਭੁਗਤਣਾ ਵੀ ਪੈ ਜਾਊਗਾ। ਜਿਹੜਾ ਮਲੋਟ ਦਾ MLA ਹੈ, ਸ਼ਾਇਦ ਤੁਸੀਂ ਸੁਣਿਆ ਹੋਊਗਾ ਜੋ ਉਹਨੇ ਕਰਿਆ ਸੀ ਲੋਕਾਂ ਨਾਲ। ਡਾਕਟਰ ਸਾਹਿਬ, ਲੋਕਾਂ ਨੂੰ ਕੋਈ ਕਹੂਗਾ ਨਾ ਵੀ ਮੈਂ ਐਂ ਕਰ ਦਾਂਗਾ। ਡਾਕਟਰ ਸਾਹਿਬ ਇੱਕ ਹੋਰ ਆਪਾਂ ਕਾਲ ਪਿਕ ਕਰ ਲਈ, ਇੱਕ ਹੋਰ ਕਾਲਰ ਆਪਣੇ ਨਾਲ ਜੁੜ ਰਹੇ ਨੇ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ, ਮੈਂ ਦੁਬਾਰਾ ਨਾ ਗਰਗ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਸੀ ਵੀ ਦੇਖੋ ਇਹ ਜਿਵੇਂ ਨਕਸਲਾਈਟਾਂ ਦਾ ਮਤਲਬ ਕਿ ਨਾ ਸਪੋਰਟ ਕਰੀ ਜਾਂਦੇ ਆ, ਏਦਾਂ ਨੇ। ਦੇਖੋ ਮੌਲੇ ਤੁਮ ਨੇ ਜਿਹੜੀ ਕ੍ਰਾਂਤੀ ਲਿਆਂਦੀ ਸੀ ਨਾ, ਉਹਨੇ ਬੰਦੇ ਮਾਰ ਕੇ ਨਹੀਂ ਸੀ ਲਿਆਂਦੀ। ਉਹਨੇ ਕਿਹਾ ਸੀ ਵੀ ਝੂਠ ਬੋਲਣਾ ਬੰਦ ਕਰੋ, ਲਾਲਚ ਕਰਨਾ ਬੰਦ ਕਰੋ। ਤੇ ਰਫਲਾਂ ਦੀ ਥਾਂ ਤੇ ਉਹਨੇ ਕਈਆਂ ਚੱਕੀਆਂ ਸੀਗੀਆਂ। ਚੂਰਨ ਲਈ ਪੈਰਿਸ ਵਿੱਚ ਪੜ੍ਹ ਕੇ ਆਇਆ ਸੀ, ਉਹਨੇ ਆਪ ਤੇ ਹੀ ਚੱਕੀ ਸੀ, ਆਓ ਪਹਿਲਾਂ ਸ਼ਹਿਰ ਦੀ ਸਫਾਈ ਕਰੀਏ, ਫਿਰ ਨਦੀਆਂ ਉਹਨਾਂ ਨੇ ਕੰਟਰੋਲ ਕੀਤੀਆਂ, ਤੇ ਫਿਰ ਇਸ ਵੇਲੇ ਚਾਈਨਾ ਅਮਰੀਕਾ ਤੋਂ ਅੱਗੇ ਨਿਕਲ ਗਿਆ। ਇਹ ਏਦਾਂ ਨਹੀਂ ਗੋਲੀਆਂ ਚਲਾਉਣ ਨਹੀਂ ਗੱਲ ਹੁੰਦੀ। ਇਹ ਤਾਂ ਸਾਰੇ ਬੰਦੇ ਜੋ ਮੂਹਰੇ ਚੰਗੇ ਲੱਗ ਜਾਣ, ਸਾਰੇ ਬੰਦਿਆਂ ਨੂੰ ਕਹਿਣ ਵੀ ਆਓ ਵੀ ਆਪਾਂ ਕਰੀਏ। ਹੁਣ ਪੰਜਾਬ 'ਚ ਪਤਾ ਕੀ ਹੈ ਬੇਟਾ, ਜੇ ਕਿਸੇ ਨੂੰ ਕਹੋ ਵੀ ਆਹ ਕੰਮ ਕਰੋ, ਪ੍ਰਸ਼ਾਸਨ ਕਰੋ। ਪ੍ਰਸ਼ਾਸਨ ਦੇਖੋ, ਪ੍ਰਸ਼ਾਸਨ ਕਿੱਥੇ ਆ? ਪ੍ਰਸ਼ਾਸਨ ਤਾਂ ਹਰੇਕ ਸਰਕਾਰੀ ਮੁਲਾਜ਼ਮ ਨੇ ਪਾਸਪੋਰਟ ਜੇਬ ਵਿੱਚ ਪਾਇਆ ਹੋਇਆ ਵੀ ਠੱਗੀ ਮਾਰੋ, ਬਾਹਰ ਭੱਜੋ। ਤੇ ਇਸ ਕਰਕੇ ਬੇਟਾ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ। ਇਸ ਕਰਕੇ ਇਹ ਜਿਹੜਾ ਜੋ ਵੀ ਹੈਗਾ ਵਾ, ਜਿੰਨਾ ਚਿਰ ਚੰਗੇ ਬੰਦੇ ਮੂਹਰੇ ਹੋ ਕੇ ਨਹੀਂ ਲੱਗਦੇ, ਸਾਰੇ ਬੰਦੇ ਕਹਿਣ ਵੀ ਆਓ ਵੀ ਆਪਾਂ ਕਰਨਾ, ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ, ਆਪਾਂ ਕਰਨਾ, ਫਿਰ ਹੋਣਾ ਪੱਤੇਗਾ। ਜੀ ਸਰ ਮੈਂ ਤੁਹਾਡਾ ਨਾਮ ਵੀ ਪੁੱਛਣਾ ਚਾਹਾਂਗੀ। ਮੈਨੂੰ ਪਤਾ ਤੁਹਾਡੀ ਕਾਲ, ਖੈਰ ਫੋਨ ਕੱਟਿਆ ਗਿਆ। ਮੈਂ ਇਹ ਜਿਹੜੇ ਕਾਲਰਸ ਨੇ ਡਾਕਟਰ ਸਾਹਿਬ ਸਾਡੇ ਨਾਲ ਹਮੇਸ਼ਾ ਡੇਲੀ ਮਤਲਬ ਜੁੜਦੇ ਨੇ। ਇਹਨਾਂ ਨੇ ਪ੍ਰੋਫੈਸਰ ਮਨਜੀਤ ਦੀਆਂ ਵੀ ਬਹੁਤ ਸਾਰੀਆਂ ਡਿਊਟੀਆਂ ਲਗਾਈਆਂ, ਹੁਣ ਤੁਹਾਡੀਆਂ ਡਿਊਟੀਆਂ ਜਿਹੜੀਆਂ ਨੇ ਉਹ ਲੱਗਣ ਜਾ ਰਹੀਆਂ ਨੇ। ਤੇ ਹੁਣ ਆਪਾਂ ਜਿਹੜਾ ਇਹਨਾਂ ਦਾ ਸਵਾਲ ਸੀਗਾ ਬੇਸਿਕਲੀ ਤੁਸੀਂ ਉਹਦਾ ਜਵਾਬ ਦਿਓ। 2 ਮਿੰਟ ਦੀ ਬਾਤ, ਬਹੁਤਾ ਲੰਬਾ ਨਹੀਂ ਕਰਨਾ ਮੈਂ। ਅਸਲ 'ਚ ਇਹਨਾਂ ਨੇ ਗੱਲਾਂ ਸਾਰੀਆਂ ਸੱਚੀਆਂ ਨੇ। ਇਹਨਾਂ ਨੇ ਇੱਕ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀ। ਮੈਂ ਕਿਹਾ ਪੈਂਤਰਾ ਗਲਤ ਹੋ ਗਿਆ। ਉਹ ਪੈਂਤਰਾ ਉਹ ਮਾਰਨ ਵਾਲਾ ਪੈਂਤਰਾ ਹੀ, ਜਿੱਥੇ ਕਿ ਸਿਖਲਾਈ ਹੋਣੀ ਚਾਹੀਦੀ ਸੀ, ਕਈਆਂ ਚੁੱਕ ਕੇ ਅਸੀਂ ਕੰਮ ਕਰਨਾ ਸੀ, ਉਹ ਪੈਂਤਰਾ ਹੀ ਗਲਤ ਸੀਗਾ।
ਉਹ ਪੈਂਤਰਾ ਗਲਤ ਨੂੰ ਇਹਨਾਂ ਨੇ ਇੰਟਰਪ੍ਰੀਟ ਕਿਵੇਂ ਵੀ ਕਰਿਆ, ਪਰ ਇਹਨਾਂ ਦੀ ਗੱਲ ਸਹੀ ਹੈ ਵੀ ਜਦ ਲੋਕ ਉੱਠ ਕੇ ਕਹਿੰਦੇ ਨੇ ਵੀ ਭਾਈ ਇਹ ਆਪਾਂ ਨੂੰ ਹੀ ਕਰਨਾ ਪੈਣਾ ਹੈ, ਇਹ ਆਪਦਾ ਸਿਰ ਆਪ ਹੀ ਗੁੰਦਣਾ ਪੈਣਾ ਹੈ, ਇਸ ਵਾਰੀ ਤਾਂ ਲੋਕ ਆਪਦੇ ਸੜਕਾਂ ਮਰੇ ਤੇ ਬਿਨਾਂ ਨੇ, ਕੌਣ ਲੋਕਾਂ ਨੂੰ ਸਮਝੂਗਾ ਆਪ ਹੀ ਉੱਠਣਾ ਪਿਆ ਜੀ। ਹਾਂ, ਸੋ ਹੁਣ ਵੀ ਤਾਂ ਲੋਕ ਆਪੇ ਉੱਠ ਕੇ ਆਏ ਨੇ ਨਾ ਸੜਕਾਂ ਤੇ। ਸੋ ਜਿਹੜੀ ਮੈਂ ਗੱਲ ਚੱਲ ਰਹੀ ਸੀ ਮੇਰੀ ਪਹਿਲੀ, ਉਹ ਇਹ ਸੀ ਵੀ ਇੱਕ ਦੋ ਗੱਲਾਂ ਪੋਜ਼ਿਟਿਵ ਹੁਣ ਹੋਈਆਂ ਨੇ ਇਸ ਅੰਦੋਲਨ 'ਚ। ਇੱਕ ਤਾਂ ਅੱਜ ਕੱਲ ਜਿਹੜੀ ਰੈਲੀ ਹੋਈ ਹੈ ਬਾਗੇ, ਉਸ ਤੋਂ ਪਹਿਲਾਂ ਜਿਹੜੀ ਹੋਈ ਹੈ ਉੱਥੇ ਹੋਰ, ਉੱਥੇ ਕਹਿਣਾ ਸ਼ੁਰੂ ਕਰਤਾ ਕਿਸਾਨੀ ਲੀਡਰਸ਼ਿਪ ਨੇ ਵੀ ਜੇ ਏਦਾਂ ਵਾਇਲੈਂਸ ਕਰੋਗੇ ਨਾ ਫਿਰ ਕਿਸਾਨ ਗੰਡਾਸੇ ਚੁੱਕੇਗਾ। ਇਹ ਕਹਿਣ ਦਾ ਮਤਲਬ ਕੀ ਹੈ, ਸਟੇਟ ਨੂੰ ਦੱਸਣਾ ਵੀ ਭੁਲੇਖੇ ਚ ਨਾ ਰਹੋ, ਅਸੀਂ ਇੰਨੇ ਸ਼ਾਂਤਮਈ ਆ, ਅਸੀਂ ਅਜੇ ਵੀ ਸ਼ਾਂਤਮਈ ਰਹਾਂਗੇ, ਪਰ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਫਿਰ ਇਹ ਕੰਮ ਚੱਲਣਾ ਨਹੀਂ ਹੈ। ਤੇ ਉਸ ਤੇ ਫੈਸਲਾ ਕਰਤਾ ਵੀ ਆਪਾਂ ਸਾਰਿਆਂ ਦੇ ਘਰਾਂ ਅੱਗੇ ਧਰਨੇ ਮਾਰਨੇ ਸ਼ੁਰੂ ਕਰ ਦੋ। ਗੰਡਾਸੇ ਚੱਕਣ ਦਾ ਮਤਲਬ ਇਹ ਥੋੜਾ ਵੀ ਉਹਨਾਂ ਨੇ ਸਿਰ ਵੱਢ ਦੇਣਾ ਕਿਸੇ ਦਾ। ਦੂਜਾ ਪਾਰਟ ਉਹਨਾਂ ਨੇ ਜਿਹੜਾ ਵਧੀਆ ਕਰਿਆ ਹੈ, ਜਿਹੜੀ ਚੀਜ਼ ਚਾਣਕਿਆ ਨੀਤੀ ਇਹ ਕਹਿੰਦੀ ਹੈ ਵੀ ਜਿਹਨੂੰ ਜਿਹੜੀ ਚੀਜ਼ ਪਿਆਰੀ ਹੋਵੇ ਉਸ ਦੇ ਉੱਤੇ ਸੱਟ ਮਾਰੋ। ਜਿਵੇਂ ਜੇ ਕਿਸੇ ਅਮੀਰ ਨੂੰ ਤੁਸੀਂ ਸਜ਼ਾ ਦੇਣੀ ਹੋਵੇ ਤਾਂ ਉਹਨੂੰ ਜੁਰਮਾਨੇ ਦਾ ਕੋਈ ਫਰਕ ਨਹੀਂ ਪੈਂਦਾ, ਉਹਦੇ ਕੋਲ ਪੈਸਾ ਹੀ ਬਹੁਤ ਹੈ, ਉਹਦੀ ਬੇਇੱਜ਼ਤੀ ਹੋਣੀ ਚਾਹੀਦੀ ਹੈ ਵੀ ਇੱਕ ਦਿਨ ਭਾਵੇਂ ਜੇਲ੍ਹ 'ਚ ਰਹਿ ਜੇ। ਇਦਾਂ ਹੀ ਜਿਹੜਾ ਗਰੀਬ ਹੈ ਉਹਨੂੰ ਕੀ ਫਰਕ ਪੈਂਦਾ ਜਦੋਂ ਚਾਰ ਕੋਈ ਡੰਡੇ ਮਾਰ ਵੀ ਦੇਊਗਾ, ਉਹਨੂੰ ਜੁਰਮਾਨਾ ਕਰ ਦੋ, ਉਹ ਪੈਸੇ ਦੇ ਨਹੀਂ ਸਕਦਾ, ਉਹ ਸਾਰਾ ਲਕਾ ਤੋਕਾ ਭੇਜੂ, ਉਹਦੇ ਕੋਲ ਪੈਸੇ ਨਹੀਂ ਉਹਨੇ ਹੋਣੇ। ਸੋ ਇਸੇ ਤਰ੍ਹਾਂ ਹੀ ਜਦ ਕਿ ਕਿਸਾਨਾਂ ਨੇ ਦੇਖਿਆ ਵੀ ਇਹ 303 ਸੀਟਾਂ ਤੇ ਬੜਾ ਹੰਕਾਰ ਹੈ ਇਹਨਾਂ ਨੂੰ ਵੀ ਹਮ ਤੋਂ ਹਰੇਕ ਚੀਜ਼ ਜਿੱਤ ਜਾਂਦੇ ਆ, ਭਾਵੇਂ ਕੋਈ ਕਹਿੰਦਾ EVM ਦੇ ਠੱਗੀਆਂ ਆਪਾਂ ਨੇ ਸਾਹਮਣੇ ਹੀ ਸਭ ਕੁਝ ਜੋ ਵੀ ਹੈਗਾ, ਉਹਨਾਂ ਨੇ ਫਿਰ ਫੈਸਲਾ ਕਰ ਲਿਆ ਚੰਗਾ ਜਿਹੜੀ ਤੁਹਾਨੂੰ ਸਭ ਤੋਂ ਪਿਆਰੀ ਚੀਜ਼ ਹੈ ਸੀਟ, ਇਹ ਤੈਨੂੰ ਉੱਥੇ ਨਹੀਂ ਰਹਿਣ ਦੇਣਾ। ਔਰ ਮੈਨੂੰ ਸੱਚੀ ਮੁੱਚੀ ਜਿੱਦੇ ਇਹ ਗਏ ਨੇ ਉੱਥੇ ਬੰਗਾਲ 'ਚ ਤੇ ਅਸਾਮ 'ਚ, ਕਿਸਾਨ ਲੀਡਰ ਇਹ ਕਹਿਣ ਵੀ BJP ਨੂੰ ਵੋਟ ਨਹੀਂ ਪਾਈ, ਹੋਰ ਜਿਹਨੂੰ ਮਰਜ਼ੀ ਪਾ ਦਿਓ, ਤਾਂ ਮੈਨੂੰ ਜਿਹੜੀਆਂ ਔਰਤਾਂ ਇੱਕ ਨਾਰਾ ਲਾਉਂਦੀਆਂ ਸੀ, ਉਹ ਕਹਿੰਦੀਆਂ ਸੀ ਡਰਦੇ ਨਹੀਂ ਮੋਦੀ ਦੀ ਘੁਰਕੀ ਤੋਂ, ਲਾ ਲਾਂਗੇ ਮੋਦੀ ਨੂੰ ਕੁਰਸੀ ਤੋਂ। ਉਹ ਲਾ ਲਾਂਗੇ ਕੁਰਸੀ ਤੋਂ ਵਾਲਾ ਜਿਹੜਾ ਹੈ ਨਾ, ਉਹ ਉਹਨੂੰ ਦੱਸਣ ਦੀ ਲੋੜ ਹੈ ਵੀ ਤੁਸੀਂ ਭੁਲੇਖੇ 'ਚ ਨਾ ਰਹੋ। ਤੁਸੀਂ 303 ਸੀਟਾਂ ਦੇ ਸਹਾਰੇ ਜਿਹੜਾ ਪਾਈ ਜਾਂਦੇ ਹੋ ਨਾ ਜੋ ਮਰਜ਼ੀ, ਕਦੇ ਕਿਸੇ ਨੂੰ ਅੱਤਵਾਦੀ ਕਹਿਤਾ, ਕਦੇ ਕਿਸੇ ਨੂੰ ਕਹਤਾ ਇਹ ਬੰਧੂਆ ਮਜ਼ਦੂਰ ਹੈ, ਕਦੇ ਕਹਤਾ FCI ਦਾ ਐਂ ਕਰਾਂਗੇ, ਕਦੇ ਕਹਤਾ ਜ਼ਮੀਨ ਦਾ ਐਂ ਕਰਾਂਗੇ, ਕਦੇ ਨੋਟਬੰਦੀ ਕਰਤੀ, ਕਦੇ ਕਿਸਾਨਾਂ ਨੂੰ ਕੁਛ ਕਰਤਾ, ਵੀ ਇਹ ਤੁਹਾਡਾ ਚੱਲਣਾ ਨਹੀਂ ਹੈ, ਕਿ ਇਹ ਤਾਕਤ ਹੀ ਨਹੀਂ ਅਸੀਂ ਤੁਹਾਡੇ ਕੋਲ ਰਹਿੰਦੇ ਨਹੀਂ, ਜਿਹਦੇ ਕਰਕੇ ਤੁਸੀਂ ਕਰ ਰਹੇ ਹੋ ਅਸੀਂ ਇਹ ਤਾਕਤ ਹੀ ਨਹੀਂ ਰਹਿੰਦੇ ਨਹੀਂ। ਸੋ ਇਹ ਬਹੁਤ ਵੱਡਾ ਫੈਸਲਾ ਸੀ ਔਰ ਸਿਆਣਪ ਭਰਿਆ ਫੈਸਲਾ ਸੀ। BJP ਇਹ ਤੋਂ ਬਖਲਾਈ ਹੈ। ਅੱਜ ਹੀ ਮੈਨੂੰ ਕਿਸੇ BJP ਦੇ ਸਮਰਥਕ ਦਾ ਫੋਨ ਆ ਰਿਹਾ ਸੀ, ਲਓ ਜੀ ਕਿਸਾਨ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਸਿਆਸਤ ਨਹੀਂ ਕਰਨੀ, ਹੁਣ ਇਹ ਸਿਆਸਤੀ ਹੈ। ਮੈਂ ਕਿਹਾ ਸਿਆਸਤ ਤੋਂ ਪਹਿਲੇ ਦਿਨ ਤੋਂ ਕਰ ਰਹੇ ਨੇ, ਜਿਹੜਾ ਅੰਦੋਲਨ ਹੈ ਉਹ ਸਿਆਸਤੀ ਹੈ। ਇੱਕ ਸਿਆਸਤ ਕਹਿੰਦੀ ਅਸੀਂ ਅੰਬਾਨੀਆਂ ਅਡਾਨੀਆਂ ਦੇ ਘਰ ਭਰਨੇ ਨੇ, ਲੋਕਾਂ ਦੀ ਜ਼ਮੀਨ ਖੋਹਣੀ ਹੈ, ਹਾਂਜੀ, ਲੋਕਾਂ ਦੇ ਰੁਜ਼ਗਾਰ ਖੋਹਣੇ ਨੇ, ਬੇਰੁਜ਼ਗਾਰ ਬਣਾਉਣਾ ਨੌਜਵਾਨ ਨੂੰ। ਦੂਜੀ ਸਿਆਸਤ ਕਹਿੰਦੇ ਨਹੀਂ ਅਸੀਂ ਕੁਦਰਤ ਦੇ ਨੇੜੇ ਹੋ ਕੇ ਅਸੀਂ ਖੇਤੀ ਕਰਨੀ ਹੈ, ਆਪਣੀ ਜ਼ਮੀਨ ਵੀ ਬਚਾਉਣੀ ਹੈ, ਰੁਜ਼ਗਾਰ ਵੀ ਬਚਾਉਣਾ ਹੈ ਤੇ ਲੋਕਾਂ ਨੂੰ ਖੁਸ਼ ਵੀ ਰੱਖਣਾ। ਸੋ ਇਹ ਤਾਂ ਸਿਆਸਤੀ ਹੈ ਨਾ, ਉਹ ਇੱਕ ਸਿਆਸਤ ਕਰਨੇ ਅੰਬਾਨੀ ਅਡਾਨੀ ਦੀ, ਅਸੀਂ ਲੋਕਾਂ ਦੀ ਕਰ ਰਹੇ ਹਾਂ। ਸੋ ਪਹਿਲਾਂ ਸਿਆਸਤ ਅਸੀਂ ਕਰਦੇ ਸੀ ਪੋਲੀਟੀਕਲ ਦੇ ਲੈਵਲ ਤੇ, ਹੁਣ ਅਸੀਂ ਇਸ ਲੈਵਲ ਤੇ ਆ ਗਏ ਵੀ ਚੰਗਾ ਜਿਹੜੀ ਸਿਆਸਤ ਦੇ ਆਸਰੇ ਤੁਸੀਂ ਇਹ ਕਾਨੂੰਨ ਬਣਾਉਣੇ ਹੋ, ਜਿਹੜੀ ਸਿਆਸਤ ਦੇ ਆਸਰੇ ਤੁਸੀਂ 10 ਲੱਖ ਦਾ ਕੋਟ ਪਾਉਣੇ ਹੋ, ਜਿਹੜੀ ਸਿਆਸਤ ਦੇ ਆਸਰੇ ਤੁਸੀਂ 8000 ਕਰੋੜ ਦੇ ਹਵਾਈ ਜਹਾਜ਼ ਚੜ੍ਹਦੇ ਹੋ, ਉਹ ਸਿਆਸਤ ਨੂੰ ਅਸੀਂ ਸੱਟ ਮਾਰਾਂਗੇ ਤੁਹਾਡੀ। ਡਾਕਟਰ ਸਾਹਿਬ ਅਸੀਂ ਉਸ ਕੁਰਸੀ ਤੇ ਨਹੀਂ ਰਹਿੰਦੇ ਜੀ। ਡਾਕਟਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਹੋਈ ਹੈ ਕੇਂਦਰ ਸਰਕਾਰ ਨੂੰ ਇਸੇ ਅਦਾਇਗੀ ਦੇ ਮਸਲੇ ਨੂੰ ਲੈ ਕੇ। ਮੈਨੂੰ ਲੱਗਦਾ 6 ਤਰੀਕ ਅੱਜ ਹੋ ਚੁੱਕੀ ਹੈ, 4 ਦਿਨ ਰਹਿ ਗਏ ਆ ਇਸ ਅਦਾਇਗੀ ਦੇ ਵਿੱਚ, ਤੇ ਹੁਣ ਤੱਕ ਉਹਦਾ ਮੋੜਵਾਂ ਜਵਾਬ ਕੋਈ ਆਇਆ ਕਿ ਕੈਪਟਨ ਸਾਹਿਬ ਵੈਸੇ ਨਿਸ਼ਾਨੇ ਤਾਂ ਉਹਨਾਂ ਤੇ ਸਾਧੇ ਜਾ ਰਹੇ ਵੀ ਉਹ ਕਹਿੰਦੇ ਨਾ ਚੋਰ ਚੋਰ ਮੋਸੇਰੇ ਭਾਈ ਵਾਲੀ ਗੱਲ ਬਣੀ ਪਈ ਹੈ ਵੀ ਇੱਕ ਪਾਸੇ ਤਾਂ ਬਾਦਲ ਹੁਣੀ ਪੂਰੇ ਬਾਦਲ ਪਰਿਵਾਰ ਵੀ ਹੈ ਜਿਹੜਾ ਉਹ ਇਲਜ਼ਾਮ ਲਗਾ ਰਿਹਾ ਵੀ ਕੈਪਟਨ ਸਾਹਿਬ ਦੀ ਤਾਂ ਮਿਲੀ ਭੁਗਤ ਦੇ ਨਾਲ ਹੀ ਤਾਂ ਜਿਹੜੀ ਹੈ ਓਕੇ ਹੋਈ ਹੈ, ਹਰੀ ਝੰਡੀ ਮਿਲੀ ਹੈ। ਹੁਣ ਇਹ ਦੱਸੋ ਵੀ ਉਹਨਾਂ ਦੀ ਚਿੱਠੀ ਦਾ ਜਿਹੜਾ ਜਵਾਬ ਉਹਦਾ ਕੋਈ ਆਉਣ ਦੇ ਆਸਾਰ ਹੈਗੇ ਆ, ਕਿਉਂਕਿ 4 ਦਿਨਾਂ ਦੇ ਵਿੱਚ ਕੀ ਲੱਗਦਾ ਵੀ ਮੋਦੀ ਸਾਹਿਬ ਬੁਲਾ ਸਕਦੇ ਨੇ ਕੈਪਟਨ ਸਾਹਿਬ ਨੂੰ? ਦੇਖੋ ਗੱਲ ਇਹ ਹੈ, ਮੋਦੀ ਸਾਹਿਬ ਕੈਪਟਨ ਸਾਹਿਬ ਨੂੰ ਬੁਲਾਉਣ ਜਾਂ ਨਾ ਬੁਲਾਉਣ, ਕਿਉਂਕਿ ਮੋਦੀ ਸਾਹਿਬ ਬੜੇ ਜਿੱਤੀ ਨੇ, ਪਰ ਜਿਹੜੀ ਪ੍ਰੋਕਿਉਰਮੈਂਟ ਉਹ ਹੋਏਗੀ, ਮੈਂ ਤੁਹਾਨੂੰ ਅੱਜ ਵੀ ਕਹਿ ਦਿੰਦਾ, ਇਹ ਇੰਨੀ ਸਿੰਪਲ ਗੱਲ ਨਹੀਂ ਹੈ। ਤੇ ਪੇਮੈਂਟ ਵੀ ਹੋਏਗੀ ਕਿਸਾਨਾਂ ਨੂੰ, ਤੇ ਆੜਤੀਆਂ ਰਾਹੀਂ ਹੋਏਗੀ, ਐਤਕੀ ਇਹ ਨਹੀਂ ਕਰਨਗੇ ਕਿਉਂਕਿ ਇਹਨਾਂ ਨੂੰ ਪਤਾ ਹੈ ਇਹਦੀ ਰੀਪਰਕਸ਼ਨ। ਤੇ ਉਂਝ ਹੁੰਦਾ ਨਾ ਵੀ ਆਪਦਾ ਵੱਟ ਨਹੀਂ ਛੱਡਣਾ, ਤੇ ਉਹ ਵੱਟ ਜਾ ਵੀ ਖੜਾ ਵੀ ਨਹੀਂ ਅਸੀਂ ਪੁੱਛਾਂਗੇ ਤੁਸੀਂ ਆਏ ਕਿਵੇਂ ਕਰ ਦੋਗੇ। ਹੁੰਦਾ ਨਾ ਜਦ ਦੋ ਬੰਦੇ ਲੜਦੇ ਨੇ, ਨਾਲ ਤਾਂ ਬੰਦਾ ਪਿੱਛੇ ਹਟਦਾ ਜਾਂਦਾ, ਨਾਲੇ ਗਾਲਾਂ ਕੱਢੀ ਜਾਂਦਾ, ਉਹੀ ਜੀ ਗੱਲ ਹੈ ਇਹਨਾਂ ਦੀ। ਅੜੀ ਪਾਣਾ, ਜਿਹਨੂੰ ਅੜੀ ਪਾਣਾ ਕਹਿ ਦਿੰਦੇ ਨੇ ਪੰਜਾਬ 'ਚ। ਹਾਂ, ਅੜੀ ਪਾਣਾ। ਦੂਜੀ ਜਿਹੜੀ ਤੁਸੀਂ ਕਹੀ ਹੈ ਵੀ ਇਹ ਅਕਾਲੀ ਦਲ ਆਪ ਤੇ ਕਾਂਗਰਸ ਦਾ ਜਿਹੜਾ ਆਪਸ ਵਿੱਚ 36 ਦਾ ਅੰਕੜਾ ਹੈ, ਇਹਨਾਂ ਦਾ ਕੋਈ ਕੰਮ ਨਹੀਂ, ਮੈਨੂੰ ਕੋਈ ਝਿਜਕ ਨਹੀਂ ਇਹ ਕਹਿਣ 'ਚ ਵੀ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਇਹਨਾਂ 'ਚ ਕੋਈ ਵੀ ਨਹੀਂ ਕਰਦਾ। ਬਲਕਿ ਜੇ ਮਾੜਾ ਮੋਟਾ ਕਿਸੇ ਨੇ ਕਰਿਆ ਤਾਂ ਕੈਪਟਨ ਨੇ ਕਰੀ ਹੈ, ਚਾਹੇ ਉਹ ਪਹਿਲਾਂ ਪਾਣੀ ਦਾ ਮਾਮਲਾ ਸੀ, ਚਾਹੇ ਉਹਨਾਂ ਬਿੱਲਾਂ ਦਾ ਮਾਮਲਾ। ਸਭ ਤੋਂ ਪਹਿਲਾਂ ਕਾਂਗਰਸੀ ਸਰਕਾਰ ਤਾਂ ਰਾਜਸਥਾਨ 'ਚ ਵੀ ਸੀ, ਛੱਤੀਸਗੜ੍ਹ 'ਚ ਵੀ ਸੀ, ਉਹਨਾਂ ਨੇ ਕਿਉਂ ਨਾ ਬਿੱਲਾਂ ਦੇ ਅਗੇਂਸਟ ਪਾਸ ਕਰਤਾ ਬਈ? ਬਿਲਕੁਲ, ਪੰਜਾਬ ਨੇ ਸਭ ਤੋਂ ਪਹਿਲਾਂ ਕਰਿਆ।
ਸੋ ਚਾਹੇ ਥੋੜਾ ਚਾਹੇ ਬਹੁਤਾ, ਇੱਕ ਤਾਂ ਸਾਨੂੰ ਇਹ ਐਪਰੀਸ਼ੀਏਟ ਤਾਂ ਕਰਨਾ ਹੀ ਚਾਹੀਦਾ ਹੈ। ਬਿਲਕੁਲ ਕਿਸਾਨਾਂ ਨੂੰ ਅੰਦਰ ਕਿਉਂ ਨਹੀਂ ਕਰਿਆ ਕੈਪਟਨ ਨੇ? ਸੋ ਪਰ ਜਿਹੜਾ ਹੈਗਾ ਇਹਨਾਂ ਦਾ ਆਪਸ ਵਿੱਚ, ਕੈਪਟਨ ਵੀ ਉੱਥੇ ਮੀਟਿੰਗਾਂ 'ਚ ਬਥੇਰਾ ਕੁਝ ਹੋਇਆ ਹੈ, ਕਿਉਂਕਿ ਇਹ ਜਿਹੜਾ ਆਪਣੇ ਮਨਪ੍ਰੀਤ ਬਾਦਲ ਨੇ ਕਹਿੰਦੇ ਸਾਨੂੰ ਤਾਂ ਬੁਲਾਇਆ ਹੀ ਨਹੀਂ ਸੀ, ਸਾਨੂੰ ਤਾਂ ਪਤਾ ਨਹੀਂ ਸੀ ਇਹ ਕੀ ਆਇਆ। ਇੱਦਾਂ ਹੀ ਜਿਹੜੀ ਹਰਸਿਮਰਤ ਬਾਦਲ ਉਹ ਕਹੀ ਜਾਂਦੀ ਹੈ, ਕਹਿੰਦੀ ਮੈਂ ਤਾਂ ਕਿਹਾ ਸੀ, ਮੇਰੀ ਗੱਲ ਨਹੀਂ ਸੁਣੀ। ਹੁਣ ਕਿਹਨੂੰ ਸੱਚ ਮੰਨੀਏ ਕਿਹਨੂੰ ਝੂਠ ਮੰਨੀਏ? ਮੈਨੂੰ ਐਂ ਲੱਗਦਾ ਹੈ ਵੀ ਸਾਰੇ ਉੱਥੇ ਮੂੰਹ ਜਾ ਬੰਨ ਕੇ ਚੁੱਪ ਕਰਕੇ ਬਹਿ ਜਾਂਦੇ ਨੇ ਤੇ ਪਿੱਛੋਂ ਆ ਕੇ ਰੌਲਾ ਪਾਉਂਦੇ ਨੇ। ਇਹ ਸਾਰਿਆਂ ਦਾ ਹੀ ਇਹ ਆਪਣੀ ਸਿਆਸੀ ਚਮਕਾਰੇ ਨੇ ਇਲੈਕਸ਼ਨ ਕਰਕੇ ਇਸ ਮੁੱਦੇ ਨੂੰ ਪੂਰੇ ਤਰੀਕੇ ਨਾਲ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕਿੰਨੇ ਕਾਨੂੰਨ ਲਾਗੂ ਕਰਤੇ ਸੀ, ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਇਹ ਸਾਰੀਆਂ ਪਾਰਟੀਆਂ ਨੇ ਉੱਥੇ ਪਾਸ ਕਰਤਾ ਵੀ ਹਾਂ ਕੋਈ ਨਹੀਂ ਲੱਗ ਜੇ, ਇਹ ਲਾਈਨ ਪੜ੍ਹੀ ਹੋਈ ਨਹੀਂ ਇਹਦੇ ਚ ਲਿਖਿਆ ਹੋਇਆ ਵੀ ਉਹ ਲਾਗੂ ਕਰਨਾ। ਸੋ ਇਸ ਕਰਕੇ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੇ ਦੋ ਦੁਖਾਂਤ ਨੇ। ਇਹ ਸਾਡੇ ਦਰਸ਼ਕਾਂ ਨੂੰ, ਸਾਨੂੰ ਆਪ ਨੂੰ ਸਮਝਣੇ ਚਾਹੀਦੇ ਨੇ। ਇੱਕ ਤਾਂ ਉਹ ਬਰੀਕੀ ਤੱਕ ਨਹੀਂ ਜਾਂਦੇ, ਇੱਕ ਦੂਜੇ ਨੂੰ ਦੋਸ਼ ਦੇਣ ਤੇ ਲੱਗੇ ਰਹਿੰਦੇ ਨੇ। ਜੇ ਆ 13 ਕਾਨੂੰਨ ਪਾਸ ਹੋਏ ਨੇ ਪੰਜਾਬ ਦੀ ਅਸੈਂਬਲੀ ਚ, ਜਿਹੜੇ ਮੰਤਰੀ ਨੇ ਉਹ ਪੇਸ਼ ਕਰੇ ਨੇ ਉਹਨੂੰ ਪੁੱਛ ਕੇ ਦੇਖ ਲਓ ਵੀ ਤਾਂ ਪੜ੍ਹੇ ਨੇ ਉਹ। ਐਮਐਲਏ ਦੀ ਤਾਂ ਗੱਲ ਹੀ ਛੱਡੋ, ਉਹ ਤਾਂ ਇੱਕ ਦੂਜੇ ਨਾਲ ਇਹ ਝਗੜਾ ਕਰੀ ਗਏ, ਆਪ ਵਾਲੇ ਵੀ, LIV ਵਾਲੇ ਵੀ, ਇਹ ਅਕਾਲੀ ਵੀ, ਉਹ ਤਾਂ ਆਏ ਹੀ ਨਹੀਂ ਹੈਗੇ, ਬੀਜੇਪੀ ਜਦ ਦੋਨੇ। ਪਰ ਇਹਨਾਂ ਨੇ ਉਹ 13 ਕਾਨੂੰਨ ਜਿਹੜੇ ਪਾਸ ਹੋਏ ਨੇ, ਇਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਉਹ ਕੀ ਹੋ ਗਿਆ ਜੀ। ਅਸਲ ਚ ਰਾਜ ਤਾਂ ਕਾਨੂੰਨਾਂ ਨਾਲ ਹੁੰਦਾ। ਸੋ ਜੇ ਇਹਨਾਂ ਨੇ ਪੰਜਾਬ ਦੀ ਅਸੈਂਬਲੀ ਚ ਪਾਸ ਹੋਏ 13 ਕਾਨੂੰਨ ਨਹੀਂ ਪੜ੍ਹੇ ਤੇ ਇਹਨਾਂ ਦੇ ਐਮਪੀਆਂ ਨੇ ਉੱਥੇ ਕੀ ਦੇਖਿਆ ਹੋਊਗਾ ਜਿਹੜੇ ਖੇਤੀ ਦੇ ਕਾਨੂੰਨ? ਇਹ ਤਾਂ ਰੌਲਾ ਪੈ ਗਿਆ, ਨਹੀਂ ਇਹਨਾਂ ਨੂੰ ਪਤਾ ਕੁਛ ਨਹੀਂ ਲੱਗਦਾ। ਸੋ ਇਸ ਕਰਕੇ ਅਸੀਂ ਮੰਨ ਕੇ ਚੱਲੀਏ ਵੀ ਅੱਜ ਜਿਹੜਾ ਸਾਡਾ ਸਿਆਸਤਦਾਨ ਆ ਉਹਨੂੰ ਸਿਆਣਾ ਬਣਨ ਦੀ ਲੋੜ ਹੈ। ਉਹਨੂੰ ਇਹਦੀ ਬਜਾਏ ਕਹਿਣ ਦੀ ਬਜਾਏ 2 ਤੇ 2 4 5 6 ਗਿਣਤੀਆਂ ਮਿੰਤੀਆਂ ਕਰਨ ਦੀ ਬਜਾਏ ਉਹਨੂੰ ਸਿਆਸੀ ਤੌਰ ਤੇ ਗੱਲ ਕਰਨੀ ਚਾਹੀਦੀ ਹੈ ਵੀ ਇਹ ਦੇਖੋ ਆਪ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਵੀ ਤੁਹਾਡੀ ਗੱਲ ਜਿਹੜੀ ਉਹਨਾਂ ਤੱਕ ਪਹੁੰਚ ਜਾਏਗੀ ਤੇ ਉਹ ਤੁਹਾਡੀ ਗੱਲ ਮੰਨਣਗੇ ਤੇ ਉਹ ਸਿਆਣਪ ਦਾ ਰਸਤਾ ਅਖਤਿਆਰ ਕਰਨਗੇ? ਮੈਨੂੰ ਇਹ ਲੱਗਦਾ ਤਾਂ ਹੈ ਵੀ ਮੈਂ ਬਹੁਤ ਸਾਰੇ ਚੈਨਲਾਂ ਤੇ ਬੋਲਦਾ, ਉਹ ਚੋਂ ਬਹੁਤ ਸਾਰੀਆਂ ਗੱਲਾਂ ਅਕਾਲੀ ਵੀ, ਕਾਂਗਰਸੀ ਵੀ ਤੇ ਆਪ ਵਾਲੇ ਵੀ ਉਹ ਕਰਦੇ ਨੇ। ਉਹ ਇਹ ਤਾਂ ਨਹੀਂ ਕਹਿੰਦੇ ਵੀ ਉਹ ਕਿਉਂ ਕਹਿਣਗੇ ਵੀ ਪਿਆਰ ਲਾਲ ਗਰਗ ਨੇ ਕਿਹਾ ਸੀ ਅਸੀਂ ਤਾਂ ਬੋਲੇ ਆ ਜਾਂ ਅਸੀਂ ਤਾਂ ਮੰਨਿਆ, ਔਰ ਉਹ ਕਹਿਣਾ ਵੀ ਨਹੀਂ ਚਾਹੀਦਾ ਤੇ ਮੈਂ ਵੀ ਨਹੀਂ ਕਹਾਂਗਾ ਵੀ ਉਹਨਾਂ ਨੇ ਮੇਰੀ ਮੰਨ ਕੇ ਕਰਿਆ, ਕਿਉਂਕਿ ਉਹਨਾਂ ਨੂੰ ਤਾਂ 100 ਤਰ੍ਹਾਂ ਦੀ ਰਾਏ ਆਉਂਦੀ ਹੈ। ਪਰ ਮੇਰਾ ਤਜਰਬਾ ਇਹ ਹੈ ਵੀ ਮੈਂ ਜਿੰਨਾ ਕੁ ਟੋਕਦਾ, ਇਹ ਸਾਰੀਆਂ ਪਾਰਟੀਆਂ ਇਹ ਤਾਂ ਸਮਝਦੇ ਨੇ ਵੀ ਇਹਨੇ ਕਿਸੇ ਤੋਂ ਕੋਈ ਲੁੱਟ ਪੇਟ ਨਹੀਂ, ਇਹਨੇ ਕਿਹੜਾ ਕੋਈ ਟਿਕਟ ਲੈਣੀ ਹੈ ਜਾਂ ਕੋਈ ਆਪਦਾ ਉਹਦਾ ਲੈਣਾ ਜਾਂ ਕੁਛ ਹੋਰ ਲੈਣਾ। ਉਹਦੇ ਵਿੱਚੋਂ ਕੁਛ ਨਾ ਕੁਛ, ਸਾਰਾ ਕੁਛ ਕੋਈ ਵੀ ਨਹੀਂ ਕਰ ਸਕਦਾ ਹੁੰਦਾ, ਕੁਛ ਨਾ ਕੁਛ ਉਹਤੇ ਵਿਚਾਰ ਜ਼ਰੂਰ ਕਰਦੀਆਂ ਨੇ। ਔਰ ਮੈਂ ਇਹ ਵੀ ਕਹਾਂਗਾ, ਮੈਂ ਤੁਹਾਡਾ ਵੀ ਧੰਨਵਾਦ ਕਰਾਂਗਾ ਜਦ ਇਦਾਂ ਦੇ ਚੈਨਲਾਂ 'ਚ ਤੁਸੀਂ ਉਹਨਾਂ ਬੰਦਿਆਂ ਨੂੰ ਬੁਲਾਉਣੇ ਹੋ ਜਿਨ੍ਹਾਂ ਦੀ ਉਹ ਗੱਲ ਮਾੜੀ ਮੋਟੀ ਕਦੇ ਸੁਣਨ ਉਹਨਾਂ ਦੇ ਕੰਨਾਂ 'ਚ ਵੀ ਪੈਂਦੀ ਹੈ। ਚਲੋ 2% ਪਵੇ 5% ਪਵੇ ਤਾਂ ਪੰਜਾਬ ਦਾ ਤਾਂ ਫਾਇਦਾ ਹੀ ਹੋਣਾ ਨਾ ਉਹਦੇ ਨਾਲ। ਆਊਟ ਸੈਂਟਰਾਂ ਤੇ ਮੈਂ ਦੇਖਿਆ ਸੀ। ਔਰ ਇੱਥੋਂ ਤੱਕ ਇਹਨਾਂ ਪਾਰਟੀਆਂ ਨੇ, ਦੇਖੋ ਜੀ ਪਾਰਟੀਆਂ ਕਹਿੰਦੀਆਂ ਨਹੀਂ ਹੁੰਦੀਆਂ, ਇਹਨਾਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਈਵਨ ਚੈਨਲਾਂ ਤੇ ਕਿਹਾ ਵੀ ਡਾਕਟਰ ਪਿਆਰ ਲਾਲ ਗਰਗ ਦੀ ਅਸੀਂ ਬੜੀ ਇੱਜ਼ਤ ਕਰਦੇ ਹਾਂ ਜੀ, ਇਹ ਸੱਚੀ ਸੁੱਚੀ ਗੱਲ ਕਹਿੰਦੇ ਨੇ ਹੈ। ਉਂਝ ਅੱਜ ਅਸੀਂ ਇਹਨਾਂ ਨਾਲ ਡਿਫਰ ਕਰ ਰਹੇ ਹਾਂ। ਹੁਣ ਜੇ ਪਾਰਟੀ ਨੂੰ ਇਹ ਕਹਿਣ ਦੀ ਲੋੜ ਨਹੀਂ ਹੈ, ਜੇ ਉਹ ਕਹਿੰਦੇ ਨੇ ਤੇ ਇਹਦਾ ਮਤਲਬ ਮਾੜੀ ਮੋਟੀ ਕਿਤੇ ਸੁਣਦੇ ਨੇ ਵੀ ਯਾਰ ਇਹ ਕਹਿੰਦਾ ਕੀ ਹੈ। ਤੇ ਸਾਨੂੰ ਆਪ ਵੀ ਇਹ ਰੱਖਣਾ ਚਾਹੀਦਾ ਹੈ। ਜੇ ਮੈਨੂੰ ਕੋਈ ਕਹੇ ਵੀ ਫਲਾਣੇ ਨੇ ਤੁਹਾਡੀ ਗੱਲ ਸੁਣ ਕੇ, ਮੈਂ ਕਹੂੰ ਯਾਰ ਮੇਰੀ ਕਿਉਂ, ਉੱਥੇ ਤਾਂ ਉਹਨਾਂ ਕੋਲ ਤਾਂ 20 ਬੰਦੇ ਨੇ ਦੱਸਣ ਵਾਲੇ। ਹਾਂਜੀ, ਕਿਉਂਕਿ ਮੈਂ ਇਸ ਗੱਲ ਤੋਂ ਕੀ ਲੈਣਾ ਹੈ, ਉਹਨਾਂ ਨੇ ਮੇਰੀ ਸੁਣ ਕੇ ਕਿਹਾ ਜਾਂ ਆਪੇ ਪੜ੍ਹ ਕੇ ਕਿਹਾ ਜਾਂ ਮੇਰਾ ਇੰਟਰਸਟ ਤਾਂ ਇਹ ਹੈ ਕਿ ਉਹ ਪੰਜਾਬ ਦੇ ਭਲੇ ਦੀ ਗੱਲ ਕਰ ਲੈਣ। ਬਿਲਕੁਲ, ਹੁਣ ਤਾਂ ਪ੍ਰਸ਼ਾਂਤ ਕਿਸ਼ੋਰ ਵਰਗੇ ਡਾਕਟਰ ਸਾਹਿਬ ਸਲਾਹਕਾਰ ਆ ਚੁੱਕੇ ਹੋਏ ਨੇ। ਹਾਂ, ਚਾਹੇ ਉਹ ਵਿਰੋਧੀ ਪਾਰਟੀਆਂ 'ਚ ਨੇ। ਸੋ ਇਸ ਕਰਕੇ ਪੰਜਾਬ ਦੇ ਭਲੇ ਦੀ ਗੱਲ ਹੋਏਗੀ, ਇਸ ਤੋਂ ਵੀ ਹੋਏਗੀ। ਜੀ ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਵੀ ਕਰੋਨਾ ਵਾਇਰਸ ਦੇ ਕਰਕੇ ਭਾਰਤ ਦੇ ਵਿੱਚ ਇੱਕ ਵੱਖਰਾ ਹੀ ਮੁੱਦਾ ਬਣ ਚੁੱਕਿਆ ਹੋਇਆ। ਹੁਣ ਭਾਰਤ ਦੇ ਵਿੱਚ ਕਰੋਨਾ ਵਾਇਰਸ ਹੈ ਜਾਂ ਨਹੀਂ ਹੈ, ਇਹ ਸਮਝ ਨਹੀਂ ਆ ਰਹੀ, ਕਿਉਂਕਿ ਕਈ ਤਰ੍ਹਾਂ ਦੇ ਇਹਦੇ ਵਿੱਚ ਗੁੰਝਲਾਂ ਜਿਹੜੀਆਂ ਨੇ ਉਲਝੀਆਂ ਹੋਈਆਂ ਨੇ। ਇੱਕ ਪਾਸੇ ਵੈਕਸੀਨ ਮਿਲ ਵੀ ਰਹੀ ਹੈ, ਵੈਕਸੀਨ ਕਿਹੜੀ ਮਿਲ ਰਹੀ ਹੈ, ਵੈਕਸੀਨ ਦਾ ਅਸਰ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ, ਕਿਹੜੇ ਲੋਕਾਂ ਨੂੰ ਲੱਗ ਰਹੀ ਹੈ, ਕਿਹੜੀ ਕੈਟਾਗਰੀ ਦੇ ਵਿੱਚ ਲੱਗ ਰਹੀ ਹੈ, ਇਹ ਸਾਰੀਆਂ ਗੱਲਾਂ ਤੁਸੀਂ ਦੱਸੋ। ਸਪੈਸ਼ਲੀ ਮੈਂ ਇਹ ਤੁਹਾਡੇ ਤੋਂ ਜਾਣਨਾ ਚਾਹਾਂਗੀ ਡਾਕਟਰ ਸਾਹਿਬ, ਤੁਸੀਂ ਖੁਦ ਇਸ ਚੀਜ਼ ਨੂੰ ਥੋੜੇ ਦਿਨ ਪਹਿਲਾਂ ਤੁਸੀਂ ਸੰਕਰਮਿਤ ਹੋਏ ਹੋ, ਤੁਹਾਨੂੰ ਵੀ ਕੋਵਿਡ ਹੋ ਗਿਆ ਸੀਗਾ। ਸੋ ਉਸ ਦੌਰਾਨ ਕੀ ਲੱਗਿਆ ਵੀ ਭਾਰਤ ਦੇ ਵਿੱਚ ਕੀ ਕਰੋਨਾ ਸਿਚੁਏਸ਼ਨ ਨੂੰ ਸਹੀ ਤਰੀਕੇ ਨਾਲ ਹੈਂਡਲ ਕੀਤਾ ਜਾ ਰਿਹਾ? ਇਹ ਤੁਸੀਂ, ਮੈਨੂੰ ਪਤਾ ਤੁਸੀਂ ਹਮੇਸ਼ਾ ਸਿੱਧੀ ਸਾਦੀ ਗੱਲ ਕਰਦੇ ਹੋ ਤੇ ਹੁਣ ਤਾਂ ਇਹ ਚੀਜ਼ ਨੂੰ ਤੁਸੀਂ ਵੀ ਆਪਣੇ ਉੱਤੇ ਹੰਡਾਇਆ। ਸੋ ਇਹਦੀ ਬਾਰੀਕੀ ਸਮਝਾਓ ਤੇ ਇਹਦਾ ਜਿਹੜਾ ਸਹੀ ਤਸਵੀਰ ਹੈ ਉਹ ਸਾਹਮਣੇ ਲਿਆਓ। ਦੇਖੋ, ਮੈਂ ਹੰਡਾਇਆ ਜਿਹੜਾ ਉਹਦੇ ਪਾਰਟ 'ਚ ਆਪਾਂ ਬਾਅਦ 'ਚ ਜਾਂਦੇ ਹਾਂ। ਪਹਿਲੀ ਗੱਲ ਇਹ ਹੈ ਵੀ ਜਿਹੜਾ ਕਰੋਨਾ ਨੂੰ ਹੈਂਡਲ ਕਰਨ ਦਾ ਭਾਰਤ ਸਰਕਾਰ ਦਾ ਤਰੀਕਾ ਰਿਹਾ ਹੈ 23 ਮਾਰਚ 2020 ਤੋਂ, ਜਿੱਦਾਂ ਉਹਨਾਂ ਨੇ ਅਨਾਉਂਸ ਕਰਕੇ 25 ਤੋਂ ਅਸੀਂ ਲਾਕਡਾਊਨ ਕਰ ਦੇਣਾ ਹੈ, ਉਹ ਸਾਰਾ ਹੀ ਗੈਰ ਵਿਗਿਆਨਕ ਰਿਹਾ। ਇੱਕ ਤਾਂ ਹਾਂਜੀ, ਜਿਹੜਾ ਮਹਾਮਾਰੀਆਂ ਨੇ ਇਹਨਾਂ ਨੂੰ ਹੈਂਡਲ ਕਰਨ ਦਾ ਪੂਰੀ ਦੁਨੀਆ 'ਚ ਇੱਕ ਤਰੀਕਾ ਵੀ ਅਸੀਂ ਇਹਨਾਂ ਨੂੰ ਕਿਵੇਂ ਰੋਕਣਾ ਹੁੰਦਾ ਹੈ। ਤੇ ਉਹ ਭਾਰਤ ਸਰਕਾਰ ਨੇ ਕੀ ਕਰਿਆ ਜੀ, ਅਸੀਂ ਤਾਂ 18 ਦਿਨਾਂ 'ਚ ਜੰਗ ਜਿੱਤ ਲਈ ਸੀ ਮਹਾਭਾਰਤ ਦੀ, ਹੁਣ 21 ਦਿਨਾਂ 'ਚ ਜਿੱਤ ਲਾਂਗੇ। ਕਦੇ ਥਾਲੀਆਂ ਖੜਕਾਤੀਆਂ,
ਕਦੇ ਮੋਮਬੱਤੀਆਂ ਜਗਾਤੀਆਂ, ਔਰ ਬੜੇ ਬੜੇ ਅਧਿਕਾਰੀ ਥਾਲੀਆਂ ਵੱਡੀਆਂ ਵੱਡੀਆਂ ਪ੍ਰਾਪਤਾਂ ਨਾਲ ਖੜਕਾਉਣ ਲੱਗੇ। ਇਹ ਸਾਰਾ ਕੁਝ ਜਿਹੜਾ ਸੀ ਇਹ ਗੈਰ ਵਿਗਿਆਨਕ ਤਰੀਕਾ ਸੀ। ਇਹਨਾਂ ਨੇ ਆਪਦੇ ਕਿਤੇ ਗਲੋਏ ਪਾਤੀ, ਕਿਤੇ ਰਾਮਦੇਵ ਦੀ ਉਹ ਵੱਟੀ ਜੀ ਵੇਚਣ ਲੱਗੇ 500 ਰੁਪਏ ਦੀ, ਕਿਤੇ ਕੋਈ ਕਾੜੇ ਪਾਤੇ। ਸੋ ਅਸੀਂ ਬੜੇ ਪੁਰਾਣੇ, ਕਿਉਂਕਿ ਪਹਿਲਾਂ ਹੀ ਕਹਿੰਦੇ ਅਸੀਂ ਤਾਂ ਅੰਗਰੇਜ਼ ਦੇ ਸਿਰ ਲਾਤਾ ਸੀ ਜੀ, ਸਾਡੇ ਕੋਲ ਤਾਂ ਜੀਨ ਟੈਕਨੋਲੋਜੀ ਸੀ, ਤਾਂ ਹੀ ਤਾਂ ਗੰਧਾਰੀ ਦੇ 100 ਪੁੱਤ ਹੋ ਗਿਆ ਸੀ। ਸੋ ਅਸੀਂ ਇਹੋ ਜਿਹੀਆਂ ਪੁਰਾਣੀਆਂ ਗੱਲਾਂ ਜਿਹੜੀਆਂ ਘਸੀਆਂ ਪਿੱਟੀਆਂ, ਜਿਨ੍ਹਾਂ ਦੇ ਕੋਈ ਸਬੂਤ ਨਹੀਂ ਹੈਗੇ। ਠੀਕ ਹੈ, ਨਾਵਲ ਗੱਲਾਂ ਹੁੰਦੀਆਂ ਨੇ, ਸੋਚ ਹੁੰਦੀ ਹੈ। ਇਹ ਨਹੀਂ ਕਿ ਇੰਡੀਆ ਦੇ ਵਿੱਚ ਪਹਿਲਾਂ ਕੋਈ ਥਾਟ ਪ੍ਰੋਸੈਸ ਹੀ ਨਹੀਂ ਸੀ ਜਾਂ ਫਲਸਫਾ ਨਹੀਂ ਸੀ, ਪਰ ਅਸੀਂ ਆਖਿਆ ਉਹ ਸਭ ਕੁਝ ਇੰਡੀਆ 'ਚ ਸੀ, ਇਹ ਗਲਤ ਹੈ। ਸੋ ਇਸ ਕਰਕੇ ਇੱਕ ਤਾਂ ਇਹ ਹੈਂਡਲ ਹੀ ਗਲਤ ਕਰਿਆ ਗਿਆ ਸ਼ੁਰੂ ਤੋਂ ਹੀ। ਪੁਲਿਸ ਨਹੀਂ ਕਿਸੇ ਬਿਮਾਰੀ ਨੂੰ ਦੂਰ ਕਰ ਸਕਦੀ, ਪੁਲਿਸ ਬਿਮਾਰੀ ਦਾ ਹੱਲ ਨਹੀਂ, ਮਹਾਮਾਰੀ ਦਾ ਲੱਭ ਸਕਦੀ ਹੁੰਦੀ, ਉਹ ਮੈਡੀਕਲ ਪ੍ਰੋਫੈਸ਼ਨ ਨਹੀਂ ਲੱਭਣਾ ਹੁੰਦਾ। ਪਰ ਇਹਨਾਂ ਨੇ ਮੈਡੀਕਲ ਪ੍ਰੋਫੈਸ਼ਨ ਦੀ, ਈਵਨ ICMR ਦੀ ਕੋਈ ਗੱਲ ਨਹੀਂ ਸੁਣੀ ਜਦ ਇਹਨਾਂ ਨੇ ਫੈਸਲੇ ਲਏ ਨੇ। ਦੂਜਾ, ਉਸ ਤੋਂ ਬਾਅਦ ਕੀ ਹੋਇਆ, ਉਦੋਂ ਵੀ ਜੇ ਆਪਾਂ ਦੇਖੀਏ ਉਦੋਂ ਗੈਰ ਵਿਗਿਆਨਕ ਫੈਸਲੇ ਕਿਵੇਂ ਹੋਏ। 499 ਕੇਸ ਸੀਗੇ 23 ਮਾਰਚ ਨੂੰ ਭਾਰਤ ਦੇ ਵਿੱਚ ਟੋਟਲ। ਹਾਂਜੀ, 10 ਹੋਈਆਂ ਸੀ ਮੌਤਾਂ ਉਹਦੇ। ਉਹਦੇ ਤਾਂ ਪੂਰਾ ਲਾਕਡਾਊਨ ਕਰਤਾ, ਆ ਪੰਜਾਬ ਨੇ ਤਾਂ ਬਿਲਕੁਲ ਹੀ ਕਰਫਿਊ ਲਾਤਾ ਸੀ। ਤੇ ਜਿੱਦੇ ਜੁਲਾਈ ਦੇ ਵਿੱਚ 1 ਲੱਖ ਰੋਜ਼ ਕੇਸ ਆਉਣ ਲੱਗ ਗਿਆ, ਉਹਦੇ ਖੋਲਤਾ। ਹੁਣ ਇਹਨੂੰ ਕੌਣ ਸਿਆਣਪ ਹੋਊਗਾ? ਬਿਲਕੁਲ, ਜਿੱਦੇ ਤੁਹਾਡੇ ਜੇ ਮੀਂਹ ਪੈ ਰਿਹਾ ਹੈ ਉਹਦੇ ਤੋਂ ਤੁਸੀਂ ਬੰਨ ਲਾਉਣੇ ਸ਼ੁਰੂ ਕਰ ਦਿੰਦੇ ਹੋ, ਜਿੱਦੇ ਹੜ ਆ ਜਾਂਦਾ ਉਹਦੇ ਜਿਹੜਾ ਮਾੜਾ ਮੋਟਾ ਲੱਗਿਆ ਹੁਣ ਵੀ ਚੱਕ ਦਿੰਦੇ ਹੋ। ਸੋ ਇਸ ਕਰਕੇ ਇਹ ਗੈਰ ਵਿਗਿਆਨਕ ਤਰੀਕਾ ਸੀ ਇਹਨਾਂ ਦਾ। ਦੂਜਾ, ਦੁਨੀਆ ਦੇ ਵਿੱਚ ਸਭ ਨੂੰ ਪਤਾ ਸੀ ਵੀ 50 ਸਾਲ ਤੱਕ ਦੇ ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਨਾਲ ਕੋਈ ਹੋਰ ਬਿਮਾਰੀ ਨਾ ਹੋਵੇ, ਕੈਂਸਰ ਨਾ ਹੋਵੇ, ਕਾਲਾ ਪੀਲੀਆ ਨਾ ਹੋਵੇ, ਬਲੱਡ ਪ੍ਰੈਸ਼ਰ ਨਾ ਹੋਵੇ, ਸ਼ੂਗਰ ਨਾ ਹੋਵੇ, ਉਹਨਾਂ ਦੇ ਵਿੱਚ ਕਰੋਨਾ 95% ਆਪੇ ਠੀਕ ਹੋ ਜਾਂਦਾ। ਤੇ ਦੂਜੀ ਗੱਲ, ਮੌਤ ਦਰ ਬਿਲਕੁਲ 0.2% ਹੈ, ਯਾਨੀ ਕਿ 500 ਬੰਦੇ ਚੋਂ ਇੱਕ ਨੇ ਮਰਨਾ। 500 ਚੋਂ ਇੱਕ ਤਾਂ 50 ਸਾਲ ਦੀ ਉਮਰ ਤੱਕ ਵੈਸੇ ਵੀ ਮਰ ਜਾਂਦੇ ਐਕਸੀਡੈਂਟਾਂ ਚ ਹੋਰ ਚ। ਸੋ ਤੁਸੀਂ ਉਹਨਾਂ ਨੂੰ ਕਾਹਦੇ ਵਾਸਤੇ ਅੰਦਰ ਬੰਨ ਕੇ ਬਿਠਾਇਆ? ਇਹ ਪੂਰੀ ਦੁਨੀਆ ਦੀਆਂ ਰਿਪੋਰਟਾਂ ਨੇ। ਇਟਲੀ ਵਰਗੇ ਮੁਲਕਾਂ ਦੀਆਂ ਨੇ ਜਿੱਥੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਸੀ। ਸੋ ਜਦ ਤੁਸੀਂ ਪੂਰੀ ਦੁਨੀਆ ਦੀਆਂ, ਚੀਨ ਦੀਆਂ, ਰੂਸ ਦੀਆਂ, ਅਮਰੀਕਾ ਦੀਆਂ, ਇਟਲੀ ਦੀਆਂ, ਇੰਗਲੈਂਡ ਦੀਆਂ ਸਾਇੰਟੀਫਿਕ ਰਿਪੋਰਟਾਂ ਤੁਹਾਡੇ ਸਾਹਮਣੇ ਨੇ, ਵੱਡੇ ਵੱਡੇ ਜਾਮਾਂ ਦੇ ਵਿੱਚ ਛਪੀਆਂ ਹੋਈਆਂ, ਐਡੇ ਐਡੇ ਜਰਨਲ ਨੇ ਜਿਹੜੇ ਮਸ਼ਹੂਰ ਦੁਨੀਆ ਦੇ ਇੰਟਰਨੈਸ਼ਨਲ ਲੈਵਲ ਦੇ। ਜੇ ਤੁਸੀਂ ਉਹਨੂੰ ਨਹੀਂ ਮੰਨਣਾ ਫਿਰ ਕੀ ਕਰਨਾ? ਦੂਜਾ, ਇਹਨਾਂ ਨੇ ਕੀ ਕਰਤਾ, ਭਾਰਤ ਦੇ ਵਿੱਚ ਸ਼ਾਇਦ ਸਾਡੇ ਬਾਹਰਲੇ ਬੈਠੇ ਜਿਹੜੇ NRI ਨੇ ਉਹਨਾਂ ਨੂੰ ਵੀ ਨਾ ਪਤਾ ਹੋਵੇ, ਭਾਰਤ ਦੇ ਵਿੱਚ ਸਰਕਾਰੀ ਸਿਹਤ ਸਿਸਟਮ ਸਾਰੀ ਦੁਨੀਆ ਤੋਂ ਤਕੜਾ ਹੈ। ਹਰ 200 ਪਰਿਵਾਰਾਂ ਪਿੱਛੇ ਸਾਡੇ ਕੋਲ ਇੱਕ ਆਸ਼ਾ ਹੈ, ਚਾਹੇ ਉਹ ਜੰਗਲ 'ਚ ਰਹਿੰਦੇ ਨੇ, ਚਾਹੇ ਉਹ ਸਮੁੰਦਰ ਦੇ ਕੰਢੇ ਰਹਿੰਦੇ ਨੇ, ਚਾਹੇ ਉਹ ਪਹਾੜਾਂ 'ਚ ਰਹਿੰਦੇ ਨੇ, ਚਾਹੇ ਉਹ ਰੇਗਿਸਤਾਨ 'ਚ ਰਹਿੰਦੇ ਨੇ। ਜੇ 200 ਪਰਿਵਾਰਾਂ ਯਾਨੀ ਕਿ 1000 ਬੰਦੇ ਪਿੱਛੇ ਇੱਕ ਬੰਦਾ ਤੁਹਾਡੇ ਕੋਲ ਹੈਗਾ ਹੈ, ਤੇ ਬਿਮਾਰੀ ਨੂੰ ਰੋਕਣ ਦਾ ਤਰੀਕਾ ਇਹ ਹੁੰਦਾ ਹੈ ਵੀ ਸਾਨੂੰ, ਹਾਲਾਂਕਿ ਇਹਨਾਂ ਨੇ ਤਾਂ ਜਾਣ ਕੇ ਕਰਿਆ, 30 ਤਰੀਕ ਨੂੰ 30 ਜਨਵਰੀ ਇਹਨਾਂ ਨੂੰ ਪਤਾ ਲੱਗਿਆ ਸੀ ਕਿ ਕੇਰਲਾ ਦੇ ਵਿੱਚ ਇੱਕ ਲੜਕੀ ਜਿਹੜੀ ਵੁਹਾਨ 'ਚ MBBS ਕਰਦੀ ਸੀ, ਉਹ ਆਈ ਹੈ ਤੇ ਉਹਨੂੰ ਕਰੋਨਾ ਪੋਜ਼ਿਟਿਵ ਹੈ। ਔਰ ਇਹਨਾਂ ਦੇ ਸੈਕਟਰੀ ਨੇ ਬਿਆਨ ਦਿੱਤਾ ਵੀ ਸਾਨੂੰ ਪਤਾ ਹੈ। ਪਰ ਇਹ ਤਾਂ ਫਿਰ ਟਰੰਪ ਸਾਹਿਬ ਦੀ ਆਓ ਭਗਤ ਕਰਦੇ ਰਹੇ ਤੇ ਮੱਧ ਪ੍ਰਦੇਸ਼ ਦੀ ਸਰਕਾਰ ਤੋੜਦੇ ਰਹੇ। ਸੋ ਇਹ ਤਾਂ ਆਪਦੇ ਉਹਨਾਂ 'ਚ ਲੱਗੇ ਰਹੇ। ਚਲੋ ਮੰਨ ਲਓ ਇਹਨਾਂ ਨੂੰ ਨਹੀਂ ਪਤਾ ਲੱਗਿਆ। ਮਹਾਮਾਰੀ ਰੋਕਣ ਦਾ ਇੱਕ ਤਰੀਕਾ, ਮੈਂ ਕਿਤਾਬ ਮੇਰੇ ਪਿੱਛੇ ਪਈ ਆ, ਮੈਂ 2 ਵਾਰੀਆਂ ਉੱਤੇ ਲਿਖੀ ਆ ਕਿਤਾਬ ਪੂਰੀ ਡਿਟੇਲ 'ਚ। ਉਹ ਹੁੰਦਾ ਵੀ ਆਹਟ ਕਿ ਬਿਮਾਰੀ ਹੋਣ ਵਾਲੀ ਹੈ। ਹੁਣ ਇਹਨਾਂ ਨੂੰ ਆਹਟ ਤਾਂ ਨਹੀਂ ਪਤਾ ਲੱਗਿਆ, ਇਹ ਵੀ ਮੰਨ ਲਓ, ਤਾਂ ਜਿਹੜੀ ਬਿਮਾਰੀ ਜਦ ਆ ਗਈ ਉਹਨੂੰ ਉੱਥੇ ਹੀ ਜਾਮ ਕਰ ਦਿਓ। ਬਿਲਕੁਲ, ਉਹਨੂੰ ਰੋਕਣਾ ਜ਼ਰੂਰੀ ਸੀ। ਜਾਮ ਕਰਨ ਦੇ ਤਰੀਕੇ ਵਾਸਤੇ ਲਾਕਡਾਊਨ ਆਇਆ ਜਾਂਦਾ ਹੈ। ਹਾਂਜੀ, ਉਹ ਜਾਮ ਕਰਨ ਦਾ ਮਤਲਬ ਥੋੜਾ ਵੀ ਤੁਸੀਂ ਜਾਮ ਕਰਕੇ ਸਟਿਲ ਖੜਾਤਾ ਤੇ ਮੁੜ ਕੇ ਉੱਥੇ ਉਹ ਇਨਵੈਸਟੀਗੇਟ ਕਰਨਾ ਹੀ ਨਹੀਂ। ਸੋ ਇਹਨਾਂ ਨੂੰ 10 ਦਿਨਾਂ 15 ਦਿਨਾਂ ਦੇ ਵਿੱਚ ਹਰੇਕ ਘਰ ਦੇ ਹਰੇਕ ਬੰਦੇ ਦੀ ਇਹ ਹਿਸਟਰੀ ਇਕੱਠੀ ਕਰ ਸਕਦੇ ਸੀ ਕਿ ਭਾਈ ਇਹਨੂੰ ਕਿਤੇ ਕਰੋਨੇ ਦਾ ਸ਼ੱਕ ਤਾਂ ਨਹੀਂ ਪੈਂਦਾ। ਉਹ ਨਹੀਂ ਕਰੀ। ਜਦ ਉਹ ਨਹੀਂ ਕਰੋਗੇ ਤੁਸੀਂ ਭਾਵੇਂ ਮਹੀਨਾ ਉਹ ਲਾਈ ਰੱਖੋ। ਆਪਾਂ ਥੋੜੀ ਦੇ ਉੱਤੇ ਥੋੜੀ ਮਾਰਦੇ ਆ ਛੈਣੀ ਤੇ, ਜੇ ਆਪਾਂ ਉਹਨੂੰ ਥੋੜੀ ਨੂੰ ਉੱਥੇ ਰੱਖੀਏ ਭਾਵੇਂ 12 ਸਾਲ ਰੱਖੀਏ ਫਿਰ ਲੱਕੜ ਥੋੜਾ ਬਚਣੀ ਹੈ। ਉਹ ਤਾਂ ਫੜਨੀ ਜੀ, ਫਿਰ ਚੁੱਕੀਏ ਫਿਰ ਮਾਰੀਏ, ਫਿਰ ਚੁੱਕੀਏ ਫਿਰ ਮਾਰੀਏ। ਸੋ ਇਹਨਾਂ ਨੇ ਉਹ ਟਰੇਸ ਹੀ ਨਹੀਂ ਕਰੇ। ਜਦ ਟਰੇਸ ਨਹੀਂ ਕਰੇ ਫਿਰ ਉਹ ਵਧੀ ਗਏ। ਫਿਰ ਜਿੱਥੇ ਟਰੇਸ ਹੋ ਗਈ, ਜਿੱਥੇ ਠੀਕ ਹੋ ਗਏ, ਭਾਰਤ ਸਰਕਾਰ ਦੀ ਬੇਈਮਾਨੀ ਕੀ ਹੈ, ਜਾ ਕੇ ਗਡਕਰੀ ਸਾਹਿਬ ਕੇਰਲਾ 'ਚ ਬਿਆਨ ਦਿੰਦੇ ਨੇ ਜਿਹਦਾ ਸਾਰੀ ਦੁਨੀਆ 'ਚੋਂ ਬੈਸਟ ਇਲਾਜ ਹੋ ਰਿਹਾ ਸੀ ਔਰ ਮਿਨੀਮਮ ਕੇਸ ਸੀਗੇ ਕਿ ਜੇ ਇਹਨਾਂ ਤੋਂ ਕਰੋਨਾ ਠੀਕ ਹੀ ਨਹੀਂ ਹੋਇਆ। ਅੱਜ ਉੱਥੇ ਹੋ ਗਏ ਲੱਖਾਂ ਕੇਸ, 10 ਲੱਖ ਕੇਸ ਹੋ ਗਿਆ। ਉਹ ਕਿਵੇਂ ਹੋਇਆ, ਕਿਵੇਂ ਇਹਨਾਂ ਨੇ ਕਿਹੜੇ NRI ਬਾਹਰੋਂ ਲਿਆ ਕੇ ਉੱਥੇ ਭੇਜੇ ਨੇ, ਕੀ ਕੁਛ ਕਰਿਆ, ਇਹ ਤਾਂ ਭਾਰਤ ਸਰਕਾਰ ਜਾਣੇ ਵੀ ਕਿਹੜੇ ਜਹਾਜ਼ ਉੱਥੇ ਗਏ ਨੇ, ਕਿਹੜੇ ਨਹੀਂ ਗਏ। ਸੋ ਇਹਨਾਂ ਦੀਆਂ ਜਿਹੜੀਆਂ ਇਹਨਾਂ ਦੇ ਫੈਸਲੇ ਨੇ, ਚਾਹੇ ਉਹ ਪ੍ਰਸ਼ਾਸਨਿਕ ਨੇ, ਚਾਹੇ ਉਹ ਸਿਆਸੀ ਨੇ, ਚਾਹੇ ਉਹ ਈਵਨ ਮੈਡੀਕਲ ਨੇ, ਉਹਨਾਂ ਤੇ ਵਿਸ਼ਵਾਸ ਕਰਨਾ ਔਖਾ ਹੈ। ਜਦ ਬੰਦੇ ਦਾ ਵਿਸ਼ਵਾਸ ਟੁੱਟ ਜੇ ਫਿਰ ਜਿੰਨੀ ਮਰਜ਼ੀ ਗੱਲ ਠੀਕ ਹੋਵੇ। ਡਾਕਟਰ ਸਾਹਿਬ, ਆਪਣੇ ਕੋਲ ਸਮਾਂ ਤਾਂ ਰਹਿ ਗਿਆ ਬਹੁਤ ਹੀ ਥੋੜਾ, ਮਤਲਬ 1 ਮਿੰਟ ਦੇ ਵਿੱਚ ਆਪਾਂ ਨੂੰ ਗੱਲ ਵਾਈਂਡ ਅਪ ਕਰਨੀ ਪੈਣੀ ਹੈ। ਔਰ ਇਹ ਦੱਸੋ ਵੀ ਹਾਂਜੀ ਵੀ ਤੁਹਾਡਾ ਆਪਣਾ ਵੀ ਤੁਸੀਂ ਇਸ ਚੀਜ਼ ਨੂੰ ਫੇਸ ਕੀਤਾ ਹੈ, ਸੋ ਕਿਵੇਂ, ਮਤਲਬ ਤੁਸੀਂ ਹੁਣ ਤੱਕ ਵੈਕਸੀਨ ਲਗਵਾ ਲਈ ਹੈ ਜਾਂ ਹਜੇ ਨਹੀਂ, ਤੇ ਕੀ ਉਸ ਤੇ ਕਹਿਣਾ ਚਾਹੋਗੇ? ਥੋੜਾ ਜਿਹਾ ਆਪਣਾ ਤਜਰਬਾ ਸਾਂਝਾ ਕਰ ਦਿਓ, ਸਪੈਸ਼ਲੀ ਹੁਣ ਤਾਂ ਲਾਕਡਾਊਨ ਤੇ ਲੱਗ ਚੁੱਕਿਆ ਹੈ। ਮੈਂ ਕੀ ਦੱਸਾਂਗਾ, ਪਹਿਲੀ ਗੱਲ ਹੈ ਜਿਹੜੀ ਵੈਕਸੀਨ ਹੈ, ਇਹ ਕਹਿਣਾ ਵੀ ਨਹੀਂ ਲਵਾਉਣੀ ਚਾਹੀਦੀ ਇਹ ਗਲਤ ਹੈ। ਪਰ ਜੇ ਇਹ ਕਹਿਣਾ ਵੀ ਵੈਕਸੀਨ ਨਾਲ ਸਭ ਕੁਝ ਠੀਕ ਹੋ ਜਾਊਗਾ, ਇਹ ਵੀ ਗਲਤ ਹੈ।
ਵੈਕਸੀਨ ਲਵਾਉਣ ਦਾ ਇਹ ਫਾਇਦਾ ਹੋਊਗਾ ਕਿ ਪਹਿਲੀ ਗੱਲ ਤੁਹਾਨੂੰ ਕਰੋਨਾ ਹੋਏਗਾ ਨਹੀਂ, ਇਨਫੈਕਸ਼ਨ ਪਰ ਕੋਵਿਡ ਬਿਮਾਰੀ ਨਹੀਂ ਹੋਏਗੀ। ਜੇ ਹੋਗੀ ਤਾਂ ਸੀਰੀਅਸ ਨਹੀਂ, ਜੇ ਸੀਰੀਅਸ ਵੀ ਹੋਗੀ ਤਾਂ ਉਹਦੇ ਚ ਕੰਪਲਿਕੇਸ਼ਨਾਂ ਨਹੀਂ ਹੋਣਗੀਆਂ, ਤੇ ਜੇ ਕੋਈ ਕੰਪਲਿਕੇਸ਼ਨ ਇੱਕ ਅੱਧੀ ਹੋਵੇਗੀ ਤਾਂ ਮੌਤ ਦਾ ਦਰ ਘੱਟ ਹੈ। ਪਹਿਲੀ ਗੱਲ ਇਹ ਮੰਨ ਕੇ ਚੱਲੀਏ। ਇਸੇ ਕਰਕੇ ਲਵਾਉਣ ਤੋਂ ਬਾਅਦ ਮਾਸਕ ਪਹਿਨਣਾ, ਡਿਸਟੈਂਸ ਰੱਖਣਾ ਇਹ ਜ਼ਰੂਰੀ ਹੈ। ਬਿਲਕੁਲ, ਇਸ ਕਰਕੇ ਵੈਕਸੀਨ ਤੋਂ ਨਾ ਨਹੀਂ ਕਰਨੀ ਚਾਹੀਦੀ। ਹੁਣ ਦੂਜਾ ਹਿੱਸਾ ਇਹ ਆ ਗਿਆ ਵੀ ਸਾਡੇ ਜਿਹੜੇ ਹਸਪਤਾਲ ਉਹਨਾਂ ਦਾ ਬਹੁਤ ਬੁਰਾ ਹਾਲ ਹੈ। ਮੈਂ ਪੀਜੀਆਈ ਦੇ ਵਿੱਚ ਰਿਹਾ, ਉੱਥੇ ਇਹ ਰੋਜ਼ ਕਹਿੰਦੇ ਸੈਨੀਟਾਈਜ਼ਰ ਨਹੀਂ ਸੀ, ਉੱਥੇ ਸਾਬਣ ਨਹੀਂ ਸੀ ਬਾਥਰੂਮ ਦੇ ਵਿੱਚ, ਉੱਥੇ ਬਾਥਰੂਮ 'ਚ ਦੀਵਾਰਾਂ ਨਾਲ ਲੱਗਣਾ ਪੈਂਦਾ ਸੀ ਬੰਦੇ ਨੂੰ। ਇੰਨਾ ਛੋਟਾ ਬਾਥਰੂਮ ਬਣਾਇਆ, ਨਵਾਂ ਬਣਿਆ ਬਿਲਡਿੰਗ, ਤੇ ਉੱਥੇ ਜਿਹੜਾ ਯੂਰੀਨਲ ਸੀ ਉਹ 'ਚੋਂ ਪਿਸ਼ਾਬ ਤੁਹਾਡੀਆਂ ਲੱਤਾਂ 'ਚ ਪੈਂਦਾ, ਗਿਰ ਕੇ ਪੈਰਾਂ 'ਚ ਪੈਂਦਾ। ਉੱਥੇ ਹੱਥ ਧੋਣੋਂ ਸਾਰੇ ਸਪਲੈਸ਼ਿੰਗ ਨਾਲ ਤੁਹਾਡੇ ਕੱਪੜੇ ਖਰਾਬ ਹੋ ਜਾਂਦੇ ਨੇ। ਬਸ ਵੇਸਣ ਇਸ ਤਰ੍ਹਾਂ ਦਾ ਉਹੀ ਜੀ ਜਗ੍ਹਾ ਤੇ ਮਰੀਜ਼ ਨੂੰ ਦੱਸਿਆ ਕੁਛ ਨਹੀਂ ਜਾਂਦਾ। ਮਰੀਜ਼ ਨੂੰ ਦੱਸਿਆ ਕੁਛ ਨਹੀਂ ਜਾਂਦਾ। ਉਹਨੂੰ ਜੇ ਉਹ ਪੁੱਛ ਲੈ, ਮੈਂ ਪੁੱਛ ਲਿਆ ਵੀ ਮੇਰੀ ਰਿਪੋਰਟ ਕਹਿੰਦੇ ਤੁਸੀਂ ਕੀ ਲੈਣਾ, ਮੈਨੂੰ ਉਹਨਾਂ ਨੂੰ ਪਤਾ ਵੀ ਇਹ ਡਾਕਟਰ ਹੈ, ਉਹਨੂੰ ਪਤਾ ਸੁਪਰ ਸਪੈਸ਼ਲਿਸਟ ਹੈ, ਉਹਨੂੰ ਪਤਾ ਪ੍ਰੋਫੈਸਰ ਹੈ। ਮੈਨੂੰ ਕਹਿੰਦੇ ਤੁਸੀਂ ਕੀ ਲੈਣਾ, ਭਲਵਾਨ ਤੁਸੀਂ ਇਹ ਤਾਂ ਦੱਸ ਦਿਓ ਵੀ ਤੁਹਾਡਾ ਅਸੀਂ ਬਲੱਡ ਟੈਸਟ ਲਿਆ ਸੀ, ਅਸੀਂ ਰਿਪੋਰਟ ਦੇਖ ਲਈ। ਮਰੀਜ਼ ਨੂੰ ਇੰਨੀ ਤਾਂ ਤਸੱਲੀ ਚਾਹੁੰਦਾ, ਉਹ ਦੱਸਦੀ ਨਹੀਂ। ਚੂਹੇ ਫਿਰਦੇ ਨੇ ਏਡੇ। ਜੇ ਇੱਥੇ ਕੋਵਿਡ ਵਾਰ ਚ ਚੂਹੇ ਫਿਰਦੇ ਹੋਣ, ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਉੱਥੇ ਸਿਰਫ ਇੱਕ ਕਲਾਸ 4 ਜਿਹੜੀਆਂ ਨੇ, ਇੱਕ ਜਿਹੜੇ ਨਰਸਾਂ ਨੇ, ਇਹ ਡਾਈਟ ਵਾਲਾ ਹੈ, ਉਹ 3 ਕੈਟਾਗਰੀਆਂ ਨੇ ਜਿਹੜੀਆਂ ਮੈਕਸਿਮਮ ਕੰਮ ਕਰਦੀਆਂ ਨੇ, ਦਿਨ ਰਾਤ ਕੰਮ ਕਰਦੇ ਨੇ। ਉਹਨਾਂ ਨੂੰ ਮਰੀਜ਼ ਨੂੰ ਚੁੱਕ ਕੇ ਪਹੁੰਚ ਲੈ ਕੇ ਜਾਣ ਚ ਭੋਰਾ ਵੀ ਝਿਜਕਣੀ ਹੈ। ਕਿਸੇ ਮਰੀਜ਼ ਨਾਲ ਉਹ ਪੁੱਠਾ ਨਹੀਂ ਬੋਲਦੇ, ਬਲਕਿ ਹਰ ਇੱਕ ਨਾਲ ਪਿਆਰ ਨਾਲ ਬੋਲਦੇ ਨੇ। ਜੇ ਉਹ 3 ਕੈਟਾਗਰੀਆਂ ਛੱਡਦੇ ਨੇ ਕੰਮ ਨਾ, ਤੇ ਕੋਵਿਡ ਦੇ ਵਿੱਚ ਮੌਤਾਂ ਦੋ ਕੈਟਾਗਰੀਆਂ ਕੰਮ ਕਰਦੀਆਂ ਨੇ, ਉਹਨਾਂ ਦੀ ਵੈਲਿਊ ਕੋਈ ਨਹੀਂ। ਸੋ ਇਸ ਕਰਕੇ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਮਰੀਜ਼ ਨੂੰ ਤਸੱਲੀ ਕਰਾਉਣੀ ਹੈ, ਮਰੀਜ਼ ਨੂੰ ਦੱਸਣਾ ਹੈ, ਮਰੀਜ਼ ਨੂੰ ਸੈਟੀਸਫਾਈ ਕਰਕੇ ਰੱਖਣਾ। ਸੈਟੀਸਫਾਈ ਦਾ ਮਤਲਬ ਇਹ ਨਹੀਂ ਵੀ ਉਹਦੀ ਹਰ ਗੱਲ ਮੰਨਣੀ ਹੈ, ਪਰ ਉਹਨੂੰ ਮਾੜੀ ਮੋਟੀ ਸੂਚਨਾ ਦਿੰਦੇ। ਜੋ ਜਾਣਨਾ ਚਾਹੁੰਦਾ ਹੈ ਉਹਨੂੰ, ਉਹਦੇ ਦਿਮਾਗ ਨੂੰ ਤਸੱਲੀ ਤਾਂ ਮਿਲੇ, ਉਹਦੀ ਸਿਹਤ ਨਾਲ ਰਿਲੇਟਡ ਜੇ ਕੋਈ ਚੀਜ਼ ਹੈ ਤਾਂ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਔਰ ਆਪਣੀ ਸਿਹਤ ਦਾ ਬਿਲਕੁਲ ਖਿਆਲ ਰੱਖਿਓ, ਤੇ ਸਮੇਂ-ਸਮੇਂ ਤੇ ਜਿਹੜੀਆਂ ਸਾਡੇ ਨਾਲ ਜੁੜਦੇ ਰਹਿਣਾ। ਬਹੁਤ ਸਾਰੀਆਂ ਗੱਲਾਂ ਸੀ ਹੋਰ ਵੀ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਨੀਆਂ, ਬਹੁਤ ਸਾਰੀ ਹੋਰ ਇਨਫੋਰਮੇਸ਼ਨ ਜਿਹੜੀ ਹੈ, ਜਾਣਕਾਰੀ ਹੈ, ਜਿਹੜਾ ਗਿਆਨ ਤੁਹਾਡੇ ਕੋਲ ਹੈ ਉਹ ਸਾਡੇ ਤੱਕ ਵੀ ਜ਼ਰੂਰ ਪਹੁੰਚਾਇਆ ਕਰੋ। ਸੋ ਜ਼ਰੂਰ ਜੁੜਿਆ ਕਰੋ ਸਾਡੇ ਨਾਲ। ਫਿਲਹਾਲ ਦੀ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ, ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ। ਸੋ ਡਾਕਟਰ ਪਿਆਰੇ ਲਾਲ ਗਰਗ ਨੇ ਭਾਰਤ ਦੀ ਤਸਵੀਰ ਤਾਂ ਬਿਆਨ ਕਰ ਦਿੱਤੀ ਹੈ ਵੀ ਕਰੋਨਾ ਵਾਇਰਸ ਜਿਹੜਾ ਉਹ ਹੈ ਜਾਂ ਨਹੀਂ ਹੈ, ਇਹ ਇੱਥੇ ਬੈਠੇ ਸਾਨੂੰ ਸਮਝ ਨਹੀਂ ਆ ਰਹੀ ਸੀਗੀ, ਪਰ ਜੋ ਹਾਲਾਤ ਉਹਨਾਂ ਨੇ ਦੱਸੇ ਹੈ ਵੀ ਬਣੇ ਹੋਏ ਨੇ, ਉਹਦੇ 'ਚ ਕਿਤੇ ਨਾ ਕਿਤੇ ਜਿਹੜੇ ਆ ਪ੍ਰਸ਼ਾਸਨ ऐसे इंतजाम नहीं किए गए जिन्होंने लैके वायरस नूं रोकिया जा सके। सिर्फ खास तौर के उत्ते उन्होंने खुद इस चीज़ नूं अपने उत्ते हंडाया, तो उन्होंने आप बीती जिहड़ी है वो भी दसी है भी जो मैं हॉस्पिटल दे विच सी, PGI सी, ते PGI के हालात की ने, और ना उत्थे सेहत नूं लैके कोई पुख्ता इंतजाम किए गए ने, ना सफाई का, साफ सफाई का भी कोई ध्यान नहीं है। बहुत वड्डे वड्डे कहते चूहे भी हस्पताल दे विच सीगे, ते स्पैशली जो मरीज़ कुछ जानना चाहता है, डॉक्टर साहब वो तो खुद डॉक्टर सीगे, तां भी उन्होंने जानकारी नहीं दी जाती पई सी। ते सोचो आम जिहड़ा बंदा है, आम व्यक्ति है, जो जानकारी लेना चाहेगा तो उन्होंने कुछ दसिया ही नहीं जाएगा। सो ये बहुत वड्डी कह सकते हैं भी त्रासदी है। सो इसलिए असी कैनेडा दे विच बैठे, सानू तो सारियां फैसिलिटियां मिल रही ने, हर चीज़ साफ सफाई का भी इत्थे बंदोबस्त है। सो आपां सारे भी अपना हुण ख्याल रखिए, ते जिहड़े खास करके भारत दे विच लोग ने उन्हां वास्ते यही मैसेज देवांगे भी अपना ख्याल जिहड़ा ओह खुद रखो, नियमां दी पालना करदे रहो ताकि बच सको, हस्पताल जाण तो बच सको, क्योंकि हस्पताल दे विच भी जिहड़ा सही तरीके नाल बंदोबस्त उत्थे नहीं हैगे। सो कल फिर जुड़ांगे, कल फिर तो बहुत सारियां नवीं गल्लां बातां लैके आवांगे। साडे कॉलर्स जिहड़े साडे नाल जुड़दे ने ओह जुड़े रहना, होर भी जिहड़े जानकारियां साडे नाल साਂਝੀਆਂ करते रहना। फिलहाल दे लई इजाजत दिओ, सत श्री अकाल। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बेल आइकन वाले बटन ते क्लिक करो।